ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬੇਸ਼ੁਮਾਰ ਮਸਲੇ ਨੇ ਨਾਲ ਦੇ ਸੂਬਿਆਂ ਦੇ ਅਤੇ ਬਾਹਰਲੇ ਦੇਸ਼ਾਂ ਦੇ ਅਤੇ ਖਾਸ ਕਰਕੇ ਪੰਜਾਬ ਦੇ। ਅਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ ਨੂੰ ਕਿ ਉਹ ਕਿਹੜਾ ਮਸਲਾ ਲੈਣਾ ਚਾਹੁੰਦੇ ਨੇ, ਜਿਹੜਾ ਮਸਲਾ ਇਸ ਵੇਲੇ ਪੂਰਾ ਭਖ ਰਿਹਾ ਅਤੇ ਸਾਡੇ ਦਰਸ਼ਕਾਂ ਦੀਆਂ ਪੂਰੀਆਂ ਨਜ਼ਰਾਂ ਵਿੱਚ ਉਹ ਰੜਕ ਵੀ ਰਿਹਾ। ਰੜਕ ਰਿਹਾ ਇੱਦਾਂ ਕਿ ਡਰਨ ਲੱਗ ਪਏ ਨੇ ਲੋਕ। ਜੀ ਜੀ, ਸਹੀ ਗੱਲ। ਗੱਲ ਇਹ ਹੈ ਕਿ ਅਮਰੀਕਾ ਦੇ ਵਿੱਚ ਨਾ, ਹਾਂ, ਕਿਉਂਕਿ ਜਿਹੜੀ TV ਇੰਡਸਟਰੀ ਹੈ ਨੈਚੁਰਲੀ ਡਾਊਨ ਜਾ ਰਹੀ ਹੈ। ਇੱਕ ਤਾਂ ਦੁਨੀਆ ਦੇ ਹਾਲਾਤ ਇੱਦਾਂ ਦੇ ਬਣੇ ਹੋਏ ਨੇ, ਇਸ ਕਰਕੇ। ਦੂਜਾ ਇਹ ਹੈ ਕਿ ਅੱਜ ਕੱਲ੍ਹ TV ਇੰਡਸਟਰੀ ਦੀ ਬਜਾਏ ਲੋਕ OTT ਪਲੇਟਫਾਰਮ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਮੋਬਾਈਲਸ ਦੇ ਉੱਤੇ ਸਾਰੇ ਲੱਗੇ ਰਹਿੰਦੇ ਨੇ, ਵੈਬ ਸੀਰੀਜ਼ ਐਂਡ ਆਲ ਦੈਟ, ਸਭ ਕੁਝ ਚੱਲਦਾ। ਹੁਣ TV ਵਾਲਿਆਂ ਨੇ ਕੀ ਕੀਤਾ ਕਿ ਇਹ ਜਿਹੜਾ ਹੁੰਦਾ ਨਾ, ਕਈ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਇਸ ਦੁਨੀਆ ਦੇ ਨਾਲ ਵਾਬਸਤਾ ਨਾ ਹੁਣ, ਡਾਇਰੈਕਟਲੀ ਭੂਤ ਪ੍ਰੇਤ ਏਲੀਅਨਸ ਇੱਦਾਂ ਦੀਆਂ ਗੱਲਾਂ, ਸੋ ਇਹ ਜਿਹੜੀ ਫੈਂਟੈਸੀ ਨੂੰ ਟੱਚ ਕਰਦੀਆਂ ਨੇ ਇਨਸਾਨ ਦੀ ਨੂੰ, ਉਹਨਾਂ ਨੂੰ ਲੈ ਕੇ ਸੀਰੀਅਲ ਬਣਾਉਣ ਲੱਗੇ ਨੇ। ਭੂਤਾਂ ਚੁੜੇਲਾਂ ਉਹਨਾਂ ਦੇ ਸੀਰੀਅਲ 'ਚ ਆਉਣ ਲੱਗੀਆਂ ਨੇ। ਮਤਲਬ ਬੰਦਾ ਦੇਖਣ ਤੋਂ ਬਾਅਦ ਰਾਤੀ ਡਰੀ ਜਾਵੇ, ਕਿਤੇ ਹਨੇਰੇ 'ਚ ਕਿਤੇ ਜਾਣਾ ਪਵੇ ਤਾਂ ਵੀ ਡਰੇ ਕਿ ਮੇਰੇ ਪਿੱਛੇ ਕੋਈ ਆਉਂਦਾ ਪਿਆ। ਸੋ ਇੱਦਾਂ ਦੇ ਸੀਰੀਅਲਸ ਬਣਨ ਲੱਗ ਪਏ ਨੇ। ਅਸਲ 'ਚ ਇਹ ਪਹਿਲੋਂ ਇੰਡੀਆ ਦੇ ਵਿੱਚ ਰਹੇ ਆ ਵਹਿਮ ਭਰਮ ਜਿਹੜੇ ਆਉਂਦੇ ਰਹੇ ਨੇ, ਜਿਹਦੇ ਵਿੱਚ ਲੋਕ ਇਹਨਾਂ 'ਚ ਫਸੇ ਰਹੇ ਆ, ਤਾਂ ਕਿ ਉਹਦੇ ਵਿੱਚ ਤਰੱਕੀ ਵੀ ਘੱਟ ਗਈ ਹੈ। ਪਰ ਜਿਹੜੇ ਸੁਪਰ ਕੰਟਰੀ ਹੈ ਜੇ ਉਹਨਾਂ ਦੀ ਅਸੀਂ ਇਹ ਗੱਲ ਜਿਹੜੀ ਤੁਸੀਂ ਹੁਣ ਮੇਰੇ ਨਾਲ ਸਾਂਝੀ ਕੀਤੀ ਹੈ, ਦਰਸ਼ਕਾਂ ਨੂੰ ਦੱਸਿਆ ਕਿ ਉਹਦੇ ਵਿੱਚ ਭੂਤ ਪ੍ਰੇਤ ਚੁੜੇਲ ਹੈ ਨਾ, ਉਹਨਾਂ 'ਤੇ ਹਾਰਰ ਪ੍ਰੋਗਰਾਮ ਬਣ ਰਹੇ ਆ ਔਰ ਉਹਨਾਂ ਪ੍ਰੋਗਰਾਮਾਂ ਨੂੰ ਖਾਸ ਤੌਰ 'ਤੇ ਬੜੇ ਪਸੰਦ ਕਰ ਰਹੇ ਆ। ਵੈਸੇ ਜਿਹੜੀ TV ਇੰਡਸਟਰੀ ਹੈ ਅਮਰੀਕਾ ਦੀ 40% ਡਿੱਗ ਪਈ ਸੀ ਜੀ, ਔਰ ਇਹਦੇ ਵਿੱਚ TRP ਨੂੰ ਉੱਪਰ ਚੁੱਕਣ ਲਈ ਇਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਅਸੀਂ ਇਹ ਪ੍ਰੋਗਰਾਮ ਲਿਆਈਏ, ਐਕਸਪੈਰੀਮੈਂਟ ਕਰਕੇ ਅਤੇ ਵੇਖਦੇ ਹਾਂ ਕਿ ਉਹ 'ਚ ਕੀ ਵਿਊਅਰਸ ਕਹਿੰਦੇ ਆ। ਉਹ ਬਾਗੋ ਬਾਗ ਹੋ ਗਏ ਲੋਕਾਂ ਨੇ, ਵਿਊਅਰਸ ਨੇ ਉਹਨਾਂ ਨੂੰ ਪ੍ਰੋਗਰਾਮਾਂ ਨੂੰ ਵੇਖਿਆ ਔਰ ਉਹਦੇ ਵਿੱਚ ਜਿੰਨੇ ਵੀ ਸ਼ੋਅ ਉਹਨਾਂ ਦੇ ਟੈਲੀਵਿਜ਼ਨ 'ਤੇ ਆਏ ਆ, ਉਹ ਪ੍ਰੋਗਰਾਮ ਵੇਖ ਕੇ ਬੜੇ ਪਸੰਦ ਆਏ। ਜਿਸ ਤਰ੍ਹਾਂ ਕੌਣ ਬਣੇਗਾ ਕਰੋੜਪਤੀ ਵੀ ਅਮਰੀਕਾ ਦਾ ਇੱਕ ਪ੍ਰੋਗਰਾਮ ਸੀਗਾ, ਜਿਹਨੂੰ ਅਸੀਂ ਉਹਦਾ ਕਰਕੇ ਇੰਡੀਆ 'ਚ ਵੀ ਚਲਾਇਆ ਗਿਆ, ਜਿਹਦੇ ਪ੍ਰੈਜ਼ੈਂਟਰ ਬਚਨ ਜੀ ਨੇ। ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਕੀਤਾ ਔਰ ਪ੍ਰੋਗਰਾਮ ਉਹ ਲੋਕ ਵੇਖਦੇ ਆ। ਪਰ ਕਈ ਪ੍ਰੋਗਰਾਮ ਜਿਹੜੇ ਆ ਅਮਿਤਾਭ ਬੱਚਨ ਦੇ ਤਾਂ ਫਿਲਮਾਂ ਆਈਆਂ, ਪਰ ਹਾਰਰ ਫਿਲਮਾਂ ਇੰਨੀਆਂ ਨਹੀਂ ਸੀਗੀਆਂ ਜਿਹੜੀਆਂ ਫਿਲਮਾਂ ਉਹਨਾਂ ਨੇ ਲੋਕਾਂ ਨੂੰ ਇੰਟਰਟੇਨਮੈਂਟ ਲਈ ਦਿੱਤੀਆਂ। ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਆ। ਪਰ ਇਹਦੀ ਨਿਸਬਤ ਜੇ ਅਸੀਂ ਪੰਜਾਬ ਤੋਂ ਇਲਾਵਾ ਜਾਂ ਹਿੰਦੁਸਤਾਨ ਦੀ ਇੰਡਸਟਰੀ ਤੋਂ ਇਲਾਵਾ ਅਮਰੀਕਾ ਦੀ ਫਿਲਮ ਇੰਡਸਟਰੀ 'ਤੇ ਇਹਦੇ 'ਤੇ ਝਾਤ ਮਾਰਦੇ ਹਾਂ, ਜਦੋਂ ਕਿ ਹਾਲੀਵੁੱਡ ਉੱਥੇ ਆ ਜਿੱਥੇ ਕੋਈ ਫਿਲਮਾਂ ਪੂਰੀਆਂ ਵਰਲਡ 'ਚ ਜਦੋਂ ਵੀ ਆਉਂਦੀਆਂ ਤਾਂ ਉਹਦਾ ਕਿੰਨਾ ਗੇਨ ਮਿਲਦਾ। ਪਰ ਟੈਲੀਵਿਜ਼ਨ ਦੀ ਇੰਡਸਟਰੀ ਉਹਨਾਂ ਦੀ ਡਾਊਨ ਚਲੇ ਗਈ। ਹੁਣ ਉਹਨਾਂ ਨੇ ਹਾਰਰ ਫਿਲਮਾਂ ਭੂਤ ਪ੍ਰੇਤਾਂ ਚੁੜੇਲਾਂ ਵਾਲੀਆਂ ਜਿਹੜੇ ਤੁਸੀਂ ਦੱਸਿਆ ਉਹ ਆ ਗਈਆਂ ਔਰ ਉਹ 'ਚ ਬੱਚੇ ਤਾਂ ਦੇਖਣਗੇ, ਪਰ ਬੱਚਿਆਂ ਦਾ ਜਿਹੜਾ ਮਾਨਸਿਕ ਸੰਤੁਲਨ ਉਹ ਵਿਗੜ ਜਾਂਦਾ। ਬੱਚੇ ਜਦੋਂ ਵੇਖਦੇ ਆ ਉਹਨਾਂ ਦੀ ਕ੍ਰੀਏਸ਼ਨ ਖਤਮ ਹੋ ਜਾਂਦੀ ਹੈ, ਉਹਨਾਂ 'ਚ ਜੋ ਉਹਨਾਂ ਨੇ ਬੱਚਿਆਂ ਨੇ ਸੋਚਣਾ ਉਹ ਵਿਗੜ ਜਾਂਦਾ। ਕਿਉਂਕਿ ਜਿਹੜੇ ਭੂਤ ਪ੍ਰੇਤਾਂ ਦੀ ਗੱਲਾਂ ਹੈਗੀਆਂ ਇਮੈਜੀਨੇਸ਼ਨ ਦੇ ਨਾਲ ਆਉਂਦੀਆਂ, ਪ੍ਰੈਕਟੀਕਲੀ ਇਹ ਕੁਛ ਨਹੀਂ ਹੈਗਾ। ਤੁਸੀਂ ਕਿਸੇ ਵੇਲੇ ਮੜੀਆਂ ਵੱਲ ਦੀ ਜਾਓਗੇ, ਸ਼ਮਸ਼ਾਨ ਭੂਮੀ ਵੱਲ ਦੀ ਨਾਲ ਜਾਓਗੇ, ਤਾਂ ਤੁਹਾਨੂੰ ਮਰੇ ਬੰਦੇ ਇਮੈਜੀਨੇਸ਼ਨ 'ਚ ਆਉਣਗੇ ਕਿ ਯਾਰ ਫਲਾਨਾ ਬੰਦਾ ਸ਼ਾਮ ਸਿੰਘ ਆਪਣੇ ਪਿੰਡ ਦਾ ਮਰਿਆ ਹੈਗਾ, ਉਹ ਤਾਂ ਨਹੀਂ ਪਿੱਛੇ ਆ ਰਿਹਾ, ਜਾਂ ਮੇਰੇ ਨਾਲ ਜਾਂ ਘਸੀਟਾ ਸਿੰਘ ਹੀ ਉਹ ਮਰਿਆ, ਮੇਰੇ ਪਿੱਛੇ ਤਾਂ ਨਹੀਂ ਆ ਰਿਹਾ। ਇਹ ਸਾਰਾ ਅਵੇਲੇਬਲ ਇਨ ਇਮੈਜੀਨੇਸ਼ਨ, ਸਾਰਾ ਕੁਛ ਹੁੰਦਾ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰਾ ਖਿਆਲ ਹੈ ਬੜੀ ਹੈਰਾਨੀਜਨਕ ਹੈ ਕਿ ਜਿਹੜਾ ਦੇਸ਼ ਇੰਨੀਆਂ ਸਿਖਰਾਂ 'ਤੇ ਪਹੁੰਚਿਆ, ਉੱਥੇ ਵੀ ਅਜੇ ਭੂਤ ਜਿਹੜੇ ਚੁੜੇਲਾਂ ਜਾਂ ਜਿਹੜਾ ਸਲੇਡਿਆਂ ਤੋਂ ਦੂਰ ਨਹੀਂ ਗਏ, ਅਜੇ ਵੀ ਉੱਥੇ ਉਹਨਾਂ ਦਾ ਦਿਮਾਗ ਹੈ। ਬੇਸਿਕਲੀ ਆਦਮੀ ਦੀ ਸਾਈਕੀ ਇੱਕੋ ਜਿਹੀ ਹੁੰਦੀ ਹੈ, ਕਿਤੇ ਵੀ ਬੈਠਾ ਹੋਵੇਗਾ। ਇਮੈਜੀਨੇਸ਼ਨ ਮਨ ਜਿਹੜਾ ਨਾ, ਮਨ ਟਿਕਦਾ ਨਹੀਂ, ਮਨ ਦੀ ਖੇਡ ਹੀ ਹੁੰਦੀ ਹੈ। ਤੁਸੀਂ ਪ੍ਰੋਗਰਾਮ ਵੇਖਣੇ, ਕ੍ਰੀਏਸ਼ਨ ਕਰਨੀ ਜਾਂ ਦੇਖਣਾ ਕਿ ਅੱਗੇ ਕੌਣ ਆ ਰਿਹਾ ਹੈਗਾ। ਅੱਗੇ ਭਾਵੇਂ ਕੋਈ ਵੀ ਨਾ ਹੋਵੇ, ਤੁਹਾਨੂੰ ਲੱਗਣਾ ਵੀ ਯਾਰ ਅੱਗੇ ਕੋਈ ਸਲੇਡਾ ਆ ਰਿਹਾ, ਭੂਤ ਆ ਰਿਹਾ, ਚੁੜੇਲ ਆ ਰਹੀ ਆ। ਇਹ ਸਾਰੀਆਂ ਗੱਲਾਂ ਅਤੇ ਪ੍ਰੋਗਰਾਮ ਵੀ ਇਮੈਜੀਨੇਸ਼ਨ ਨਾਲ ਬਣਦੇ ਆ, ਇਹ ਵੀ ਸਿਰਜਣਾ ਨਾਲ ਬਣਦੇ ਆ। ਕ੍ਰੀਏਸ਼ਨ ਹੈਗੀ ਆ ਜਿਹੜੀ ਪੋਸਟ ਪ੍ਰੋਡਕਸ਼ਨ ਆ, ਉਹਦੇ 'ਚ ਬੜਾ ਕੁਝ ਪਾਉਂਦੇ ਆ। ਮੰਨ ਲਓ ਸਾਡਾ ਪ੍ਰੋਗਰਾਮ ਸਟੂਡੀਓ 'ਚ ਹੋ ਰਿਹਾ, ਤੁਸੀਂ ਅਤੇ ਮੈਂ ਗੱਲਾਂ ਕਰ ਰਹੇ ਜੀ, ਰਿਲੇਟਡ ਗੱਲਾਂ ਦੇ ਜੋ ਕੁਝ ਹੋਣਗੀਆਂ, ਜਿਸ 'ਚ ਵੀਡੀਓ ਪਾ ਦਿੱਤੀ ਜਾਵੇ ਐਡੀਟਿੰਗ ਦੇ ਟਾਈਮ 'ਤੇ, ਜਿਹਨੂੰ ਆਪਾਂ ਪੋਸਟ ਪ੍ਰੋਡਕਸ਼ਨ ਕਹਿੰਦੇ ਆ। 3 ਕੈਮਰੇ ਚੱਲ ਰਹੇ ਆ ਇਸ ਵੇਲੇ ਐਟਾਕੋਟ, ਜਿਹਦੇ ਵਿੱਚ ਆਟੋਮੈਟਿਕ ਕੈਮਰੇ ਸਾਡੇ ਸ਼ਾਟ ਲੈ ਰਹੇ ਆ। ਇਹਦੇ ਵਿੱਚ ਜੋ ਮਰਜ਼ੀ ਕ੍ਰੀਏਟ ਕਰਨਾ ਹੋਵੇ, ਇਹਦੇ ਵਿੱਚ ਐਡੀਟਰ ਬੜਾ ਕੁਝ ਕਰ ਸਕਦਾ, ਵੀਡੀਓ ਐਡੀਟਰ, ਪ੍ਰੋਡਿਊਸਰ ਬਹੁਤ ਕੁਝ ਕਰ ਸਕਦਾ। ਇਹੀ ਜਿਹੜਾ ਸੰਤੁਲਨ ਗਵਾ ਚੁੱਕੀ ਇੰਡਸਟਰੀ ਹੈ ਅਮਰੀਕਾ ਦੀ। ਹੁਣ ਉੱਥੇ ਕਿੰਨੇ ਲੋਕ ਕਿੱਥੋਂ ਤੱਕ ਗਏ, ਪਰ ਕਿਸੇ ਕੋਲ ਵੇਲ ਕਿੱਥੇ ਹੈਗਾ। ਇੱਕ ਖਾਨਾ ਜੀ ਹੋਰ ਤੁਹਾਨੂੰ ਦੱਸਦਾ, ਰੇਡੀਓ ਰੁਕ ਗਿਆ ਸੀ ਨਾ, ਰੇਡੀਓ ਆਂਦੇ ਘੱਟ ਚੱਲ ਰਿਹਾ, ਦੇ ਲਿਸਨਰ ਘੱਟ ਗਿਆ। ਅਮਰੀਕਾ 'ਚ ਫਿਰ ਚੱਲ ਗਿਆ FM ਚੈਨਲ, ਕਿਉਂਕਿ ਲੋਕ ਜਿਹੜਾ ਟਰੱਕ ਚਲਾ ਰਿਹਾ, FM ਚੈਨਲ ਉਹਦੇ ਕੋਲ ਗਾਣੇ ਚੱਲ ਰਹੇ ਆ, ਪ੍ਰੋਗਰਾਮ ਚੱਲ ਰਹੇ ਆ, ਨਾਲ ਨਾਲ ਸੁਣੀ ਜਾ ਰਿਹਾ। ਟੈਲੀਵਿਜ਼ਨ ਇੱਕ ਇੱਦਾਂ ਦਾ ਸਾਧਨ ਹੈਗਾ ਜਿਹਦੇ ਤੁਹਾਨੂੰ ਸਾਹਮਣੇ ਬਹਿ ਕੇ ਰੋਕ ਕੇ ਦੇਖਣਾ ਪੈਂਦਾ। ਇਸੇ ਕਰਕੇ ਪਹਿਲਾਂ ਗੱਡੀਆਂ 'ਚ ਵੀ ਚੱਲਦੇ ਸੀ, ਸਕੂਟਰਾਂ 'ਤੇ ਤਾਂ ਨਹੀਂ, ਜਿੰਨੀਆਂ ਆਪਣੀ ਵਹੀਕਲ ਉਹਨਾਂ ਦੇ ਵਿੱਚ ਲਾਈਆਂ ਸਕਰੀਨਾਂ,
ਫਿਰ ਇਹ 'ਚ ਜਿਹੜੀ ਸਾਰੀ ਇਹਦੇ ਸਾਧਨ ਨੇ ਆਵਾਜਾਈ ਦੇ ਉਹਨਾਂ ਨੇ ਰੋਕ ਦਿੱਤਾ ਸੀਗਾ ਪੁਲਿਸ ਨੇ ਕਿ ਇਸ ਤਰ੍ਹਾਂ ਨਾ ਕਰੋ, ਐਕਸੀਡੈਂਟ ਹੋ ਸਕਦਾ। ਇਸੇ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਵੀਡੀਓ ਆ ਗਈ, ਵੀਡੀਓ ਦੇ ਯੁੱਗ ਨੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ, ਨੱਠ ਭੱਜ, ਕਈ ਕੁਝ ਪਾਤਾ ਤੇ ਲੋਕਾਂ ਦੀ ਜਿਹੜੀ ਮਾਨਸਿਕ ਸ਼ਾਂਤੀ ਉਹ ਥੋੜ੍ਹੀ ਜਿਹੀ ਸੰਤੁਲਨ ਤੋਂ ਵਿਗੜ ਗਈ। ਮੈਨੂੰ ਤੁਹਾਨੂੰ ਪੁੱਛਣਾ ਪਏਗਾ, ਮੇਰੇ ਪਿੱਛੇ ਕੋਈ ਖੜਾ ਤਾਂ ਨਹੀਂ ਹੈਗਾ? ਦੇਖਾ ਭੂਤਾਂ ਪ੍ਰੇਤਾਂ ਦੀ ਗੱਲ ਕਰੀਏ। ਹਾਂ, ਹੋਇਆ ਕਿ ਜੀ ਕਿਸੇ ਨੇ ਦੱਸਿਆ ਕਿ ਯਾਰ ਇਹ ਜਿਹੜਾ ਫਲਾਣਾ ਪੁਲ ਹੈ ਨਾ ਪਿੰਡ ਦੇ ਵਿੱਚ, ਉਸ ਪੁਲ ਦੇ ਉੱਤੇ ਨਹੀਂ ਜਾਣਾ ਰਾਤ ਨੂੰ, ਉੱਥੇ ਭੂਤਾਂ ਹੁੰਦੀਆਂ। ਇੱਕ ਮੁੰਡਾ ਕਹਿੰਦਾ ਮੈਂ ਨਹੀਂ ਡਰਦਾ, ਮੈਂ ਜਾ ਕੇ ਆਉਣਾ। ਉਹ ਗਿਆ ਅੱਧੀ ਰਾਤ ਨੂੰ ਤੇ ਉੱਥੇ ਤੇ ਕੋਈ ਵੀ ਨਹੀਂ। ਇੰਨੇ ਨੂੰ ਹੋਰ ਵੀ ਮੁੰਡਾ ਤੁਰਿਆ ਫਿਰੇ, ਉਹ ਹੈਲੋ ਹੈਲੋ ਹੈਲੋ, ਹੋਰ ਕੀ ਹਾਲ, ਠੀਕ ਹੈ, ਹੋਰ ਕਿੱਧਰੋਂ? ਕਹਿੰਦਾ ਮੈਂ ਵੀ ਇੱਧਰੋਂ ਆਉਂਦਾ, ਕਹਿੰਦਾ ਮੈਂ ਵੀ ਇੱਧਰੋਂ ਆਉਣਾ ਪਿਆ। ਉਹ ਯਾਰ ਮੈਂ ਸੁਣਿਆ ਇੱਥੇ ਭੂਤਾਂ ਬਹੁਤ ਨੇ। ਸਾਰਿਆਂ ਨੇ ਕਿਹਾ ਮੈਂ ਤਾਂ ਇੱਥੇ ਦੇਖਣਾ ਹੈ, ਮੈਨੂੰ ਤਾਂ ਕਿਤੇ ਦਿਖੀ ਨਹੀਂ, ਤੈਨੂੰ ਕਿਤੇ ਦਿਖੀ? ਕਹਿੰਦਾ ਮੈਂ ਤਾਂ ਯਕੀਨ ਹੀ ਨਹੀਂ ਕਰਦਾ, ਜਦੋਂ 10 ਸਾਲ ਪਹਿਲਾਂ ਮੈਂ ਮਰਿਆ ਸੀ ਉਦੋਂ ਵੀ ਯਕੀਨ ਨਹੀਂ ਕਰਦਾ ਸੀ, ਉੱਥੇ ਮੂਦੇ ਮੁੰਡੇ ਕੇ ਪਿਆ ਪਈ ਤਾਂ ਮੇਰੇ ਨਾਲ ਹੀ ਭੂਤ ਹੈਗੀ। ਉਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ ਪਈਆਂ। ਸੋ ਇਹ ਇਦਾਂ ਦੇ ਕਨਸੈਪਟ ਜਿਹੜੇ ਨੇ ਨਾ ਅੱਜ ਕੱਲ੍ਹ ਉਹ ਦਿਖਾਉਣ ਲੱਗ ਪਏ ਨੇ ਟੀਵੀ ਇੰਡਸਟਰੀ ਦੇ ਵਿੱਚ, ਤੇ ਲੋਕੀ ਉਹਨੂੰ ਇੰਜੋਏ ਕਰਦੇ ਨੇ। ਸ਼ਾਇਦ ਇਹ ਐਂਟਰਟੇਨਮੈਂਟ ਹੈ, ਉਹ ਜ਼ਰੂਰੀ ਨਹੀਂ ਕਿ ਉਹ ਦਕੀਆਂ ਨੂੰ ਸੀ ਹੋਣ, ਰੂੜੀਵਾਦੀ ਹੋਣ ਜਾਂ ਭੂਤਾਂ। ਨਹੀਂ ਨਾ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਨਫੋਰਮੇਟਿਵ ਨਹੀਂ ਹੈਗੇ, ਇਨਫੋਰਮੇਸ਼ਨ ਐਜੂਕੇਟਿਵ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿੱਥੇ ਬੱਚਿਆਂ ਨੂੰ ਪਤਾ ਲੱਗੇ ਕਿ ਇਹਦੇ ਵਿੱਚੋਂ ਕੀ ਲੈਸਨ ਮਿਲਦਾ। ਐਂਟਰਟੇਨਮੈਂਟ ਲਈ ਤਾਂ ਮੰਨ ਲਿਆ ਮਾਰਕੀਟ ਹੈ, ਮਾਰਕੀਟ ਕਹਿੰਦੀ ਹੈ ਕਿ ਪੈਸੇ ਲੈ ਕੇ ਆਓ, TRP ਹੋਣੀ ਚਾਹੀਦੀ ਹੈ, ਪੈਸਾ ਕਮਾ ਰਹੇ ਨੇ, ਚਲੋ ਅੱਗੇ ਚੱਲਦੇ। ਹਰ ਬੰਦਾ ਪੈਸਾ ਕਮਾਉਣ ਲੱਗਾ ਹੋਇਆ, ਕਮਾਉਂਦਾ ਆਪਣੇ ਸਾਧਨ ਦੇ ਬੇਲ। ਟੀਵੀ ਇੰਡਸਟਰੀ ਵੀ ਪੈਸਾ ਕਮਾਉਂਦੀ ਪਈ ਹੈ। ਸੋ ਅੱਗੇ ਚੱਲਦੇ ਆਪਾਂ। ਅੱਗੇ ਗੱਲ ਇਹ ਹੈ ਜੀ ਕਿ ਭਾਰਤ ਜੋੜੋ ਯਾਤਰਾ ਹੁਣ ਪੰਜਾਬ 'ਚ ਪਹੁੰਚੀ ਹੋਈ ਹੈ। ਵਾਹ। ਤੇ ਰਾਹੁਲ ਗਾਂਧੀ ਕੱਲ ਗਏ ਨੇ ਸ਼੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਤੇ ਕੇਸਰੀ ਰੰਗ ਦੀ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ। ਤੇ ਹੁਣ ਉੱਥੋਂ ਭਾਰਤ ਜੋੜੋ ਯਾਤਰਾ ਫਿਰ ਤੋਂ ਹੁਣ ਉਹਨਾਂ ਨੇ ਸ਼ੁਰੂ ਕੀਤੀ ਹੈ, ਫਿਲਹਾਲ ਪੰਜਾਬ ਦੇ ਵਿੱਚ ਹੀ ਨੇ। ਜਦੋਂ ਇਹਨਾਂ ਦਾ ਆਗਮਨ ਹੋਇਆ, ਇਹਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਵੈਸੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਵੈਲਕਮ ਕੀਤਾ ਔਰ ਰਾਹੁਲ ਗਾਂਧੀ ਨੇ ਪਹਿਲੋਂ ਆ ਕੇ ਨਤਮਸਤਕ ਹੋਏ ਆ ਸ਼੍ਰੀ ਹਰਿਮੰਦਰ ਸਾਹਿਬ ਔਰ ਉਹਨਾਂ ਦੇ ਨਾਲ ਪੂਰੇ ਜਿਹੜੇ ਵੀ ਨੇਤਾ ਨੇ ਇਕੱਠੇ ਆ ਗਏ ਔਰ ਬੜੀ ਅੱਛੀ ਦਸਤਾਰ ਵੀ ਸਜਾਈ ਉਹਨਾਂ ਨੇ ਔਰ ਉਹਨਾਂ ਨੇ ਅਰਦਾਸ ਵੀ ਕੀਤੀ ਹੈ ਕਿ ਮੇਰੀ ਯਾਤਰਾ ਜਿਹੜੀ ਸਫਲ ਹੋ ਜੇ। ਮੈਂ ਜਿਸ ਮਕਸਦ ਲਈ ਆਇਆ ਮੈਨੂੰ ਗੁਰੂ ਮਹਾਰਾਜ ਉਸ ਰਸਤੇ 'ਤੇ ਤੋਰੇ, ਸੱਚੇ ਮਨ ਨਾਲ ਤੋਰੇ। ਫਿਰ ਇਸ ਤੋਂ ਬਾਅਦ ਫਿਰ ਉਹ ਫਤਿਹਗੜ੍ਹ ਸਾਹਿਬ ਆਏ, ਸਰਹੰਦ ਜਿਹਦਾ ਪੁਰਾਣਾ ਨਾਂ ਸਰਹੰਦ ਆ, ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹਾਦਤ ਹੋਈ ਹੈ। ਉਹ ਕੰਧ ਵੀ ਅਜੇ ਉਸੇ ਤਰ੍ਹਾਂ ਮੌਜੂਦ ਆ, ਦੇਖਣ ਲਈ ਸਾਰਾ ਕੁਝ। ਪਹਿਲਾਂ ਉੱਥੇ ਆ ਕੇ ਉਹਨਾਂ ਨੇ ਸੀਸ ਨਵਾਇਆ, ਫਿਰ ਉਸ ਤੋਂ ਬਾਅਦ ਨਾਭੇ ਵਾਲੇ ਪਾਸੇ ਗਏ ਔਰ ਉਹਨਾਂ ਨੇ ਉਸ ਤੋਂ ਬਾਅਦ ਹੁਣ 18 ਤਰੀਕ ਤੱਕ ਪੰਜਾਬ ਦੇ ਵਿੱਚ ਹੈਗੇ ਆ, ਜਿਸ 'ਚ ਜਿਹੜੇ ਆਪਣੇ ਹਾਕੀ ਦੇ ਕੈਪਟਨ ਪ੍ਰਗਟ ਸਿੰਘ ਨੇ, ਰਾਜਾ ਵੜਿੰਗ ਨੇ ਔਰ ਪ੍ਰਤਾਪ ਸਿੰਘ ਬਾਜਵਾ ਇਹ ਲੀਡ ਕਰ ਰਹੇ ਆ ਔਰ ਚੰਨੀ ਜਿਹੜੇ ਗੁਰਚਰਨ ਚੰਨੀ ਜਿਹੜੇ ਸਾਡੇ ਇੱਥੇ ਚਰਨਜੀਤ ਚੰਨੀ ਆਪਣੇ ਸਾਬਕਾ ਮੁੱਖ ਮੰਤਰੀ ਰਹੇ, ਉਹ ਵੀ ਨਾਲ ਚੱਲ ਰਹੇ ਆ। ਹੋਰ ਵੀ ਜਿਹੜੇ ਨੇਤਾ ਨੇ ਪੰਜਾਬ ਦੇ ਸਾਰੇ ਇਹਨਾਂ ਨਾਲ ਤੁਰ ਰਹੇ ਆ। ਪਰ ਉਹਨਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਪੰਜਾਬ 'ਚ ਆ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ। ਇਸ ਕਰਕੇ ਹੋਇਆ ਮਨ, ਇਸ ਕਰਕੇ ਖਿੜਿਆ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੈਲਕਮ ਬਹੁਤ ਵਧੀਆ ਕੀਤਾ ਔਰ ਉਹਨਾਂ ਨੇ ਪੁਰਾਣੀਆਂ ਗੱਲਾਂ ਵੀ ਕੀਤੀਆਂ ਕਿ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਵੀ ਲੋਕ ਜਾਂ ਅਸੀਂ ਸੁਣਦੇ ਰਹੇ ਕਿ ਪੰਜਾਬ ਦੇ ਲੋਕ ਬੜੇ ਪ੍ਰਾਹੁਣਾਚਾਰੀ ਨੂੰ ਬਹੁਤ ਨਵਾਜਦੇ ਆ। ਤੁਹਾਡੇ ਮੈਨੂੰ ਅੱਖੀਂ ਵੇਖ ਕੇ ਸਾਰਾ ਕੁਝ ਨਜ਼ਰ ਆ ਗਿਆ ਕਿ ਇੱਥੇ ਖਾਣੇ ਵੰਨ ਸੁਵੰਨੇ ਆ, ਸਾਰਾ ਕੁਝ। ਹਾਲਾਂਕਿ ਹਲਵਾਈ ਨਾਲ ਲੈ ਕੇ ਆਏ ਹੋ ਖਾਣਾ ਇੱਥੇ ਬਣਾਉਣ ਲਈ, ਪਰ ਉਹਨਾਂ ਨੂੰ ਕਿਹਾ ਆਪਣੇ ਨੇਤਾ ਨੇ ਕਿ ਤੁਹਾਨੂੰ ਇੱਥੇ ਖਾਣੇ ਦੀ ਜਾਂ ਹਲਵਾਈਆਂ ਦੀ ਲੋੜ ਹੀ ਨਹੀਂ, ਇੱਥੇ ਤਾਂ ਬੇਸ਼ੁਮਾਰ ਰੋਟੀ ਹੈ, ਇੱਥੇ ਤੁਹਾਨੂੰ ਕੋਲ ਤਾਂ ਖਾਧੀ ਨਹੀਂ ਜਾਣੀ ਜੋ ਕੁਛ ਹੈਗਾ। ਔਰ ਉਹਨਾਂ ਨੇ ਉਸੇ ਤਰ੍ਹਾਂ ਦੀ ਟੀ-ਸ਼ਰਟ ਉਹੀ ਪਾਈ ਜਿਹੜੀ ਆਪਾਂ ਅੱਗੇ ਜ਼ਿਕਰ ਕੀਤਾ ਸੀ, ਵਾਈਟ। ਉਹਨਾਂ ਨੇ ਉਹੀ ਟੀ-ਸ਼ਰਟ ਪਾਈ ਹੈ। ਇੰਨੀ ਠੰਡ ਦੇ ਵਿੱਚ ਵੈਸੇ ਬੁਰਾ ਹਾਲ ਹੁੰਦਾ, ਇੱਥੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਇਹਨਾਂ ਨੂੰ ਵੀ। ਟੀ-ਸ਼ਰਟ ਲਈ ਗਰਮ ਕੱਪੜਾ ਪਾਉਣਾ ਚਾਹੀਦਾ, ਇਹ ਨਾ ਹੋਵੇ ਬਿਮਾਰ ਹੋ ਕੇ ਜਾਣ ਫਿਰ ਕਹਿਣਾ ਜੀ ਪੰਜਾਬ ਦੇ ਲੋਕਾਂ ਨੇ ਸਾਨੂੰ ਬਿਮਾਰ ਕਰਤਾ। ਉਹ ਅੱਛਾ, ਤੁਸੀਂ ਖਾਣੇ ਦੀ ਗੱਲ ਕੀਤੀ, ਉਹ ਸਾਗ ਸੂਗ ਖਵਾਇਆ ਕਿ ਨਹੀਂ ਰਾਹੁਲ ਗਾਂਧੀ ਨੂੰ ਪੰਜਾਬ ਦੇ ਲੋਕਾਂ ਨੇ? ਮੱਕੀ ਤਾਂ ਹੁਣ ਜਿਹੜੀ ਹੈਗੀ ਉਹਨਾਂ ਨੇ ਮੱਕੀ ਦਾ ਆਟਾ ਤਾਂ ਵਧੀਆ ਇੱਥੇ ਬਣਾ ਲਿਆ, ਉਹਦੇ ਲਈ ਸਾਰਾ ਕੁਝ ਹੈਗਾ। ਸਾਗ ਸਰੋਂ ਦਾ, ਮੱਖਣ ਪੇੜਾ ਅਤੇ ਮੱਕੀ ਦੀ ਰੋਟੀ ਤਾਂ ਉਹਨਾਂ ਨੂੰ ਨਵਾਜਣਗੇ, ਖਵਾਉਣਗੇ ਕਿਉਂਕਿ ਸਵਾਦਿਸ਼ਟ ਰੋਟੀ ਹੈ। ਔਰ ਇਹਨਾਂ ਨੇ ਰਾਹੁਲ ਗਾਂਧੀ ਨੇ ਮੂੰਹ ਮੰਗ ਲੈਣੀ ਹੈ, ਉਹਨੇ ਆਪ ਕਹਿਣਾ ਕਿ ਸਾਗ ਸਰੋਂ ਦਾ ਜਿਹੜਾ ਤੇ ਮੱਕੀ ਦੀ ਰੋਟੀ ਨਾਲ ਗਜਰੇਲਾ ਵੀ ਤੇ ਪਿੰਨੀਆਂ ਵੀ ਖਵਾ ਕੇ ਭੇਜਣੀਆਂ ਕਿਉਂਕਿ ਅਲਸੀਆਂ ਵੀ ਖਾਣਗੇ ਸਰਦੀਆਂ ਦੀਆਂ ਪਿੰਨੀਆਂ। 18 ਤਰੀਕ ਤੱਕ ਇੱਥੇ ਹੀ ਨੇ ਨਾ? ਹਾਂ, ਪਰ ਹਫਤਾ ਹੈਗਾ, ਹਫਤਾ ਖਾਂਦੇ ਪੀਂਦੇ ਨੇ। ਨਹੀਂ, ਇਹਨਾਂ ਲੋਹੜੀ ਮਨਾ ਕੇ ਜਾਣਾ ਇੱਥੇ, ਬਹੁਤ ਵਧੀਆ। ਜਦੋਂ 18 ਤੱਕ ਹੈ ਨਾ ਲੋਹੜੀਆਂ ਗੱਚਕ ਵੀ ਲੋਹੜੀ ਦਾ ਤਿਉਹਾਰ ਆ ਰਿਹਾ ਪੰਜਾਬ 'ਚ, ਬਹੁਤ ਤਰ੍ਹਾਂ ਮਕਬੂਲ ਹੈ, ਬੜਾ ਪਾਪੂਲਰ ਹੈ, ਸੱਭਿਆਚਾਰਕ ਤਿਉਹਾਰ ਹੈ। ਇੱਕ ਆਪਾਂ ਉਹ ਖਾਂਦੇ ਹੁੰਦੇ ਤਿਲ ਭੁੱਗਾ, ਹਾਂ, ਉਹ ਵੀ ਬੜਾ ਪਾਪੂਲਰ ਹੈ ਸਾਡਾ, ਹੈ ਨਾ। ਰੇੜੀਆਂ ਵੀ ਭੁੱਗਾ ਜਦੋਂ ਬਾਲਦੇ ਆ ਨਾ ਉਹਦੇ ਵਿੱਚ ਤਿਲ ਸੁੱਟਦੇ ਆ, ਹੈ ਨਾ, ਜਿਨ੍ਹਾਂ ਦੇ ਘਰ ਬੱਚਾ ਜੰਮਿਆ ਹੁੰਦਾ ਨਾ। ਲੋਹੜੀ ਵਾਲੇ ਦਿਨ ਗੁੜ ਵਾਲੀਆਂ ਸੇਵੀਆਂ ਵੀ ਬਣਨਗੀਆਂ, ਗੁੜ ਵਾਲੇ ਚੌਲ ਵੀ ਬਣਨਗੇ। ਲੋਹੜੀ ਦੇ ਵਿੱਚ ਰਹਿ ਗਿਆ ਇੱਕ ਅੱਧਾ ਦਿਨ, ਲੋਹੜੀ ਤੇ ਆ ਗਈ, ਲੋਕ ਤਿਆਰੀਆਂ ਕਰ ਰਹੇ ਆ, ਮੀਂਹ ਦੀ ਵੀ ਬਾਰਿਸ਼ ਆ ਰਹੀ, ਤਿਆਰ ਹੈ, ਬੱਦਲ ਉੱਤੇ ਆ। ਪਰ ਇੱਕ ਗੱਲ ਹੈ, ਜਦੋਂ ਬੱਦਲ ਉੱਪਰ ਆ ਤੇ ਲੋਕ ਕਹਿੰਦੇ ਨੇ, ਮੁੰਡੇ ਕਹਿ ਰਹੇ ਵੀ ਸੂਰਜ ਗਵਾਚ ਗਿਆ। ਮੈਂ ਕਿਹਾ ਸੂਰਜ ਤਾਂ ਨਹੀਂ ਗਵਾਚਿਆ, ਚੰਦਰਮਾ ਤਾਂ ਗਵਾਚ ਜਾਂਦਾ ਹੈ ਬੱਦਲਾਂ 'ਚ।
ਬੱਦਲ ਜਦੋਂ ਆਉਂਦੇ ਸੀ ਉਹਦੇ ਵਿੱਚ ਚੰਦਰਮਾ ਲੁਕ ਜਾਂਦਾ ਸੀ, ਜਦੋਂ ਮੱਸਿਆ ਪੁੰਨਿਆ ਹੁੰਦਾ ਸੀ ਈਦ ਦੇ ਵੇਲੇ ਆਂਦਾ ਵੀ ਤੂੰ ਈਦ ਦਾ ਚੰਦ ਬਣ ਗਿਆ। ਤੇ ਹੁਣ ਆਂਦੇ ਸੂਰਜ ਵੀ ਗਵਾਚ ਗਿਆ, ਸੂਰਜ ਲੱਭਦਾ ਨਹੀਂ। ਕਈ ਦਿਨਾਂ ਤੋਂ ਬੱਦਲ ਛਾਇਆ ਪਿਆ, ਕਿਣਮਣ ਹੋਈ ਨਹੀਂ, ਚਾਰੇ ਪਾਸੇ ਤੇ ਠੰਡ ਦਾ ਵਰਤਾਓ ਆ, ਸ਼ੀਤ ਲਹਿਰ ਵਗ ਰਹੀ ਹੈ, ਧੁੰਦ ਆਲੇ ਦੁਆਲੇ ਆ, ਇਹਦੇ ਨਾਲ ਹਾਦਸੇ ਵੀ ਬਹੁਤ ਹੋ ਰਹੇ ਆ। ਪਰ ਲੋਕ ਚਾਹ ਰਹੇ ਆ ਕਿ ਸੂਰਜ ਦੇਵਤਾ ਸਾਹਮਣੇ ਆਵੇ ਤਾਂ ਕਿ ਦਰਸ਼ਨ ਕਰੀਏ ਤੇ ਗਰਮੀ ਆਵੇ ਤੇ ਲੋਕ ਫਿਰ ਖਿੜਨ, ਬਹਾਰ ਵਾਂਗੂ। ਬਿਲਕੁਲ ਠੀਕ ਹੈ ਜੀ। ਚਲੋ ਅਸੀਂ ਲੋਹੜੀ ਦੀਆਂ ਵੀ ਵਧਾਈਆਂ ਦੇ ਦਿੰਦੇ ਹਾਂ ਸਾਰਿਆਂ ਨੂੰ ਲੱਗੇ ਹੱਥੀਂ ਵੀ ਸਾਰੇ ਇੰਜੋਏ ਕਰੋ, ਪੰਜਾਬ ਦੇ ਖਾਣੇ ਇੰਜੋਏ ਕਰੋ, ਮਜ਼ਾ ਆਵੇ। ਤੇ ਰਾਹੁਲ ਗਾਂਧੀ ਵੀ ਕਹਿਣ ਵੀ ਵਾਹ ਸਵਾਦ ਆ ਗਿਆ, ਸਵਾਦ ਪੰਜਾਬ ਦਾ ਕਮਾਲ ਹੋ ਗਈ ਹੈ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਜ਼ੋਰਾਂ ਤੇ ਚਾਹ ਬਣਾਉਣ ਵਾਲੇ ਦੇ ਪੁੱਤ ਨੇ ਹੈਰੋਇਨ ਵੇਚਣ ਦੇ ਸਹਾਰੇ ਕਰੋੜਾਂ ਕਮਾ ਲਏ, ਕਰੋੜਪਤੀ ਬਣ ਗਏ ਜੀ। ਵਾਹ, ਇਹ ਤਾਂ ਬੜੀ ਵੱਡੀ ਹੈਰਾਨੀਜਨਕ ਤੇ ਲੋਕਾਂ ਨੂੰ ਨਾ ਪਚਣ ਵਾਲੀ ਗੱਲ ਹੈ। ਲੋਕਾਂ ਨੇ ਜਦੋਂ ਗੱਲ ਸੁਣਦੇ ਨੇ ਜਾਂ ਲੋਚਕ ਨੇ ਜਾਂ ਸੂਝਵਾਨ ਨੇ ਕਿ ਜਿਹੜਾ ਬੰਦਾ ਚਾਹ ਬਣਾ ਰਿਹਾ ਉਹਦਾ ਬੇਟਾ ਕਿੰਨੀ ਕੁ ਆਮਦਨ ਲੈ ਲੂਗਾ, ਕਿੱਥੋਂ ਕੁ ਘਰ ਬਣਾ ਲੂਗਾ। ਬੇਸਿਕਲੀ ਇਹ ਲੁਧਿਆਣੇ ਦੇ ਨਾਲ ਇੱਕ ਬਸਤੀ ਆ ਸ਼ਿਮਲਾਪੁਰੀ, ਉੱਥੇ ਇਹਨਾਂ ਦਾ ਬੜਾ ਸਿੰਪਲ ਜਿਹਾ ਘਰ ਸੀਗਾ। ਉੱਥੇ ਕਰਦਾ ਗਾ 5-7 ਜਮਾਤਾਂ ਪੜ੍ਹਿਆ ਨੂੰ ਅੱਗੇ ਨਹੀਂ, ਆਪਣੇ ਫਾਦਰ ਦੀ ਹੈਲਪ ਕਰਦਾ ਰਿਹਾ। ਜਦੋਂ ਚਾਹ ਦਾ ਖੋਖਾ ਹੈਗਾ, ਚਾਹ ਤਾਂ ਉਦੋਂ 50 ਪੈਸੇ ਦਾ ਕੱਪ ਹੀ ਹੋਊਗਾ ਜਿਸ ਜ਼ਮਾਨੇ ਦੀ ਗੱਲ, ਫਿਰ ਰੁਪਈਏ ਦਾ ਹੋ ਗਿਆ, ਫਿਰ ਹੌਲੀ ਹੌਲੀ 5 ਰੁਪਏ ਦਾ ਹੋ ਗਿਆ, ਹੁਣ 10 ਰੁਪਏ ਦਾ। ਔਰ ਇਹਦੇ ਵਿੱਚ ਜੇ ਇਹਨਾਂ ਨੇ ਇਸ ਨੈਗੇਟਿਵਿਟੀ ਵਾਲੇ ਪਾਸੇ ਆਇਆ, ਜਦੋਂ ਇਹਨੇ ਉਹ ਕਮਾਇਆ ਪੈਸਾ ਸਮਗਲਿੰਗ ਕਰਕੇ, ਤਸਕਰੀ ਕਰਕੇ ਔਰ ਲੋਕਾਂ ਨੂੰ ਵੇਚ ਕੇ, ਹੀਰੋਇਨ ਦੀ ਗੱਲ ਆ ਕਿ ਹੀਰੋਇਨ ਇਹਨਾਂ ਵੇਚੀ ਹੈ, ਸਾਰਾ ਕੁਝ ਕੀਤਾ। ਔਰ ਇਹਦੇ ਵਿੱਚ ਉਦੋਂ ਨਾ ਤਾਂ ਕਿਸੇ ਜਿਹੜੇ ਉੱਤੇ ਫੜਨ ਵਾਲੇ ਨੇ, ਨਾ ਵਿਜੀਲੈਂਸ ਹੈ, ਨਾ ਪੰਜਾਬ ਪੁਲਿਸ ਹੈ, ਨਾ ਕੋਈ ਬਾਹਰਲੇ ਜਿਹੜੀਆਂ ਹੋਰ ਵੀ ਏਜੰਸੀਆਂ ਨੇ, ਕਿਸੇ ਏਜੰਸੀ ਨੇ ਉਹਨੂੰ ਨਹੀਂ ਛੇੜਿਆ। ਹੋ ਸਕਦਾ ਕਿ ਕੁਝ ਨਾ ਕੁਝ ਹਿੱਸਾ ਦਿੰਦਾ ਹੋਊਗਾ, ਪਰ ਇਸ ਵੇਲੇ ਆਂਦੇ ਅਰਬਾਂ ਖਰਬਾਂ ਦੇ ਤੱਕ ਪਹੁੰਚ ਗਿਆ ਇਹ ਮੁੰਡਾ। ਪਰ ਦੇਖੋ, ਜੇ ਆਪਾਂ ਜ਼ਿਕਰ ਕਰ ਰਹੇ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਇਹੀ ਰਿਹਾ, ਉਹਨਾਂ ਨੇ ਵੀ ਚਾਹ ਵੇਚੀ ਆ ਖੋਖਿਆਂ ਤੇ ਔਰ ਰੇਲਵੇ ਸਟੇਸ਼ਨਾਂ ਤੇ। ਪਰ ਦੇਖੋ ਕਿਸ ਪਦਵੀ ਤੱਕ, ਕਿਸ ਤੱਕ ਪਹੁੰਚ ਗਿਆ। ਮਿਹਨਤ ਹੈ ਔਰ ਸੋਚ ਆ, ਚੰਗੀ ਨੀਤ ਹੈ, ਉਹਨਾਂ ਨੇ ਦੇਖੋ ਸਾਰਾ ਕੁਝ ਕੀਤਾ। ਉਹ ਆਪ ਕਹਿੰਦੇ ਆ ਜਦੋਂ ਕਿਤੇ ਭਾਸ਼ਣ ਕਹਿੰਦੇ ਆਂਦੇ ਮੈਂ ਅਸੀਂ ਵੇਚੀ ਆ ਚਾਹ, ਆਪਣੇ ਮੈਂ ਕੱਪ ਧੋਤੇ ਆ ਲੋਕਾਂ ਦੇ, ਸਾਰਾ ਕੁਝ ਕੀਤਾ। ਇਹ ਹੈਗੀ ਮਿਹਨਤ ਦਾ ਫਲ, ਇਹ ਹੈਗਾ ਤੁਹਾਡੀ ਤਰੱਕੀ ਦਾ ਜਿਹੜੀ ਸੋਚ। ਔਰ ਉਹਨਾਂ ਨੇ ਦੇਖੋ ਕਿਸ ਵੱਡੀ ਪਦਵੀ 'ਤੇ ਬੈਠੇ ਆ 2 ਵਾਰ। ਹੁਣ ਅਗਲੀ ਇਲੈਕਸ਼ਨ ਆ ਰਹੀ ਹੈ, ਹੁਣ ਦੇਖ ਲਓ ਪਤਾ ਨਹੀਂ ਕੀ ਪੈਂਤੜਾ ਵੱਜਦਾ, ਕੀ ਕਰਦੇ ਹੈਗਾ ਕਿ ਉਹਨਾਂ ਨੇ ਫਿਰ ਵੀ ਨਾ ਕਿਤੇ ਇਸ ਤਖਤ 'ਤੇ ਤੀਜੀ ਵਾਰ ਵੀ ਬਹਿ ਜਾਣ, ਕਿਉਂਕਿ ਲੋਕਾਂ ਲਈ ਕੰਮ ਕਰ ਰਿਹਾ, ਬੜਾ ਕੁਝ ਹੋ ਰਿਹਾ। ਔਰ ਰਾਹੁਲ ਗਾਂਧੀ ਜੀ ਵੀ ਇਸੇ ਹੀ ਪੈਂਤੜੇ 'ਤੇ ਪਏ ਆ। ਇਲੈਕਸ਼ਨ ਦਾ ਹੀ ਸਾਰਾ ਉਹਨਾਂ ਦੇ ਅੰਦਰ ਇੱਕ ਮਨਸੂਬਾ ਬਣਿਆ, ਉਹਦੇ ਲਈ ਡੋਰ ਟੂ ਡੋਰ ਗਏ ਆ, ਭਾਰਤ ਜੋੜੋ ਯਾਤਰਾ ਹੈਗੀ ਆ, ਹੈ ਨਾ, ਕੰਨਿਆ ਕੁਮਾਰੀ ਤੋਂ ਸਾਰੇ ਕਸ਼ਮੀਰ ਤੇ ਸਾਰੇ ਹਿੰਦੁਸਤਾਨ 'ਚ ਘੁੰਮ ਆਏ ਆ, ਪੈਦਲ ਯਾਤਰਾ ਕਰ ਰਹੇ ਆ। ਹੋ ਸਕਦਾ ਇਹਨਾਂ ਦੀ ਯਾਤਰਾ ਨੂੰ ਫਲ ਪੈ ਜੇ, ਕਿਉਂਕਿ ਉਹਨਾਂ ਨੇ ਅਰਦਾਸ ਕੀਤੀ ਹੈ ਸ੍ਰੀ ਹਰਿਮੰਦਰ ਸਾਹਿਬ ਜਾ ਕੇ, ਰੱਬ ਕੋ ਵਾਹਿਗੁਰੂ ਕੋ ਮੰਗਿਆ ਕਿ ਮੈਂ ਤੁਹਾਡੇ ਹੁਣ ਦਰਗਾਹ 'ਤੇ ਆ ਗਿਆ, ਤੁਹਾਡੇ ਲਈ ਸਿਜਦਾ ਕਰਦਾ ਵਾਂ, ਤੁਹਾਡੇ ਧਾਰਮਿਕ ਸਥਾਨ 'ਤੇ ਆ ਗਿਆ, ਮੈਨੂੰ ਵੀ ਇਸੇ ਤਰ੍ਹਾਂ ਦੀ ਚੀਜ਼ ਨਾਲ ਦੇ ਦਿਓ ਤਾਂ ਮੈਂ ਵੀ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾ। ਇਹ ਚੀਜ਼ਾਂ ਹੈਗੀਆਂ। ਔਰ ਇਹ ਮੁੰਡੇ ਦੀ ਦੇਖ ਲਓ ਗੱਲ, ਇਹ ਕਿਸੇ ਪਾਸੇ ਆ ਕੇ ਸਾਰਾ ਕੁਝ ਕਰਕੇ ਹੁਣ ਅੱਖ ਖੁੱਲ੍ਹੀ ਹੈ ਇਹਨਾਂ ਏਜੰਸੀਆਂ ਦੀ। ਪਰ ਜਦੋਂ ਇਹ ਕਰ ਰਿਹਾ ਸੀ ਸਾਰਾ ਕੰਮ, ਕਿੰਨੇ ਪੈਸਾ ਕਿੰਨਾ ਟਾਈਮ ਲਾਇਆ ਹੋਊਗਾ, ਉਦੋਂ ਕਿਸੇ ਨੂੰ ਨਹੀਂ ਪਤਾ, ਏਜੰਸੀਆਂ ਨੂੰ ਸਮਝ ਨਹੀਂ ਆਈ ਵੀ ਕਿੱਥੇ ਗਿਆ। ਬੇਸਿਕਲੀ ਜਦੋਂ ਕੰਮ ਕਰਦੇ ਨੇ, ਤਸਕਰੀ ਕਰਦੇ ਨੇ, ਉਹਨਾਂ ਦਾ ਹਿੱਸਾ ਤਾਂ ਇਹਨਾਂ ਨਾਲ ਹੁੰਦਾ। ਐਵੇਂ ਤਾਂ ਨਹੀਂ ਹੁੰਦਾ ਚਿੱਟੇ ਦਿਨ ਸਾਰਾ ਕੁਝ ਵੇਚੀ ਜਾਣਗੇ ਵੀ ਇੱਧਰੋਂ ਚਿੱਟਾ ਮਿਲਦਾ ਵਾ, ਇੱਧਰੋਂ ਹੈਰੋਇਨ ਮਿਲਦੀ ਆ, ਇੱਧਰੋਂ ਡੋਡੇ ਮਿਲਦੇ, ਇੱਧਰੋਂ ਅਫੀਮ ਮਿਲਦੀ ਹੈ। ਸਾਰਾ ਕੁਝ ਜਦੋਂ ਹੁੰਦਾ ਵਾ ਏਜੰਸੀ ਨੂੰ, SHO ਨੂੰ ਖੁਦ ਪਤਾ ਹੁੰਦਾ, ਪਰ ਉਦੋਂ ਕੋ ਉਹਦੇ ਧੌਣ ਨੱਪਦੇ ਆ ਜਦੋਂ ਕੋ ਹੱਥਾਂ 'ਚੋਂ ਨਿਕਲ ਜਾਂਦਾ, ਜਦੋਂ ਦੇਣੋਂ ਲੈਣੋਂ ਛੱਡ ਦਿੰਦਾ। ਇਹ ਗੱਲ ਹੈਗੀ। ਪਰ ਇਹਦੇ ਨਾਲ ਕਿੰਨਾ ਮਤਲਬ ਜੇ ਆਪਾਂ ਸਿੱਧੀ ਭਾਸ਼ਾ 'ਚ ਬੋਲੀਏ, ਮਾਹੌਲ ਖਰਾਬ ਹੋ ਗਿਆ। ਇਹ ਤਾਂ ਹੈ। ਨਸ਼ਿਆਂ ਦੇ ਆਦੀ, ਨੌਜਵਾਨੀ ਰੁਲ ਗਈ, ਨਿੱਕੇ ਨਿੱਕੇ ਬੱਚੇ ਇੰਜੈਕਸ਼ਨ ਹੱਥ 'ਚ ਫੜੇ ਹੋਏ ਨੇ, ਡੈਥ ਹੋ ਗਈ, ਇੰਜੈਕਸ਼ਨ ਨਹੀਂ ਲੱਗੇ ਉਹਨਾਂ ਕੋਲ। ਰੋਜ਼ ਦੀ ਦਿਹਾੜੀ ਆਪਾਂ ਪੜ੍ਹਦੇ ਹਾਂ ਭਾਈ ਦੇਖੋ ਹਾਲਾਤ ਨੇ, ਦੇਖੋ। ਔਰ ਹੈਰੋਇਨ ਵੇਚ ਰਹੇ ਹੋ, ਦੱਸੋ ਇਹ ਨੈਟਵਰਕ ਬੜਾ ਜ਼ਬਰਦਸਤ ਹੈ, ਕੁਝ ਨਹੀਂ ਪਤਾ ਨਾ, ਕਿਤੇ ਕੋਈ ਵੀ ਹੋ ਸਕਦਾ ਜਿਹੜਾ ਇਹ ਵੇਚਦਾ। ਜਿਵੇਂ ਹੁਣ ਇਹ ਚਾਹ ਦਾ ਖੋਖਾ ਇਹਦਾ ਇਹ ਵੇਚਦਾ ਪਿਆ, ਕੋਈ ਰਿਕਸ਼ੇ ਵਾਲਾ ਹੋ ਸਕਦਾ। ਇੱਥੋਂ ਤੱਕ ਜਿਹੜੇ ਇਹ ਮੰਗਦੇ ਨੇ ਨਾ ਬੈਗਰਸ, ਜਿਹਨੂੰ ਆਪਾਂ ਭਿਖਾਰੀ ਮੰਗਤੇ ਕਹਿੰਦੇ ਆ, ਹੋ ਸਕਦਾ ਬੈਗਰ ਬਣਿਆ ਹੋਵੇ, ਮੰਗਤਾ ਬਣਿਆ ਹੋਵੇ, ਲੇਕਿਨ ਨਸ਼ਾ ਸਪਲਾਈ ਕਰਦਾ ਹੋਵੇ। ਇਹ ਨੈਟਵਰਕ ਬੜਾ ਜ਼ਬਰਦਸਤ ਆ, ਜਿਹੜਾ ਇਹ ਨੈਟਵਰਕ ਨੂੰ ਤੋੜਨਾ ਬਹੁਤ ਲਾਜ਼ਮੀ ਹੈ, ਨਹੀਂ ਤੇ ਪੰਜਾਬ ਗਰਕ ਹੋ ਰਿਹਾ ਇਸ ਨਸ਼ੇ ਦੇ ਵਿੱਚ। ਬਿਲਕੁਲ ਸਹੀ ਗੱਲ ਹੈ। ਪੂਰਾ ਢੈਂਦੀਆਂ ਕਾਲੇ ਪਾਸੇ ਆ ਗਿਆ, ਜਿੱਥੇ ਕਿ ਗੁਰੂ ਸਾਹਿਬਾਨ ਨੇ ਉਪਦੇਸ਼ ਦਿੱਤਾ ਕਿ ਚੜ੍ਹਦੀ ਕਲਾ 'ਚ ਰਹੂਗਾ। ਪਰ ਇਸ ਵੇਲੇ ਪਤਾ ਨਹੀਂ ਕੀ ਕਰੋਪੀ ਹੋ ਗਈ ਹੈ, ਜਿੱਥੇ ਜਵਾਨੀ ਇਸ ਪਾਸੇ ਆ ਗਈ ਹੈ, ਜਿੱਥੇ ਜਵਾਨ ਇਸ ਨਸ਼ੇ 'ਚ ਗਰਕ ਹੋ ਰਿਹਾ, ਇਸ ਦਲਦਲ 'ਚ ਫਸ ਗਏ, ਉਹਨਾਂ ਦਾ ਨਿਕਲਣਾ ਬੜਾ ਔਖਾ, ਬਹੁਤ ਔਖਾ। ਇਹਦੇ ਵਿੱਚ ਪੁਲਿਸ ਇਕੱਲੀ ਕੁਝ ਨਹੀਂ ਕਰ ਸਕਦੀ, ਪੇਰੈਂਟਸ ਇਕੱਲੇ ਕੁਝ ਨਹੀਂ ਕਰ ਸਕਦੇ। ਜਿੱਥੇ ਯੂਥ ਕਲੱਬ ਨੇ ਜਿਹੜੇ ਪਿੰਡਾਂ 'ਚ, ਜਾਂ ਜਿੱਥੇ ਕਲੱਬ ਬਣੇ ਨੇ, ਜਾਂ ਜਿਹੜੀਆਂ ਧਾਰਮਿਕ ਏਜੰਸੀਆਂ ਨੇ,
ਸਾਡੀ ਐਸਜੀਪੀਸੀ ਬਹੁਤ ਵੱਡੀ ਧਾਰਮਿਕ ਏਜੰਸੀ ਹੈ, ਉਹਨਾਂ ਕੋਲ ਬਹੁਤ ਪੈਸਾ ਹੈਗਾ, ਬੜਾ ਕੁਛ ਉਹਨਾਂ ਕੋਲ ਕੰਮ ਲਈ ਲੋਕ ਵੀ ਹੈਗੇ ਆ, ਬੜੀਆਂ ਹੋਰ ਵੀ ਏਜੰਸੀਆਂ ਨੇ, ਬਾਹਰਲੇ ਦੇਸ਼ਾਂ 'ਚ ਪ੍ਰਵਾਸੀ ਭਾਰਤੀ ਨੇ ਸਾਡੇ ਬੈਠੇ, ਇਹ ਮਿਲ ਕੇ ਕੋਈ ਹਮਲਾ ਮਾਰਨਗੇ, ਯੂਨਾਈਟ ਹੋਣਗੇ ਅਤੇ ਕੰਮ ਨੂੰ ਰੋਕ ਸਕਦੇ ਆ, ਕਾਬੂ ਪਾ ਸਕਦੇ ਆ। ਜੇਕਰ ਇਕੱਲੇ ਪੁਲਿਸ 'ਤੇ ਰਵਾਂਗੇ, ਵਿਜੀਲੈਂਸ 'ਤੇ ਰਵਾਂਗੇ, ਪੰਜਾਬ ਪੁਲਿਸ ਤੋਂ ਇਲਾਵਾ ਹੋਰ ਏਜੰਸੀਆਂ 'ਤੇ ਰਵਾਂਗੇ, ਇਹ ਕੰਮ 'ਤੇ ਕਾਬੂ ਨਹੀਂ ਪਊਗਾ, ਕਿਉਂਕਿ ਇਹ ਹੁਣ ਸਿਰ ਤੋਂ ਪਾਣੀ ਨਿਕਲ ਚੁੱਕਿਆ। ਇਹ ਹੁਣ ਧਰਤੀ ਤੋਂ ਲੈ ਕੇ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਗੱਲ ਚਲੇਗੀ ਹੈ, ਕਿਉਂਕਿ ਇਸ ਵੇਲੇ ਸਿਰਫ ਅਤੇ ਸਿਰਫ ਇਹ ਹੋ ਰਿਹਾ ਕਿ ਸਾਹ ਲੈਣਾ ਔਖਾ ਹੋ ਰਿਹਾ ਪੰਜਾਬ ਦੀ ਧਰਤੀ 'ਤੇ, ਇਸ ਤਰ੍ਹਾਂ ਦਾ ਹੋ ਗਿਆ। ਕਿਸੇ ਪਾਸੇ ਕਤਲੋਗਾਰਤ ਆ, ਕਿਸੇ ਪਾਸੇ ਨਸ਼ਾਖੋਰੀ ਆ, ਕਿਸੇ ਪਾਸੇ ਝੂਠ ਤੂਫਾਨ ਆ, ਕਿਸੇ ਪਾਸੇ ਜ਼ਮੀਨਾਂ ਹਥਿਆਰ ਆ, ਕਈ ਚੀਜ਼ਾਂ ਦੇ ਜਿਹੜੇ ਗੈਂਗ ਬਣ ਚੁੱਕੇ ਆ। ਇਹਨਾਂ ਨੂੰ ਹੁਣ ਰੋਕਣਾ ਇਹ ਹੈਗਾ ਕਿ ਸੱਚੇ ਸੁੱਚੇ ਲੋਕ ਅੱਗੇ ਆਉਣ, ਜਿਨ੍ਹਾਂ ਦਾ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ, ਜਿਨ੍ਹਾਂ ਦਾ ਕਿਸੇ ਚੀਜ਼ ਨਾਲ ਕੋਈ ਲਾਲਸਾ ਨਹੀਂ, ਲਾਲਚ ਵਾਲੇ ਲੋਕ ਨਹੀਂ ਆਉਣਗੇ, ਫਿਰ ਨਹੀਂ ਕੁਝ ਬਣਦਾ। ਜਿਨ੍ਹਾਂ ਨੇ ਸੱਚੇ ਸੁੱਚੇ ਤਰੀਕੇ ਨਾਲ ਕੰਮ ਕਰਨਾ। ਸਹੀ ਗੱਲ ਹੈ। ਔਰ ਕਹਿੰਦੇ ਨੇ ਕਿ ਸਮੁੰਦਰਾਂ ਦੇ ਵਿੱਚ ਇੰਨੇ ਲੋਕ ਨਹੀਂ ਡੁੱਬੇ ਹੋਣਗੇ ਜਿੰਨੇ ਨਸ਼ਿਆਂ 'ਚ ਡੁੱਬ ਚੁੱਕੇ ਨੇ। ਇਹ ਤਾਂ ਹੈ, ਸਮੁੰਦਰ ਹੀ ਹੁੰਦਾ ਡੁੱਬਣ ਲਈ, ਤਾਂ ਪਾਣੀ ਹੈ, ਜਦੋਂ ਸਿਰ ਦੇ ਉੱਤੋਂ ਦੀ ਨਿਕਲ ਗਿਆ ਮਰ ਗਿਆ ਬੰਦਾ। ਬਿਲਕੁਲ ਸਹੀ ਆ। ਚਲੋ ਹੁਣ ਅੱਗੇ ਵਧੀਏ ਆਪਾਂ ਜੀ। ਚੰਡੀਗੜ੍ਹ ਦੇ ਮਕਾਨਾਂ ਨੂੰ ਅਪਾਰਟਮੈਂਟ ਵਿੱਚ ਬਦਲਣ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ। ਹਾਂ ਸਹੀ ਗੱਲ ਹੈ। ਪਹਿਲਾਂ ਵੈਸੇ ਤੁਹਾਨੂੰ ਪਤਾ ਹੈ ਖੰਨਾ ਜੀ ਤੇ ਪੰਜਾਬ ਦਾ ਜਿਹੜਾ ਚੰਡੀਗੜ੍ਹ ਆ, ਲੂਈ ਕਾਰਬੂਜ਼ਰ ਨੇ ਬਣਾਇਆ, ਜਿਹੜੇ ਇੱਥੋਂ ਦੇ ਹੈ ਸੀ ਮੂਰਤੀਕਾਰ, ਜਿਨ੍ਹਾਂ ਨੇ ਇਹਨੂੰ ਤਿਆਰ ਕੇ ਇਮਾਰਤ ਸਾਜੀ ਦਾ ਹੁਨਰ ਬਣਾਇਆ ਔਰ ਇਹਨੂੰ ਦੁਨੀਆ ਭਰ 'ਚ ਇੱਕ ਬੜਾ ਵੱਡਾ ਅਜੂਬਾ ਦੀ ਤਰ੍ਹਾਂ ਬਣਾਤਾ। ਪਰ ਇਹਦੇ ਪਿੰਡ ਉਜਾੜੇ ਗਏ ਉਸ ਵੇਲੇ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ, ਪ੍ਰਤਾਪ ਸਿੰਘ ਕੈਰੋਂ ਜਿਹੜੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਸੀ, ਇਹਨਾਂ ਨੇ ਰਲ ਕੇ ਇਹ ਵਿਉਂਤ ਬਣਾ ਕੇ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹ ਲਈ ਗਈ ਅਤੇ ਇੱਥੇ ਇਮਾਰਤ ਸਾਜੀ ਹੋਈ, ਇੱਥੇ ਕਲੋਨੀਆਂ ਬਣੀਆਂ, ਇੱਥੇ ਫੇਜ਼ 1 ਫੇਜ਼ 2 ਸੈਕਟਰ ਬਣੇ ਔਰ ਸੈਕਟਰ ਬਣਨ ਤੋਂ ਬਾਅਦ ਸਾਰਾ ਕੁਝ ਹੋਇਆ, ਵਸਣ ਲੱਗ ਪਿਆ। ਇਹ ਇੱਕ ਜ਼ਮਾਨਾ ਸੀ ਜਦੋਂ ਦੁੱਧ ਦੇਣ ਵਾਲੇ ਜਿਹੜੇ ਲੋਕ ਸੀ, ਦੁੱਧ ਵੇਚਣ ਵਾਲੇ ਜਾਂ ਹੋਰ ਹਾਕਰ ਸਾਈਕਲ 'ਤੇ ਜਾਂਦੇ ਸੀ, ਹੋਕਾ ਦਿੰਦੇ ਸੀ, ਤਾਂ ਉਹਨਾਂ ਨੂੰ ਫੜ ਲੈਂਦੇ ਸੀ ਵੀ ਤੁਸੀਂ ਲੋਨ ਲਓ, ਬੈਂਕਾਂ ਸਾਡੇ ਕੋਲ ਹੈਗੀਆਂ ਵਾ ਅਤੇ ਇੱਥੇ ਆ ਕੇ ਘਰ ਬਣਾਓ। ਇਹਦੇ ਲਈ ਲੋਕਾਂ ਨੂੰ ਵਸਾਉਣ ਲਈ ਬੜਾ ਕੁਝ ਉਹਨਾਂ ਨੂੰ ਤਰੱਦਦ ਕਰਨਾ ਪਿਆ। ਪਰ ਉਸ ਤੋਂ ਬਾਅਦ ਆ ਕੇ ਜਦੋਂ ਇੰਦਰਾ ਗਾਂਧੀ ਆਈ, ਉਹਨਾਂ ਨੇ ਕਿਹਾ ਕਿ ਪਿੰਡ ਨਾ ਜਾੜੋ, ਹੁਣ ਜਿਹੜੇ ਪਿੰਡ ਜਾੜੋਗੇ ਨਹੀਂ, ਇਹਦੇ ਵਿੱਚ ਉਹਨਾਂ ਸ਼ਹਿਰਾਂ ਨੂੰ, ਚੰਡੀਗੜ੍ਹ ਨੂੰ ਐਕਸਪੈਂਡ ਕਰ ਦਿਓ, ਕਰੋ, ਪਰ ਪਿੰਡ ਨਹੀਂ ਉਜਾੜਨੇ ਚਾਹੀਦੇ ਔਰ ਪਿੰਡ ਨਹੀਂ ਉਜਾੜੇ ਗਏ। ਪਰ ਹੁਣ ਫਿਰ ਇਹ ਦੁਬਾਰਾ ਆਫਤ ਆ ਗਈ ਆ ਕਿ ਇਹਦੇ ਵਿੱਚ ਅਪਾਰਟਮੈਂਟ ਦੁਬਾਰਾ ਬਣਾ ਰਹੇ ਸੀਗੇ ਅਤੇ ਉਹਦੇ ਵਿੱਚ ਨਵੇਂ ਮਕਾਨ ਨਵੇਂ ਬਣ ਰਹੇ ਸੀ ਅਤੇ ਪੁਰਾਣਿਆਂ ਨੂੰ ਤੋੜੀ ਜਾਂਦੇ ਸੀ। ਉਹ ਕਹਿੰਦੇ ਜਿਹੜਾ ਕਲਚਰ ਹੈਰੀਟੇਜ ਆ ਚੰਡੀਗੜ੍ਹ ਦਾ, ਉਹਨੂੰ ਨਾ ਤੋੜੋ, ਉਹਦੇ ਵਿੱਚ ਨਾ ਨੁਕਸਾਨ ਪਾਓ, ਉਹਨੂੰ ਐਸ ਸੱਚ ਰਹਿਣ ਦਿਓ, ਤਾਂ ਕਿ ਲੋਕ ਵੇਖਣਗੇ ਕਿ ਜਦੋਂ ਕਿ ਉਹਨਾਂ ਨੇ ਇਹਨੂੰ ਬਣਾਇਆ, ਜਿਹੜਾ ਨਕਸ਼ਾ ਬਣਾਇਆ ਉਹ ਕਿਸ ਤਰ੍ਹਾਂ ਦਾ ਸੀ ਔਰ ਚੰਡੀਗੜ੍ਹ ਨੂੰ ਕਿਸ ਤਰ੍ਹਾਂ ਦਾ ਉਸਾਰਨਾ। ਉਹਦੇ ਵਿੱਚ ਮੋਹਾਲੀ ਜੇ ਬਣ ਗਿਆ, ਨਿਊ ਚੰਡੀਗੜ੍ਹ ਵੀ ਸੀਗਾ, ਪਰ ਪੁਰਾਣਾ ਚੰਡੀਗੜ੍ਹ ਜਿਹੜਾ ਉਹਦਾ 17 ਸੈਕਟਰ 'ਤੇ ਵੇਖਣ ਵਾਲਾ ਹੈਗਾ ਸੈਨਾ, ਉਹਦੇ ਵਿੱਚ ਕਿੰਨਾ ਮਾਰਕੀਟ ਹੈ, ਕਿੰਨਾ ਕੁਛ ਹੈਗਾ, 23 ਸੈਕਟਰ 43 ਸੈਕਟਰ ਬੱਸ ਸਟੈਂਡ ਉਹਦੇ ਵਿੱਚ ਹੈਗਾ ਔਰ ਉਹਦੇ ਵਿੱਚ ਜਿਹੜੀ ਹੈਗੀ ਆ ਗਰੀਨਰੀ ਵੇਖਣ ਵਾਲੀ ਹੈਗੀ, ਬਿਲਕੁਲ ਸਹੀ ਹੈ ਨਾ, ਰੋਜ਼ ਗਾਰਡਨ ਕਿੰਨਾ ਅੱਛਾ ਹੈਗਾ, ਸਾਰਾ ਕੁਛ ਹੈਗਾ, ਜਿਹਦੇ ਵਿੱਚ ਵੇਖਣ ਲਈ ਦੁਨੀਆ ਵੇਖਣ ਜਾਂਦੀ ਚੰਡੀਗੜ੍ਹ ਨੂੰ। ਪਰ ਜੇ ਕੁਛ ਅਪਾਰਟਮੈਂਟ ਬਣਾਉਣ ਲਈ ਮਕਾਨ ਤੋੜੇ ਗਏ, ਹੈ ਨਾ, ਸਾਰਾ ਕੁਛ ਤੋੜ ਫੋੜ ਲੱਗ ਗਈ, ਅਤੇ ਫਿਰ ਉਹਦੀ ਦਿੱਖ 'ਚ ਉਹ ਚਿਹਰਾ ਮੋਰਾ ਉਹ ਨਹੀਂ ਰਹਿਣਾ ਜੋ ਕੁਛ ਲੂਈ ਕਾਰਬੂਜ਼ਰ ਬਣਾਉਣਾ ਚਾਹੁੰਦੇ ਸੀ। ਬਿਲਕੁਲ ਸਹੀ ਗੱਲ ਹੈ। ਔਰ ਸਭ ਤੋਂ ਮੈਨੂੰ ਖੂਬਸੂਰਤ ਲੱਗਦਾ ਹੁੰਦਾ ਚੰਡੀਗੜ੍ਹ ਦੇ ਵਿੱਚ ਜੋ ਨੇਕ ਚੰਦ ਜੀ ਨੇ ਬਣਾਇਆ ਰੌਕ ਗਾਰਡਨ, ਉਹ ਵੀ ਟੁੱਟੀਆਂ ਹੋਈਆਂ ਚੀਜ਼ਾਂ ਦਾ, ਟੁੱਟੀਆਂ ਫੁੱਟੀਆਂ ਚੀਜ਼ਾਂ ਤੋਂ ਬਣਾ ਕੇ ਕਿੰਨਾ ਵਧੀਆ ਨਕਸ਼ਾ ਬਣਾ ਕੇ ਲੋਕ ਵੇਖਣ ਜਾਂਦੇ ਜੇ ਵੀ ਕਿ ਕੀ ਕੁਛ ਬਣਾ ਕੇ, ਕਿੰਨਾ ਕ੍ਰੀਏਸ਼ਨ ਕੀਤੀ ਉਹਨਾਂ ਨੇ, ਕਿੰਨੀ ਕ੍ਰੀਏਸ਼ਨ ਹੈ ਔਰ ਸੇਧ ਦਿੱਤੀ ਹੈ। ਹੁਣ ਵੀ ਚੀਜ਼ਾਂ ਬਣ ਰਹੀਆਂ ਨੇ, ਪਰ ਸ਼ੁਰੂਆਤ ਤੇ ਨੇਕ ਚੰਦ ਜੀ ਨੇ ਬੜਾ ਨੇਕ ਕੰਮ ਕੀਤਾ, ਜਿੱਦਾਂ ਦਾ ਨਾਂ ਉੱਦਾਂ ਦਾ ਕੰਮ। ਬਿਲਕੁਲ ਨੇਕ ਚੰਦ ਜੀ। ਸੋ ਆਪਾਂ ਅੱਗੇ ਵਧੀਏ। ਅੱਗੇ ਹੈ ਜੀ ਕਿ ਜੋਸ਼ੀ ਮੱਠ ਦੇ ਹੋਟਲ ਨੂੰ ਢਾਉਣ ਲਈ ਪ੍ਰਸ਼ਾਸਨ ਨੇ ਵਿੱਢੀ ਕਾਰਵਾਈ। ਉਹ ਤਾਂ ਬੜੀ ਵੱਡੀ ਖਬਰ ਹੈ ਕਿ ਜ਼ਮੀਨ ਧੱਸ ਰਹੀ ਹੈ, 2.5 ਇੰਚ ਤੋਂ 2.5 ਫੁੱਟ ਕਿਤੇ ਤਾਂ ਕਿਤੇ ਜ਼ਮੀਨ ਥੱਲੇ ਨੂੰ ਜਾ ਰਹੀ, ਤਰੇੜਾਂ ਆ ਗਈਆਂ ਜ਼ਮੀਨ 'ਚ। ਜਦੋਂ ਤਰੇੜਾਂ ਆਉਣ ਨਾਲ ਮਕਾਨ ਖਿਸਕ ਗਏ ਆ, ਘਰ ਟੁੱਟ ਗਏ ਆ, ਉਹਦੇ 'ਚ ਹੋਟਲ ਤਾਂ ਨੈਚੁਰਲੀ ਟੁੱਟਣਗੇ, ਕੋਈ ਹੋਟਲ ਨਾਲ ਦੇ ਬਿਲਡਿੰਗ ਵੱਡੀ ਵੀ ਹੁੰਦੀ ਹੈ ਔਰ ਜਿੱਥੇ ਬਿਲਡਿੰਗ ਭਾਰੀ ਉਹ ਤਾਂ ਬਿਲਕੁਲ ਥੱਲੇ ਨੂੰ ਗਈ ਔਰ ਉਹਨੂੰ ਹੁਣ ਇਹਨਾਂ ਤੋੜ ਫੋੜ ਕਰ ਦਿੱਤਾ। ਉਹਦੇ ਵਿੱਚੋਂ ਜੋ ਸਮਾਨ ਅੱਛਾ ਵਾ ਕੱਢ ਵੀ ਰਹੇ, ਇੱਕ ਸਾਈਡਾਂ 'ਤੇ ਲਾ ਰਹੇ ਆ, ਪਰ ਬਹੁਤ ਜਿਹੜੇ ਭੂ ਵਿਗਿਆਨੀ ਆ ਨਾ, ਜਿਹੜੇ ਸਾਇੰਟਿਸਟ ਆ, ਉਹਨਾਂ ਨੇ ਸੋਚਿਆ, ਉਹ ਕਹਿੰਦੇ ਇਹ ਗੱਲ ਜਿਹੜੀ ਹੁਣ ਇਸ ਵੇਲੇ ਮਕਲੋਡਗੰਜ ਧਰਮਸ਼ਾਲਾ 'ਚ ਹੈ ਨਾ, ਹਿਮਾਚਲ 'ਚ, ਉੱਥੇ ਵੀ ਪ੍ਰੋਬਲਮ ਆ ਰਹੀ ਹੈ। ਉਹਨਾਂ ਨੇ ਪਹਿਲੋਂ ਅਲਰਟ ਕਰ ਦਿੱਤਾ ਕਿ ਇਹਨੂੰ ਬਚਾਉਂਦਿਆਂ ਜਿਹੜਾ ਇਹ ਵੀ ਏਰੀਆ ਥੱਲੇ ਧੱਸਣਾ ਜਾ ਰਿਹਾ। ਇੱਕ ਤਾਂ ਅਰਥਕੁਏਕ ਆਉਂਦਾ ਨਾ, ਭੂਚਾਲ ਆਉਂਦਾ, ਉਦੋਂ ਜ਼ਮੀਨ ਖਿਸਕਦੀ ਆ, ਉਹਦੇ 'ਚ ਤਰੇੜਾਂ ਪੈਂਦੀਆਂ, ਹੈ ਨਾ, ਉਹਦੇ 'ਚ ਬੜਾ ਕੁਛ ਬਿਲਡਿੰਗਾਂ ਟੁੱਟਦੀਆਂ। ਪਰ ਇਹ ਤਾਂ ਉਦੋਂ ਪਹਿਲੋਂ ਹੌਲੀ ਹੌਲੀ ਖਿਸਕਣ ਲੱਗ ਪਈ ਥੱਲੇ ਨੂੰ। ਇਹ ਨੇਪਾਲ ਦੇ ਵਿੱਚ ਵੀ ਬਹੁਤ ਵਾਰੀ ਹੋਇਆ, ਜਾਪਾਨ 'ਚ ਆਲਮੋਸਟ ਹੁੰਦਾ ਰਿਹਾ। ਜਾਪਾਨ ਦੇ ਵਿੱਚ ਅਰਥਕੁਏਕ ਬਹੁਤ ਆਉਂਦੇ ਰਹੇ। ਤੁਹਾਨੂੰ ਪਤਾ ਨਾ ਕਿ ਇੱਕ ਜ਼ਮਾਨਾ ਸੀ ਉੱਥੇ ਜਿਹੜੇ ਮਕਾਨ ਬਣੇ ਸੀ ਵੀਲ 'ਤੇ ਵੀ ਬਣਦੇ ਰਹੇ, ਵੀਲ 'ਤੇ ਵੀ, ਔਰ ਇਹ ਫੌਰੀ ਤੌਰ 'ਤੇ ਤੋੜ ਲੈਂਦੇ ਸੀ ਉਹਨੂੰ, ਫੋਲਡਿੰਗ ਘਰ ਵੀ ਬਣਦੇ ਰਹੇ, ਜਦੋਂ ਬਣਾ ਕੇ ਫਿਰ ਤੋੜ ਲੈਂਦੇ ਸੀ। ਬੜੇ ਅਰਥਕੁਏਕ ਆਏ, ਪਰ ਫਿਰ ਵੀ
ਜਾਪਾਨ ਅਜੇ ਵੀ ਦੇਖ ਲਓ ਆਪਣੇ ਪੈਰਾਂ ਸਿਰ ਹੋ ਕੇ ਕਿਤੇ ਤੱਕ ਕਿਤੇ ਪਹੁੰਚਿਆ। ਬਿਲਕੁਲ ਸਰ। ਵਰਲਡ ਵਾਰ ਨੂੰ ਫੇਸ ਕੀਤਾ, ਕਈ ਕੁਛ ਕੀਤਾ, ਪਰ ਹੁਣ ਇਹਦੇ ਵੱਲ ਇਹਨਾਂ ਨੇ ਪਹਿਲਾਂ ਜੋਸ਼ੀਮਠ ਵੱਲ ਵੇਖ ਲਿਆ। ਇਹਨਾਂ ਨੇ ਉੱਤਰਾਖੰਡ ਦਾ ਇਹ ਕੁਛ ਏਰੀਆ ਜਿਹਨੂੰ ਇਹਨਾਂ ਨੇ ਪਹਿਲਾਂ ਵੇਖ ਲਿਆ ਵੀ ਇਹਨੂੰ ਨੁਕਸਾਨ ਤੋਂ ਕਿਸ ਤਰ੍ਹਾਂ ਬਚਾਉਣਾ। ਅਜੇ ਜਾਨੀ ਮਾਲੀ ਨਾ ਮਾਲ ਜਿਹੜਾ ਨਹੀਂ ਵਿਗੜਿਆ, ਕੋਈ ਇਹਨਾਂ ਨੁਕਸਾਨ ਨਹੀਂ ਹੋਇਆ, ਮੌਤਾਂ ਨਹੀਂ ਕੁਛ ਹੋਈਆਂ, ਬੰਦੇ ਬਚ ਗਏ ਆ। ਪਰ ਇਸ ਕਰਕੇ ਕਿ ਪਹਿਲਾਂ ਇਹਨਾਂ ਨੂੰ ਭੋਗ ਗਿਆ, ਇਹਨਾਂ ਨੂੰ ਪਤਾ ਲੱਗ ਗਿਆ, ਅਲਰਟ ਕਰਤੇ ਉਹਨਾਂ ਨੇ, ਜਿਹੜੇ ਘਰ ਵਿਹਲੇ ਕਰਤੇ, ਉਹਦੇ 'ਚੋਂ ਲੋਕ ਆਪਣੇ ਸਮਾਨ ਅਸਬਾਬ ਲੈ ਕੇ ਬਾਹਰ ਆ ਗਏ। ਪਰ ਫਿਰ ਵੀ ਉਹ ਕਿੰਨੀ ਦੇਰ ਛੱਤਾਂ ਤੇ ਥੱਲੇ ਰਹਿਣਗੇ। ਸਹੀ ਚਲੋ ਸਭ ਠੀਕ ਰਵੇ, ਅਸੀਂ ਤਾਂ ਇਹ ਅਰਦਾਸ ਕਰ ਸਕਦੇ ਹਾਂ। ਪਰ ਇਹ ਜੋੜਾ ਨਾ ਪਹਿਲਾਂ ਉਸਾਰੀਆਂ ਤੇ ਫਿਰ ਢਾਉਣਾ ਬੜਾ, ਉਸਾਰਨਾ ਤਾਂ ਬੜਾ ਔਖਾ, ਢਾਉਣਾ ਬੜਾ ਕਿਹੜਾ ਸੌਖਾ। ਬਿਲਕੁਲ ਢਾਉਣਾ ਤਾਂ ਵੈਸੇ 2 ਮਿੰਟ 'ਚ ਢਾਹ ਹੀ ਦਿੰਦੇ ਆ, ਬਾਕੀ ਜਦੋਂ ਉਸਾਰਦੇ ਚੀਜ਼ ਨੂੰ ਉਸਰਨਾ ਬਹੁਤ ਔਖਾ। ਹੁਣ ਇੱਥੇ ਵੀ ਉਹੀ ਚੀਜ਼ ਆ ਰਹੀ ਹੈ, 370 ਲਾ ਕੇ ਜੰਮੂ ਕਸ਼ਮੀਰ ਦੇ ਵਿੱਚ ਉਹ ਢਾਹ ਦਿੱਤਾ ਸਾਰਾ। ਤੋੜਤਾ, 370 ਹਟਾਤੀ ਔਰ ਯੂਨੀਅਨ ਟੈਰੀਟਰੀ ਬਣਾ ਦਿੱਤੀ। 370 ਧਾਰਾ ਦਾ ਹੀ ਸਾਰਾ ਝਗੜਾ ਸੀ। ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਕਹਿੰਦੇ ਨੇ ਮੁੜ ਤੋਂ ਇਲੈਕਸ਼ਨਸ ਹੋਣ ਤਾਂ ਨੈਸ਼ਨਲ ਕਾਨਫਰੰਸ ਆਗੂ ਜਿਹੜੇ ਨੇ ਉਮਰ ਅਬਦੁੱਲਾ ਇਹ ਗੱਲ ਕਹਿ ਰਹੇ ਨੇ ਕਿ ਲੋਕਾਂ ਦਾ ਅਧਿਕਾਰ ਹੈ ਡੈਮੋਕ੍ਰੇਸੀ ਬਹਾਲ ਕੀਤੀ ਜਾਏ, ਇਲੈਕਸ਼ਨਸ ਹੋਣ। ਸੋ ਇਹਦੇ ਉੱਤੇ ਇਹ ਗੱਲ ਵੈਸੇ ਕਿਹਾ ਇਹਨਾਂ ਨੇ, ਠੀਕ ਕਿਹਾ, ਕਿਉਂਕਿ ਉੱਥੇ ਜਦੋਂ ਤੁਸੀਂ ਦੱਸਿਆ ਯੂਨੀਅਨ ਟੈਰੀਟਰੀ ਦਾ ਰੂਪ ਦੇ ਦਿੱਤਾ, ਸਾਰਾ ਕੁਝ ਹੋ ਗਿਆ, 370 ਜਿਹੜਾ ਉਹਨਾਂ ਨੇ ਲਾਗੂ ਕਰ ਦਿੱਤਾ, ਉਹਦੇ ਵਿੱਚ 370 ਦਾ ਕਿਸੇ ਨੂੰ ਬਹੁਤਾ ਫਾਇਦਾ ਨਹੀਂ ਹੋਇਆ। ਇਹਨਾਂ ਕਿਹਾ ਇਹ ਵਪਾਰ ਹੋ ਜਾਊਗਾ, ਜ਼ਮੀਨ ਲੋਕ ਉੱਥੋਂ ਆ ਕੇ ਲੈਣਗੇ। ਇੱਕ ਜ਼ਮਾਨਾ ਸੀਗਾ 2 ਕਮਿਊਨਿਟੀ ਦੀ ਆਪਸੀ ਲੜਾਈ ਦੇ ਕਰਕੇ, ਇੱਕ ਕਮਿਊਨਿਟੀ ਉੱਥੋਂ ਨਿਕਲ ਗਈ 1990 'ਚ, ਜਿਹੜੀ ਇੱਕ ਹਿੰਦੂ ਕਮਿਊਨਿਟੀ ਆ, ਮੁਸਲਮਾਨਾਂ ਦਾ ਆਪਸੀ ਹੋਇਆ, ਉਹ ਵਿਚਾਰੇ ਕਸ਼ਮੀਰੀ ਜਿੰਨੇ ਸੀ ਇੱਥੇ ਆ ਗਏ, ਪੰਜਾਬ 'ਚ ਆ ਗਏ, ਬਾਕੀ ਦੂਜੇ ਸੂਬਿਆਂ 'ਚ ਆ ਗਏ, ਉਹਨਾਂ ਨੂੰ ਜੌਬ ਤੇ ਨਾ ਦਿੱਤੀਆਂ, ਘਰੋਂ ਬੇਕਾਰ ਹੋ ਗਏ। ਹੁਣ ਤੀਜਾ ਵਾਸਤਾ ਜਿਹੜਾ 370 ਆਰਟੀਕਲ ਆ ਗਿਆ, ਉਹਦੇ 'ਚ ਤਰਮੀਮ ਕਰਤੀ, ਸੰਵਿਧਾਨ ਦੇ ਵਿੱਚ ਸਾਰਾ ਕੁਝ ਕਰਤਾ ਕਿ ਲੋਕ ਬਾਹਰਲੇ ਵੀ ਆ ਕੇ ਇੱਥੇ ਆਪਣੀ ਜ਼ਮੀਨ ਲੈ ਸਕਦੇ ਆ, ਔਰ ਜ਼ਮੀਨ ਲੈਣ ਵਾਲਿਆਂ ਦੇ ਇੱਥੇ ਆ ਕੇ ਆਪਣੀ ਨੌਕਰੀਆਂ ਕਰਨਗੇ, ਸਾਰਾ ਕੁਝ ਕਰਨਗੇ। ਇਸ ਕਸ਼ਮੀਰ ਨੂੰ ਫਿਰ ਬਾਗੋ ਬਾਗ ਕਰਾਂਗੇ, ਪਰ ਉਹ ਰਿਹਾ ਉੱਥੇ ਦਾ ਉੱਥੇ ਹੀ। ਹੁਣ ਉਹ ਉਮਰ ਅਬਦੁੱਲਾ ਨੇ ਕਹਿਤਾ ਕਿ ਜੇ ਅਸੀਂ ਬੈਗਰ ਤਾਂ ਨਹੀਂ ਕਿ ਅਸੀਂ ਕਹਾਂਗੇ ਕਿ ਇਲੈਕਸ਼ਨ ਕਰਵਾਉਣੀ ਆ, ਇਲੈਕਸ਼ਨ ਹੋਣੀ ਚਾਹੀਦੀ ਆ। ਉਹਨਾਂ ਨੂੰ ਪਤਾ ਕਿ ਜਿੱਤਣਾ ਅਸੀਂ ਆ, ਕਿਉਂਕਿ ਉਹਨਾਂ ਕੋਲ ਹੈ ਹੀ ਆ, ਜਿਸ 'ਚ ਮਹਿਬੂਬਾ ਜਿਹੜੀ ਮੁਫਤੀ ਆ, ਉਹ ਵੀ ਦੂਜੀ ਪਾਰਟੀ ਵੀ ਉਹਦੀ GDP ਹੈਗੀ ਆ। ਗੱਲ ਇਹ ਹੈ ਨਾ, 2 ਪਾਰਟੀਆਂ ਮੇਨ ਪਾਰਟੀਆਂ ਉੱਥੇ ਕਸ਼ਮੀਰ 'ਚ। ਹਾਂ, ਤੁਸੀਂ ਕਹਿਣਾ ਚਾਹੁੰਦੇ ਕੁਝ? ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਹੋਰ ਕੁਝ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਜਿਹੜੇ ਵੱਡੇ ਵੱਡੇ ਕਾਰਪੋਰੇਟਸ ਨੇ ਨਾ, ਉਹ ਕਸ਼ਮੀਰ ਦੇ ਸੇਬਾਂ ਤੱਕ ਤੇ ਕਸ਼ਮੀਰ ਦੇ ਫਲਾਂ ਤੱਕ ਜ਼ਰੂਰ ਪਹੁੰਚ ਗਏ ਨੇ। ਉੱਥੇ ਆਪਣੇ ਸਟicker ਲਗਾ ਕੇ ਉਹਨਾਂ ਨੇ ਮਾਰਕੀਟ 'ਚ ਉਤਾਰ ਦਿੱਤੇ ਨੇ। ਇਸ ਵਕਤ ਜਿਹੜਾ ਸੇਬ ਦਾ ਰੇਟ ਹੈ ਬਹੁਤ ਹਾਈ ਫਾਈ ਰਿਹਾ ਹੈ, ਬਹੁਤ ਡਾਊਨ ਨਹੀਂ ਆਇਆ ਇਸ ਵਾਰ ਸੀਜ਼ਨ ਦੇ। ਹੁਣ ਤਾਂ ਖੈਰ ਸਟੋਰ ਦੇ ਹੀ ਆ ਰਹੇ ਨੇ, ਉਹ ਸਭ ਕੁਝ ਹੀ ਸਟੋਰ 'ਚ ਪਾ ਦਿੱਤਾ ਗਿਆ। ਉਹ ਰਸੀਲੇ ਜਿਹੜੇ ਸਿਓ ਹੁੰਦੇ ਨੇ ਨਾ, ਉਹ ਖਾਣ ਵਾਸਤੇ ਇਸ ਵਾਰ ਮਿਲੇ ਨਹੀਂ ਹੈਗੇ। ਕਸ਼ਮੀਰ ਦੇ ਸੇਬ ਤਾਂ ਬਹੁਤ ਪਿਆਰੇ ਸੀ, ਸੁੱਕੇ ਹੋਏ ਹੀ ਮਿਲੇ ਨੇ, ਰਸ ਸੁੱਕਿਆ ਹੋਇਆ, ਕਿਉਂਕਿ ਸਟੋਰਾਂ 'ਚ ਪਾਇਆ ਹੋਇਆ, ਉਹ ਵੀ ਮਹਿੰਗਾ ਸੀ, ਮਹਿੰਗੇ ਮਿਲੇ, ਕਿਉਂਕਿ ਇਹ ਵੱਡੇ ਵੱਡੇ ਜਿਹੜੇ ਘਰਾਣੇ ਕਾਰਪੋਰੇਟਸ ਨੇ ਉਹਨਾਂ ਦੀ ਪਹੁੰਚ ਹੈ ਨਾ ਉੱਥੇ ਬਾਗ ਉਹਨਾਂ ਲੈ ਲਿਆ ਨਾ, ਬਾਗ ਉਹਨਾਂ ਖਰੀਦ ਲਿਆ। ਦੂਜਾ ਕੰਮ ਹੈਗਾ ਕਿ ਜਿਹੜੇ ਟੂਰਿਸਟ ਬਹੁਤ ਘੱਟ ਗਏ ਉੱਥੇ। ਜਿਹੜਾ ਕਸ਼ਮੀਰ ਦਾ ਲਾਲ ਚੌਕ ਹੈ ਨਾ, ਤਾਂ ਉੱਥੇ ਉਹ ਭਰਿਆ ਹੁੰਦਾ ਸਾਰਾ ਕੁਝ, ਔਰ ਉੱਥੇ ਝੀਲਾਂ 'ਚ ਲੋਕ ਜਾ ਕੇ ਆਪਣੀ ਕਿਸ਼ਤੀਆਂ ਚਲਾਉਂਦੇ ਸੀ, ਬਹੁਤ ਕੁਝ ਵੇਖਣ ਵਾਲਾ। ਵੈਸੇ ਤਾਂ ਇਹ ਇੰਡੀਆ ਦਾ ਸਵਿਟਜ਼ਰਲੈਂਡ ਹੈ, ਇੰਨਾ ਅੱਛੀ ਫਲਾਵਰ ਹੈ ਇੱਥੇ, ਜਿੱਥੇ ਲੋਕ ਘੁੰਮਦੇ ਆ, ਬਹੁਤ ਵਧੀਆ ਤਰੀਕੇ ਨਾਲ ਜਾ ਕੇ ਵੇਖਦੇ ਸੀ, ਬੱਚੇ ਲੈ ਕੇ ਜਾਂਦੇ। ਹਰ ਮੁੰਡਾ ਨਵਾਂ ਵਿਆਹ ਤੋਂ ਬਾਅਦ ਕਸ਼ਮੀਰ ਜਾਂਦਾ ਸੀ, ਘੁੰਮਣ ਜਾਂਦਾ ਸੀ ਉੱਥੇ, ਔਰ ਜਾ ਕੇ ਉੱਥੋਂ ਦੀ ਜਿਹੜੀ ਵੀ ਕੁਦਰਤੀ ਆਬ ਹਵਾ ਉਹਨੂੰ ਮਾਣਦੇ ਸੀ ਲੋਕ ਜਾ ਕੇ। ਫੁੱਲ ਬੜੇ ਤਰ੍ਹਾਂ ਦੇ ਲੋਕ ਉੱਥੇ ਹੈਗੇ, ਫੁੱਲ ਵੀ, ਔਰ ਬੜੀ ਤਰ੍ਹਾਂ ਦੇ ਉੱਥੇ ਜਿਹੜੇ ਕੇਸਰ ਦੀਆਂ ਕਿਆਰੀਆਂ ਬਹੁਤ ਅੱਛੀਆਂ, ਬਹੁਤ ਕੁਝ ਦੇਖਣ ਵਾਲਾ ਸੀਗਾ। ਪਰ ਹੁਣ ਆ ਜਦੋਂ ਪੋਲੀਟਿਕਸ ਆਉਂਦੀ ਆ ਨਾ, ਫਿਰ ਕੁਦਰਤ ਵੀ ਰੁੱਸ ਜਾਂਦੀ ਹੈ, ਕੁਦਰਤ ਨਾਲ ਵੀ ਜਿਹੜਾ ਉਹ ਖਿਲਵਾੜ ਹੋ ਜਾਂਦਾ। ਮੈਂ ਇੱਕ ਸਟੋਰੀ ਦੇਖ ਰਿਹਾ ਸੀਗਾ ਨੈਟ ਦੇ ਉੱਤੇ, ਇੱਕ ਛੋਟੀ ਜਿਹੀ ਡਾਕੂਮੈਂਟਰੀ ਸੀ। ਉਹਦੇ 'ਚ ਇੱਕ ਬੰਦਾ ਹੈ, ਸ਼ਾਇਦ ਡੈਨਮਾਰਕ ਦਾ ਹੈ, ਉਹਦੇ ਕੋਲ ਪੁਰਾਣੀਆਂ ਘੜੀਆਂ ਦੀ ਕਲੈਕਸ਼ਨ ਹੈ, ਔਰ ਉਹ ਘੜੀਆਂ ਦੀ ਕੀਮਤ ਕਰੋੜਾਂ 'ਚ ਹੋਏਗੀ, ਕਲੈਕਸ਼ਨ ਹੈ। ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਇਹ ਦੇ ਕੇ ਜਾਵਾਂਗਾ ਕਿ ਮੇਰੇ ਤੋਂ ਬਾਅਦ ਜੇ ਕਦੀ ਪੈਸੇ ਦੀ ਲੋੜ ਪੈਂਦੀ ਹੈ, ਤੁਸੀਂ ਇਹ ਘੜੀਆਂ ਵੇਚ ਕੇ ਤੁਸੀਂ ਆਪਣਾ ਸੈਟਲ ਹੋ ਸਕਦੇ, ਕੋਈ ਪ੍ਰੋਬਲਮ ਨਹੀਂ ਹੈ। ਕਹਿੰਦਾ ਮੈਂ ਸਾਰਾ ਇਹੀ ਕਰਦਾ ਰਿਹਾ, ਬਾਕੀ ਉਹ ਕੰਪਨੀਜ਼ ਦੇ ਨਾਲ ਜੁੜਿਆ ਹੋਇਆ। ਉਹਦਾ ਇੱਕ ਸ਼ੌਕ ਹੈ, ਉਹ ਕੀ ਕਰਦਾ, ਉਹਨੇ ਗਊਆਂ ਪਾਲੀਆਂ ਹੋਈਆਂ ਨੇ ਡੈਨਮਾਰਕ ਦੇ ਵਿੱਚ, ਦੁੱਧ ਦਾ ਕੰਮ ਬਹੁਤ ਹੈ। ਉਹ ਤਰ੍ਹਾਂ ਤਰ੍ਹਾਂ ਦੇ ਫੁੱਲ ਖਵਾਉਂਦਾ ਉਹਨਾਂ ਨੂੰ, ਮੌਸਮ ਦੇ ਮੁਤਾਬਿਕ ਜਿੱਥੇ ਫੁੱਲ ਹੁੰਦੇ ਨੇ ਉਹਨੂੰ ਪੂਰੀ ਜਾਣਕਾਰੀ ਹੈ। ਫਿਰ ਉਹ ਫੁੱਲਾਂ ਦਾ ਖਵਾ ਕੇ ਉਹ ਕਹਿੰਦਾ ਕਿ ਜਿਹੜਾ ਇਹ ਦੁੱਧ ਦਿੰਦੀਆਂ ਨੇ ਉਹਨਾਂ 'ਚੋਂ ਮਹਿਕ ਹੁੰਦੀ ਹੈ ਉਹਨਾਂ ਫੁੱਲਾਂ ਦੀ, ਤੇ ਉਹ ਸਿਹਤ ਵਾਸਤੇ ਵਧੀਆ ਨੇ। ਫਿਰ ਉਸ ਦੁੱਧ ਦਾ ਮੈਂ ਚੀਜ਼ ਬਣਾਉਣਾ, ਪਨੀਰ, ਤੇ ਹਰ ਸੰਡੇ ਆਪਣੇ ਦੋਸਤਾਂ ਨੂੰ ਇਨਵਾਈਟ ਕਰਦਾ, ਕਹਿੰਦੇ ਅਸੀਂ ਚੀਜ਼ ਪਾਰਟੀ ਕਰਦੇ ਹਾਂ। ਤੇ ਜਿਹੜਾ ਉੱਥੇ ਗਿਆ ਹੋਇਆ ਸੀ ਜਰਨਲਿਸਟ ਨੂੰ ਮਿਲਣ ਵਾਸਤੇ, ਕਹਿੰਦਾ ਇਹਦਾ ਬਿਜ਼ਨਸ ਕਿਉਂ ਨਹੀਂ ਕਰ ਲੈਂਦੇ? ਕਹਿੰਦਾ ਲੁੱਕ, ਲਾਈਫ ਵਿੱਚ ਹਰ ਚੀਜ਼ ਦਾ ਬਿਜ਼ਨਸ ਨਹੀਂ ਕੀਤਾ ਜਾਂਦਾ। ਜੇ ਤੁਹਾਡੇ 10 ਸ਼ੌਕ ਨੇ ਨਾ, ਤੇ 10 ਸ਼ੌਕ ਵਿੱਚੋਂ 2 ਜਾਂ 3 ਚੀਜ਼ਾਂ ਦਾ ਬਿਜ਼ਨਸ ਕਰੋ, ਬਾਕੀ 6 ਤੋਂ 7 ਤੁਸੀਂ ਬਿਲਕੁਲ ਖੁੱਲ੍ਹੇ ਛੱਡੋ, ਤਾਂ ਕਿ ਜ਼ਿੰਦਗੀ ਦੇ ਵਿੱਚ ਉਹ ਰਸ ਬਣਿਆ ਰਹੇ। ਜ਼ਿੰਦਗੀ ਨੂੰ ਇੰਜੋਏ ਕਰਨਾ ਨਾ, ਸਿਰਫ ਪੈਸਾ ਤਾਂ ਨਹੀਂ ਨਾ ਕਮਾਉਣਾ,
ਸੋ 3-4 ਸ਼ੌਕ ਠੀਕ ਨੇ ਜਿਹੜੇ ਤੁਸੀਂ ਬਿਜ਼ਨਸ ਬਣਾ ਸਕਦੇ ਹੋ, ਬਾਕੀ ਸਾਰੇ 6-7 ਸ਼ੌਕ ਜਿਹੜੇ ਤੁਹਾਡੇ ਨੇ ਨਾ ਉਹਨਾਂ ਨੂੰ ਦੋਸਤਾਂ ਨਾਲ ਇੰਜੋਏ ਕਰੋ ਤਾਂ ਕਿ ਜ਼ਿੰਦਗੀ ਦਾ ਮਜ਼ਾ ਲਓ। ਕਹਿੰਦੇ ਮੈਂ ਹੁਣ ਚੀਜ਼ ਬਣਾਉਣ ਦਾ ਜਿਹੜਾ ਸ਼ੌਕ ਹੈ ਨਾ, ਲੋਕਾਂ ਨੂੰ ਖਵਾਉਣ ਦਾ ਸ਼ੌਕ ਹੈ ਮੈਨੂੰ, ਮੈਂ ਫਰੈਂਡਸ ਨੂੰ ਬੁਲਾਉਣਾ, ਉਹਨਾਂ ਦੇ ਵੀ ਅੱਗੋਂ ਫਰੈਂਡਸ ਆਉਂਦੇ ਨੇ ਤੇ ਹਰ ਸੰਡੇ ਨੂੰ ਅਸੀਂ ਚੀਜ਼ ਪਾਰਟੀ ਕਰਦੇ ਹਾਂ, ਇੱਥੇ 3-4 ਘੰਟੇ ਸਟੇ ਕਰਦੇ ਨੇ, ਮੈਂ ਵੀ ਖੁਸ਼, ਮੇਰਾ ਪਰਿਵਾਰ ਵੀ ਖੁਸ਼, ਮੇਰੇ ਦੋਸਤ ਵੀ ਖੁਸ਼, ਔਰ ਮੈਨੂੰ ਮਜ਼ਾ ਆਉਂਦਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਚੀਜ਼ ਖਵਾਉਣ ਦਾ, ਹਰ ਵਾਰ ਨਵਾਂ ਟੇਸਟ ਹੋਏਗਾ। ਸੋ ਜ਼ਿੰਦਗੀ ਨੂੰ ਜਿਉਣ ਦਾ ਮਜ਼ਾ ਹੈ ਹਰੇਕ ਦਾ, ਇਹ ਸਹੀ ਗੱਲ। ਹਰ ਚੀਜ਼ ਨੂੰ ਬਿਜ਼ਨਸ ਨਹੀਂ ਬਣਾਇਆ ਜਾ ਸਕਦਾ। ਮੇਰੇ ਖਿਆਲ ਨਾਲ ਜਿਹੜੇ ਨਾ ਫਲੋਰੀਕਲਚਰ ਡਿਪਾਰਟਮੈਂਟ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਆ, ਸਾਰੀ ਯੂਨੀਵਰਸਿਟੀ 'ਚ ਹੁੰਦਾ, ਫੁੱਲ ਉਗਾਉਂਦੇ ਵੀ ਆ। ਫੁੱਲਾਂ ਨੂੰ ਖਾਣਾ ਜਿਹੜਾ ਨਾ ਉਹ ਗਲਤ ਹੈ, ਫੁੱਲਾਂ ਨੂੰ ਵੇਖਿਆ ਜਾਂਦਾ, ਉਹ ਉਹਨਾਂ ਨੂੰ ਖਵਾਉਂਦਾ ਕੀਤਾ ਜਾਂਦਾ ਐਨੀਮਲਸ ਨੂੰ, ਕਿਤੇ ਵੀ ਉਹਨੇ ਦੱਸਿਆ ਹੈ ਮੈਨੂੰ। ਪਰ ਜਿਹੜਾ ਹੈਗਾ ਨਾ ਫੁੱਲਾਂ ਨੂੰ ਵੇਖਣ ਦਾ ਜਿਹੜਾ ਹੈਗਾ ਤੁਹਾਡਾ ਮਨ ਬਾਗੋ ਬਾਗ ਹੁੰਦਾ, ਸ਼ਾਇਦ ਉਹ ਉਹਨਾਂ ਦਾ ਕਲਚਰ ਹੋਵੇ, ਪਰ ਜੋ ਮੈਂ ਦੇਖ ਰਿਹਾ ਸੀ ਉਹ ਮੈਂ ਦੱਸ ਰਿਹਾ ਤੁਹਾਨੂੰ। ਫੁੱਲ ਤਾਂ ਸਾਰੇ ਦੇਸ਼ਾਂ 'ਚ ਲੋਕ ਇੰਜੋਏ ਕਰਦੇ ਨੇ ਨਾਲ ਸਾਰਾ ਹੀ। ਨਹੀਂ, ਕੋਈ ਜੰਗਲੀ ਫੁੱਲ ਹੋਣਗੇ, ਉਹਨੇ ਫੁੱਲ ਹੀ ਬੋਲੇ ਨੇ, ਕੋਈ ਜੰਗਲੀ ਫੁੱਲ ਹੋਣਗੇ, ਜੰਗਲੀ ਫੁੱਲ ਹੋਣਗੇ, ਸ਼ਾਇਦ ਉਹ ਖਾਣ ਵਾਸਤੇ ਹੀ ਹੋਣ, ਉਹ ਚਾਰੇ ਦੇ ਕੰਮ ਹੀ ਆਉਂਦੇ ਹੋਣ, ਉਹ ਚਾਰੇ ਦੇ ਵਿੱਚ ਮਿਲਾ ਕੇ ਉਹਨਾਂ ਨੂੰ ਦਿੰਦਾ। ਵੈਸੇ ਦੁੱਧ ਦੀ ਪੈਦਾਵਾਰ ਜਿਹੜੀ ਹੈ ਨਾ, ਕਈ ਤਰ੍ਹਾਂ ਦੇ ਸਾਇੰਟਿਸਟਾਂ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਅੱਗੇ ਇੱਕ ਸਾਇੰਟਿਸਟ ਸੀਗਾ ਹੋਇਆ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮਿਊਜ਼ਿਕ, ਜਦੋਂ ਇਹ ਪੱਠੇ ਖਾਂਦੀਆਂ ਨਾ ਗਾਵਾਂ, ਜਿੱਦਾਂ ਹਾਲੈਂਡ 'ਚੋਂ ਆਈਆਂ ਗਾਵਾਂ, ਤਾਂ ਉਹਨਾਂ ਦੇ ਮਿਊਜ਼ਿਕ ਇਹਨਾਂ ਦੇ ਨੇੜੇ ਰੱਖੋ, ਜਿਹਦੇ ਵਿੱਚ ਗੀਤ ਆ, ਕਲਾਸੀਕਲ ਹੋਵੇ, ਲਾਈਟ ਮਿਊਜ਼ਿਕ ਆ, ਗਜ਼ਲ ਚੱਲ ਰਹੀ ਆ। ਔਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ, ਜਿਹੜੇ ਮੱਝਾਂ ਤੇ ਗਾਵਾਂ ਜਿਹੜਾ ਪਹਿਲਾਂ ਦੁੱਧ ਦਿੰਦੀਆਂ ਉਹਦੇ ਨਾਲ 4-4 ਕਿਲੋ ਹੋਰ ਪ੍ਰੋਡਕਸ਼ਨ ਵੱਧ ਗਈ ਉਹਦੀ, ਕਿਉਂਕਿ ਸੰਗੀਤ ਦਾ ਅਸਰ ਸਭ ਤੇ ਪੈਂਦਾ। ਪੰਛੀ ਵੀ ਸੁਣਦੇ ਆ, ਜਿਵੇਂ ਗਿਟਾਰਾਂ, ਚਿੜੀਆਂ ਕਿੱਦਾਂ ਗਾਉਂਦੀਆਂ, ਦਰਖਤਾਂ ਦੇ ਉੱਤੇ ਅਸਰ ਪੈਂਦਾ। ਪੰਛੀ ਜਦੋਂ ਗਾਉਂਦੇ ਆ, ਮੋਰ ਦੇਖੋ, ਮੋਰ ਦੀ ਜਦੋਂ ਪਹਿਲਾਂ ਪਾਉਂਦਾ ਉਹਦਾ ਮਿਊਜ਼ਿਕ ਦੇਖੋ, ਔਰ ਤੁਸੀਂ ਖਿੜ ਜਾਓਗੇ ਆਪ ਵੀ। ਔਰ ਇਸੇ ਤਰ੍ਹਾਂ ਪਸ਼ੂ ਪੰਛੀ ਸਾਰਿਆਂ ਨੂੰ ਮਿਊਜ਼ਿਕ ਦੀ, ਸੰਗੀਤ ਦੀ ਭਾਸ਼ਾ ਤਾਂ ਹੁੰਦੀ ਨਹੀਂ। ਯੈਸ, ਇੱਕ ਵਾਰੀ ਕਿਸੇ ਨੇ ਐਕਸਪੈਰੀਮੈਂਟ ਵੀ ਕੀਤਾ ਸੀ ਜੀ, ਉਹਨੇ 5 ਬੂਟੇ ਇੱਕ ਪਾਸੇ ਲਾਏ, 5 ਇੱਕ ਪਾਸੇ, ਜਿਹੜੇ ਇੱਕ ਪਾਸੇ ਲਾਏ ਉਹਦੇ ਮਿਊਜ਼ਿਕ ਸੁਣਾਇਆ ਕਰੇ, ਦੂਜੇ ਨੂੰ ਨਹੀਂ ਸੁਣਾਉਣਾ, ਤੇ ਉਹ 6 ਮਹੀਨੇ ਬਾਅਦ ਜਿਹੜਾ ਉਹਨੂੰ ਮਿਊਜ਼ਿਕ ਸੁਣਾਉਂਦਾ ਸੀ ਉਹਦੀ ਗਰੋਥ ਜ਼ਿਆਦਾ ਸੀ। ਹਾਂ, ਸੰਗੀਤ ਤਾਂ ਫਿਰ ਸੰਗੀਤ ਦਾ ਅਸਰ ਪੈਂਦਾ ਹਰੇਕ ਤੇ। ਅੰਦਰੂਨੀ ਜਿਹੜੀਆਂ ਤੁਹਾਡੀਆਂ ਪੱਤੀਆਂ ਉਹਨਾਂ ਨੂੰ ਖੇਡ ਦਿੰਦਾ, ਬਾਹਰਲੀਆਂ ਪੱਤੀਆਂ ਤੇ ਖੇਡਣੀ ਹੈਗੀਆਂ, ਅੰਦਰੋਂ ਹੀ ਤੁਹਾਡਾ ਸਾਰਾ ਜਿਹੜੀ ਸੋਲ ਆ, ਤੁਹਾਡੀ ਰੂਹ ਆ, ਖਿੜ ਜਾਂਦੀ ਹੈ। ਅੰਦਰੂਨੀ ਪੱਤੀਆਂ ਖੇਡ ਦਿੰਦਾ। ਬਹੁਤ ਖੂਬਸੂਰਤ ਲਾਈਨ ਬੋਲੀ ਹੈ ਤੁਸੀਂ, ਇਹ ਕਿਤੇ ਇਸਤੇਮਾਲ ਕਰ ਸਕਦੇ ਆਪਾਂ, ਫਿਲਹਾਲ ਦੇ ਪ੍ਰੋਗਰਾਮ 'ਚ ਇਸਤੇਮਾਲ ਕਰ ਰਹੇ ਹਾਂ। ਖਿੜ ਜਾਣ ਫੁੱਲਾਂ ਦੀ ਪੱਤੀਏ, ਜੀ ਜੀ ਜੀ, ਗੀਤ ਹੈ ਬਹੁਤ ਵਧੀਆ। ਸੋ ਅੱਗੇ ਆਪਾਂ ਵਧੀਆ ਹੁਣ ਜ਼ਰੂਰ, ਤੇ ਅੱਗੇ ਹੈ ਕਿ ਲੰਘੇ ਵਰੇ 2022 ਵਿੱਚ ਸਭ ਤੋਂ ਵੱਧ ਰਹੀ ਪ੍ਰਦੂਸ਼ਿਤ ਸਾਡੀ ਜਿਹੜੀ ਦਿੱਲੀ ਹੈ ਰਾਜਧਾਨੀ। ਦਿਲ ਹਿੰਦੁਸਤਾਨ ਦਾ ਦਿਲ ਆ, ਪ੍ਰਦੂਸ਼ਣ ਹੋ ਗਿਆ ਉਹਦੇ 'ਚ। ਦਿੱਲੀ ਨੂੰ ਦਿਲ ਕਹਿੰਦੇ ਨਾ ਹਿੰਦੁਸਤਾਨ ਦਾ। ਜੀ ਜੀ ਜੀ। ਔਰ ਇਸ ਕਰਕੇ ਵੀ ਹੈਗਾ ਕਿ ਜਿਹੜੀ ਆਬੋ ਹਵਾ ਇੰਡੀਆ ਦੇ ਵੈਸੇ ਸਾਰੇ ਦੀ ਹੈ ਨਾ, ਜਿਹੜੀ ਸਾਹ ਲੈਣ ਦੀ ਜਿਹੜੀ ਪ੍ਰਕਿਰਿਆ, ਇਹਦੇ 'ਚ ਪੋਲੂਸ਼ਨ ਬਹੁਤ ਆ, ਜਿਹੜੀ ਸਾਡੇ 'ਚ ਕਾਰਬਨ ਜ਼ਿਆਦਾ ਹੋ ਰਹੀ ਹੈ, ਔਰ ਧੁੰਦ ਜਾਂ ਹੁਣ ਪੈ ਹੀ ਰਹੀ ਹੈ। ਇਹਦੇ ਵਿੱਚ ਪਰਾਲੀ ਸਾੜਨ ਦਾ ਵੀ ਕਾਰਨ ਹੈਗਾ, ਜਿਸ 'ਚ ਪਰਾਲੀ ਸਾੜੀ ਹੈ, ਹਰਿਆਣੇ 'ਚ ਵੀ ਚੜ੍ਹਦੀ ਰਹੀ, ਪੰਜਾਬ 'ਚ ਵੀ ਚੜ੍ਹਦੀ ਰਹੀ ਹੈ। ਔਰ ਇੱਕ ਪਾਪੂਲੇਸ਼ਨ ਵੀ ਓਵਰ ਉੱਥੇ ਹੈ, ਤਾਂ ਏਰੀਆ ਥੋੜ੍ਹਾ ਹੈਗਾ, ਬਿਜ਼ਨਸਮੈਨ ਉੱਥੇ ਹੈ ਨਾ, ਹਾਕਰ ਉੱਥੇ ਆ, ਹੈ ਨਾ, ਪੜ੍ਹਨ ਵਾਲੇ ਬੱਚੇ ਉੱਥੇ ਆ, ਇੰਪਲਾਈ ਸਾਰੇ ਉੱਥੇ ਆ। ਔਰ ਕਿੰਨੇ ਸਟੇਟਾਂ ਨੂੰ ਲੱਗਦਾ ਇੱਧਰੋਂ ਜਾ ਕੇ, ਤੁਸੀਂ ਇੱਧਰ ਦੇਖੋ ਫਰੀਦਾਬਾਦ ਆ, ਫਿਰ ਹੈ ਨਾ, ਫਿਰ ਇੱਧਰੋਂ ਆ ਕੇ ਦੇਖੋ ਹਰਿਆਣਾ ਵਾ, ਰਾਜਸਥਾਨ ਆ, ਪੰਜਾਬ ਆ, ਸਾਰੇ ਸਟੇਟ ਜਿਹੜੇ ਹੈਗੇ ਉੱਧਰ ਨੂੰ ਵੀ ਹੀਰਾਂ ਘੱਤ ਲੈਂਦੇ ਆ। ਔਰ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੋ ਗਈ, ਜਿੱਥੇ ਗੱਡੀਆਂ ਜ਼ਿਆਦਾ ਹੋਣਗੀਆਂ, ਨੋਇਜ਼ ਪੋਲੂਸ਼ਨ ਤੇ ਜਿਹੜਾ 에ਅਰ ਪੋਲੂਸ਼ਨ ਹੈ, ਦੋਵੇਂ ਚੀਜ਼ਾਂ ਜਿਹੜੀਆਂ ਆਪਸੀ ਟਕਰਾ ਜਾਂਦੀਆਂ। ਔਰ ਇਸੇ ਕਰਕੇ ਲੋਕਾਂ ਦਾ, ਬੱਚਿਆਂ ਦਾ ਜਿਹੜਾ ਵਧਣਾ ਫੁੱਲਣਾ, ਰਹਿਣਾ ਖਿੜਨਾ, ਫੁੱਲਾਂ ਦਾ ਜਿਹੜੀ ਹੁਣੇ ਗੱਲ ਕੀਤੀ ਆ, ਇਹ ਬਿਲਕੁਲ ਆਬ ਹਵਾ 'ਤੇ ਨਿਰਭਰ ਕਰਦਾ। ਅੱਛੀ ਆਬ ਹਵਾ, ਅੱਛੀ ਜਿਹੜੇ ਪਾਣੀ ਦੀ ਪੈਦਾਵਾਰ, ਪਾਣੀ ਆ ਰਿਹਾ ਜਿੰਨਾ, ਪਰ ਹੁਣ ਉੱਥੇ ਇਹ ਗੱਲ ਹੈਗੀ ਆ ਕਿ ਜਦੋਂ ਪੋਲੂਟਡ ਸਾਡੀ ਰਾਜਧਾਨੀ ਹੈ, ਫਿਰ ਲੋਕਾਂ ਦਾ ਉੱਥੇ ਜਾਣਾ ਵੀ ਔਖਾ ਹੁੰਦਾ, ਕਿਉਂਕਿ ਵੈਸੇ ਕੰਮ ਤਾਂ ਆਪਾਂ ਨੂੰ ਸਾਰਿਆਂ ਨੂੰ ਹੁੰਦੇ ਦਿੱਲੀ ਦੇ ਵਿੱਚ, ਕਿਉਂਕਿ ਸੁਪਰੀਮ ਕੋਰਟ ਉੱਥੇ ਆ, ਬਾਕੀ ਅਦਾਲਤਾਂ ਸਾਰੀਆਂ ਉੱਥੇ ਹੈਗੀਆਂ, ਹੈ ਨਾ, ਬਾਕੀ ਪਾਰਟੀਆਂ ਉੱਥੇ ਹੈਗੀਆਂ। ਸਾਡੀ ਆਪਣੀਆਂ ਜਿਹੜੀ ਉੱਥੋਂ ਦੇ ਮੁੱਖ ਮੰਤਰੀ ਅਤੇ ਇਹਨਾਂ ਦੇ ਨਾਲ ਸਾਰਾ ਅਮਲਾ ਫੈਲਾ ਵੀ ਦਿੱਲੀ ਜਾਂਦਾ ਰਹਿੰਦਾ ਹੈਗਾ। ਹਵਾਈ ਉਡਾਨਾਂ ਵੀ ਬਹੁਤ ਜਾਂਦੀਆਂ ਹੈਗੀਆਂ। ਸਾਡੇ ਜਿਹੜੇ ਮੁੰਡੇ ਆਉਂਦੇ ਆ ਕੈਨੇਡਾ ਤੋਂ, ਅਮਰੀਕਾ ਤੋਂ, ਹੈ ਨਾ, ਰਸ਼ੀਆ ਤੋਂ, ਸਾਰੇ ਆਉਂਦੇ ਲੈਂਡ ਤੋਂ ਉੱਥੇ ਕਰਦੇ ਦਿੱਲੀ, ਹੈ ਨਾ, ਅਤੇ ਉਸ ਏਅਰਪੋਰਟ ਤੋਂ ਬਾਅਦ ਫਿਰ ਅੱਗੇ ਗੱਡੀਆਂ ਚੱਲਦੀਆਂ, ਉਸ ਤੋਂ ਬਾਅਦ ਸਾਰੇ ਅੰਮ੍ਰਿਤਸਰ ਆਉਂਦੇ ਆ। ਫਿਰ ਇਹ ਚੀਜ਼ਾਂ ਜਿਹੜੀਆਂ ਆਵਾਜਾਈ ਦਿੱਲੀ ਨੂੰ ਅਸੀਂ ਛੱਡ ਤਾਂ ਨਹੀਂ ਸਕਦੇ, ਪਰ ਜਿਹੜੀ ਉੱਥੋਂ ਦੀ ਪ੍ਰਦੂਸ਼ਣ ਦੀ ਤੁਸੀਂ ਹੁਣ ਦੱਸੀ ਆ, ਇਹ ਹਾਲਤ ਤਾਂ ਮਾੜੀ, ਇਹਦੇ ਨਾਲ ਬਿਮਾਰ ਹੁੰਦੇ ਲੋਕ, ਬੜੇ ਲੋਕ ਬਿਮਾਰ ਹੁੰਦੇ ਆ। ਕਈ ਵਾਰੀ ਹਵਾਈ ਜਹਾਜ਼ਾਂ ਤੋਂ ਚੱਲਦੇ ਆ, ਉਹਦੇ 'ਚ ਵੀ ਬਿਮਾਰ ਹੋ ਕੇ ਵਿਚਾਰੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਨੂੰ ਮੁੱਲ ਲੈ ਲੈਂਦੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗੌਰਮੈਂਟ ਨੂੰ ਤਾਂ ਵੇਖਣਾ ਚਾਹੀਦਾ ਕਿ ਆਹ ਜਿਹੜੀਆਂ ਚੀਜ਼ਾਂ ਪ੍ਰਦੂਸ਼ਣ ਫੈਲਾ ਰਹੀਆਂ, ਉਹਨਾਂ 'ਤੇ ਰੋਕ ਲਾਉਣਾ ਚਾਹੀਦਾ, ਕਿਉਂਕਿ ਅੱਗੇ ਖਨਾ ਜੀ ਗੱਡੀਆਂ ਜਿਹੜੀਆਂ ਉੱਥੇ ਸੀ ਨਾ ਡੀਜ਼ਲ ਵਾਲੀਆਂ, ਉਹ ਡੀਜ਼ਲ 'ਤੇ ਜਿਹੜੀਆਂ ਚੱਲਦੀਆਂ, ਉਹਦੇ ਵਿੱਚ ਬੜਾ ਕੁਛ ਪ੍ਰਦੂਸ਼ਣ ਜ਼ਿਆਦਾ ਹੁੰਦਾ ਸੀ। ਉਹਨਾਂ ਨੇ ਗੱਡੀਆਂ ਉੱਥੋਂ ਕੱਢ ਦਿੱਤੀਆਂ, ਹੈ ਨਾ, ਉਹਨਾਂ ਨੂੰ ਦੇ ਦਿੱਤਾ ਕਿ ਇਹਨਾਂ ਨੂੰ ਜਿਹੜੀਆਂ ਗੱਡੀਆਂ ਇੱਥੇ ਇੰਟਰ ਨਹੀਂ ਕਰਨਗੀਆਂ ਅਤੇ ਚੱਲਣਗੀਆਂ ਨਹੀਂ। ਫਿਰ CNG ਗੈਸ 'ਤੇ ਚੱਲਣ ਲੱਗ ਪਈਆਂ ਉੱਥੇ ਜਿੰਨੀਆਂ ਵਹੀਕਲ ਸੀਗੀਆਂ, ਪੈਟਰੋਲ 'ਤੇ ਚੱਲਦੀਆਂ, ਪਰ ਗੱਡੀਆਂ ਬੇਸ਼ੁਮਾਰ ਉੱਥੇ ਜ਼ਿਆਦਾ ਹੈਗੀਆਂ। ਸੜਕਾਂ 'ਤੇ ਟਾਇਰ ਵੀ ਜਦੋਂ ਚੱਲਦੇ ਆ ਘਸਰਦੇ ਆ, ਇਹਦੇ ਨਾਲ ਵੀ ਪੋਲੂਸ਼ਨ ਹੁੰਦਾ।
ਹੁਣ ਕਿੱਥੇ ਕਿੱਥੇ ਰੋਕ ਸਕਦੀ ਹੈ ਗੌਰਮੈਂਟ, ਜਿੱਥੇ ਜਿੱਥੇ ਜਾਣਾ ਹੈਗਾ। ਅੱਗੇ ਔਟ ਤੇ ਇਨ ਨੰਬਰ ਵੀ ਰੋਕ ਦਿੱਤੇ ਸੀ, ਉਹਨਾਂ ਰੋਕ ਲਿਆ ਵੀ ਜ਼ਿਆਦਾ ਨਾ ਚੱਲਣਗੇ, ਅੱਜ ਆਹ ਚੱਲਣਗੇ, ਕੱਲ੍ਹ ਨੂੰ ਉਹ ਚੱਲਣਗੇ। ਪਰ ਸਰਕਾਰ ਕੰਟਰੋਲ ਕਰਦੀ ਹੈ, ਲੋਕਾਂ ਨੂੰ ਕੁਝ ਰਹਿਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਜਦੋਂ ਕਰੋਨਾ ਆਇਆ ਸੀਗਾ, 1.5 ਸਾਲ ਦੇ ਕਰੀਬ ਰਿਹਾ ਜੀ, ਉਹਦੇ ਵਿੱਚ ਗੱਡੀਆਂ ਬੰਦ ਹੋ ਗਈਆਂ ਸੀ, ਆਵਾਜਾਈ ਖਤਮ ਹੋ ਗਈ ਸੀ, ਲੋਕ ਬਾਹਰ ਅੰਦਰ ਜਾਣਾ ਵੀ ਡਰ ਕੇ ਜਾਂਦੇ ਸੀ, ਜ਼ਰੂਰੀ ਕੰਮ ਜਾਂਦੇ ਸੀ, ਨਹੀਂ ਤੇ ਮਾਸਕ ਪਾ ਕੇ ਤੇ ਬਾਹਰ ਜਾਂਦੇ ਹੈ ਨਾ। ਸਕੂਟਰ ਵੀ ਬਾਹਰ ਘੱਟ ਕੱਢਦੇ, ਪੋਲੂਸ਼ਨ ਹੋ ਗਿਆ ਖਤਮ। ਤੇ ਤੁਹਾਨੂੰ ਜਲੰਧਰ 'ਚ ਬੈਠੇ ਸਾਰਾ ਪਹਾੜ, ਸਾਰੀਆਂ ਪਹਾੜੀਆਂ, ਕਸੌਲੀਆਂ, ਡਲਹੌਜੀ ਇੱਥੋਂ ਨਜ਼ਰ ਆਉਂਦਾ ਸੀ। ਇਹ ਹੈ ਜਦੋਂ ਅਸੀਂ ਕੁਦਰਤ ਨਾਲ ਤਾਂ ਆਪ ਖਿਲਵਾੜ ਕਰਦੇ ਹਾਂ, ਕੁਦਰਤ ਨੂੰ ਤਾਂ ਆਪ ਅਸੀਂ ਰਸਾ ਲੈਂਦੇ ਹਾਂ, ਹੈ ਨਾ, ਰੁੱਖ ਵੱਢ ਦਿੰਦੇ ਹਾਂ, ਸਾਰਾ ਕੁਛ ਹੈਗਾ, ਤੇ ਫਿਰ ਸਾਨੂੰ ਇਹ ਭੁਗਤਣਾ ਪਏਗਾ। ਇਹ ਰੱਬ ਦੀ ਕਚਹਿਰੀ ਹੈ, ਤੇ ਸਾਨੂੰ ਆਪ ਹੀ ਭੁਗਤਣਾ ਪੈਣਾ ਸਾਰਾ ਕੁਝ। ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਤੱਕ ਤੁਸੀਂ ਸਾਂਭ ਕੇ ਰੱਖੋਗੇ ਪ੍ਰਕਿਰਤੀ ਨੂੰ, ਉਦੋਂ ਤੱਕ ਤੁਸੀਂ ਵੀ ਆਪਣੇ ਜੀਵਨ ਨੂੰ ਬਚਾ ਸਕੋਗੇ। ਇੱਕ ਬੜੀ ਖੂਬਸੂਰਤ ਲਾਈਨ ਮੈਨੂੰ ਮਿਲੀ ਸੀ, ਬੜੀ ਪਿਆਰੀ। ਉਹਨੇ ਕਿਹਾ ਜਿਹੜਾ ਜੀਵਨ ਹੈ, ਇੱਕ ਸ਼ਬਦ ਇਸਤੇਮਾਲ ਕਰਦੇ ਹਾਂ, ਜੀਵਨ, ਕਹਿੰਦਾ ਦੋ ਸ਼ਬਦਾਂ ਤੋਂ ਮਿਲ ਕੇ ਬਣਦਾ। ਇੱਕ ਤਾਂ ਜੀਵ, ਅਸੀਂ ਸਾਰੇ ਜੀਵ ਹੀ ਹਾਂ। ਇੱਕ ਵਨ, ਵਨ ਮਤਲਬ ਜੰਗਲ, ਪ੍ਰਕਿਰਤੀ, ਤੇ ਜੀਵ ਤੇ ਵਨ ਮਿਲਾਓ ਤਾਂ ਜੀਵਨ ਮਿਲਦਾ। ਤੇ ਜੇ ਵਨ ਹਟਾ ਦਿਓਗੇ, ਜੀਵ ਇਕੱਲਾ ਕਿੱਥੋਂ ਰਹੂਗਾ? ਸਹੀ ਗੱਲ। ਉਹ ਬੜਾ ਖੂਬਸੂਰਤ ਮੈਨੂੰ ਲੱਗਾ। ਪਰ ਤੁਹਾਨੂੰ ਪਤਾ ਜਿਹੜਾ ਸਾਵਣ ਆਪਾਂ ਕਹਿੰਦੇ ਹਾਂ, ਇਹ ਵੀ ਇਹਦੇ ਤੋਂ ਫਾਰਸ ਤੋਂ ਬਣਿਆ ਹੈਗਾ। ਸਾਵਣ ਨਾ, ਸਾਵਣ ਤੇ ਵਣ ਤੋਂ ਆ, ਵਣ ਆ ਜਾ, ਵਣ ਬਣ ਜਾਂਦੇ। ਜਦੋਂ ਮੀਂਹ ਪੈਂਦਾ ਨਾ, 4 ਚੁਫੇਰੇ ਤੁਹਾਨੂੰ ਲੱਗੂਗਾ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ। ਜਿੱਥੇ ਜਿੱਥੇ ਤੁਹਾਨੂੰ ਲੱਗੂਗਾ ਗਰੀਨਰੀ ਆਲੇ ਦੁਆਲੇ, ਘਾਹ ਜਿਹੜੇ ਸੁੱਕੇ ਘਾਹ ਵੀ ਗਰੀਨਰ ਹਰੇ ਹੋ ਜਾਣਗੇ। ਤਾਂ ਹੀ ਕਹਿੰਦੇ ਵੀ ਸਾਉਣ ਦੇ ਅੰਨ੍ਹੇ ਨੂੰ ਸਾਰੇ ਪਾਸੇ ਹਰਾ ਹਰਾ ਲੱਗਦਾ। ਜਿਹੜਾ ਸਾਉਣ ਚਾਨਣਾ ਹੋ ਜਾਂਦਾ ਨਾ, ਉਹਨੂੰ ਸਾਰੇ ਪਾਸੇ ਹਰਿਆ ਲੱਗਦਾ, ਕਿਉਂਕਿ ਉਦੋਂ ਅੰਨਾ ਹੋਇਆ ਬੰਦਾ ਜਦੋਂ ਚਾਰੇ ਪਾਸੇ ਹਰਿਆਲੀ ਸੀ। ਇਸ ਕਰਕੇ ਇਹਨੂੰ ਵੀ ਵਣ ਕਹਿੰਦੇ, ਸਾਵਣ। ਬਿਲਕੁਲ। ਸੋ ਵਨ ਨੂੰ ਸੰਭਾਲ ਕੇ ਰੱਖੋ, ਤਾਂ ਹੀ ਅਸੀਂ ਬਚੇ ਰਵਾਂਗੇ। ਪ੍ਰਕਿਰਤੀ ਨੂੰ ਸੰਭਾਲੋ, ਪ੍ਰਕਿਰਤੀ ਨਾਲ ਦੋਸਤੀ ਕਰੋ, ਬਕਾਇਦਾ ਖੁਸ਼ ਰਹੋ ਪ੍ਰਕਿਰਤੀ ਦੇ ਨਾਲ ਦੋਸਤੀ ਕਰਕੇ। ਸੋ ਆਪਾਂ ਅੱਗੇ ਵਧਦੇ ਹਾਂ। ਦੇਖੋ ਜੀ, ਵਿਸ਼ਵ ਪ੍ਰਵਾਸੀ ਭਾਰਤੀ ਸੰਮੇਲਨ ਇੰਦੌਰ ਦੇ ਵਿੱਚ ਸਮਾਪਤ ਹੋਇਆ। ਅਸੀਂ ਹਮੇਸ਼ਾ ਕਹਿੰਦੇ ਹਾਂ ਸਾਡੇ ਭਾਈਚਾਰੇ ਨੂੰ ਔਰ ਸਾਡੀ ਇਕੋਨਮੀ ਨੂੰ ਤਰੱਕੀ ਬਖਸ਼ਦਾ ਹੈ ਸਾਡਾ NRI ਭਾਈਚਾਰਾ, ਕਿਉਂਕਿ ਬਾਹਰ ਜਾਂਦੇ ਨੇ, ਫਿਰ ਮੁੜ ਤੋਂ ਮੋਹ ਹੈ ਉਹਨਾਂ ਨੂੰ ਆਪਣੀਆਂ ਤੰਦਾਂ ਦੇ ਨਾਲ ਜਿਹੜੀਆਂ ਖਿੱਚਦੀਆਂ ਨੇ ਭਾਰਤ ਦੀ ਧਰਤੀ ਤੋਂ, ਪੰਜਾਬ ਦੀ ਧਰਤੀ ਤੋਂ। ਇੱਥੇ ਆ ਕੇ ਪੈਸਾ ਵੀ ਲਗਾਉਂਦੇ ਨੇ, ਇੱਥੇ ਖਰਚਾ ਵੀ ਕਰਦੇ ਨੇ, ਠੀਕ ਹੈ। ਉਹ ਕਹਿੰਦੇ ਨੇ ਕਿ ਅਸੀਂ ਜਿੰਨਾ ਕਰ ਸਕੀਏ ਆਪਣੇ ਸੂਬੇ ਲਈ ਜਾਂ ਆਪਣੇ ਪਿੰਡ ਲਈ, ਉਹ ਜ਼ਰੂਰ ਕਰਦੇ ਨੇ। ਸੋ ਇਹ ਵਿਸ਼ਵ ਪ੍ਰਵਾਸੀ ਭਾਰਤੀ ਸੰਮੇਲਨ ਹੁਣ ਸਮਾਪਤ ਹੋਇਆ। ਦਿੱਕਤਾਂ ਵੀ ਆਉਂਦੀਆਂ ਨੇ ਇਨਵੈਸਟਮੈਂਟ ਨੂੰ ਲੈ ਕੇ, ਔਰ ਕੁਝ ਮਾਹੌਲ ਵੀ ਇੱਦਾਂ ਦਾ ਸਿਰਜਿਆ ਗਿਆ ਕਿ ਉਹਨਾਂ ਦਾ ਵਿਸ਼ਵਾਸ ਜਿਹਾ ਟੁੱਟਿਆ। ਹੁਣ ਇੱਥੇ ਆਉਣਾ ਨਹੀਂ ਚਾਹੁੰਦੇ, ਕਈ ਵਾਰ ਇੱਦਾਂ ਦੇ ਕੇਸਿਸ ਪੈ ਜਾਂਦੇ ਨੇ, ਝੂਠੇ ਕੇਸਿਸ ਪੈ ਜਾਂਦੇ ਨੇ। ਇਹ ਸਭ ਮਾਹੌਲ ਵੀ ਬੜਾ ਖਰਾਬ ਹੋਇਆ ਹੈ, ਉਹਨਾਂ ਦੇ ਦਿਲ ਵੀ ਟੁੱਟੇ ਨੇ। ਸੋ ਇਸ ਸੰਮੇਲਨ 'ਚ ਕੀ ਹੋਇਆ ਇੰਦੌਰ ਦੇ ਵਿੱਚ, ਤੁਸੀਂ ਦੱਸੋ। ਇੱਥੇ ਇਹ 17ਵਾਂ ਸੰਮੇਲਨ ਸੀ, ਵਿਸ਼ਵ ਸੰਮੇਲਨ ਸੀਗਾ NRI ਦਾ, ਅਤੇ ਇਹਦੇ ਵਿੱਚ ਬਾਹਰਲੇ ਸਾਰੇ ਦੇਸ਼ਾਂ 'ਚੋਂ ਆਏ। ਜਿਸ ਤਰ੍ਹਾਂ ਘੱਟੋ ਘੱਟ ਅਮਰੀਕਾ 'ਚ ਇਸ ਵੇਲੇ 40 ਲੱਖ ਜਿਹੜਾ ਇੰਡੀਅਨ ਬੈਠਾ, ਉਹਦੇ ਵਿੱਚ ਆਪਣੇ ਕਾਰੋਬਾਰ ਕਰ ਰਿਹਾ, ਔਰ 17 ਲੱਖ ਤੋਂ ਅਬਵ ਇੰਗਲੈਂਡ 'ਚ ਹੈ ਨਾ। ਜੇ ਤੁਸੀਂ ਗੱਲ ਕਰੋ ਤਾਂ 44 ਲੱਖ ਤਾਂ ਸਾਰੀ ਆਬਾਦੀ ਆ ਨਿਊਜ਼ੀਲੈਂਡ ਦੀ, ਅਤੇ ਸਾਡੇ ਲੋਕ ਉੱਥੇ 44 ਲੱਖ ਤਾਂ ਇਹਨਾਂ ਨੇ ਕਿਹਾ ਨਾ ਕਹਿੰਦੇ, ਪਰ ਉਦੋਂ ਅਬਾਵ ਵੀ ਲੋਕ ਬੈਠੇ ਹੋ ਸਕਦੇ, ਜਿਹੜੇ ਮੈਕਸੀਕੋ ਦੀ ਕੰਧਾਂ ਟੱਪ ਕੇ ਅੰਦਰ ਚਲ ਜਾਂਦੇ ਆ, ਉਹ ਬੇਗੈਰ ਗਿਣਤੀ 'ਤੇ ਹੈ। ਸਾਡਾ ਇੰਡੀਆ ਤਾਂ ਬਹੁਤ ਉੱਥੇ ਹਾਵੀ ਤਰ੍ਹਾਂ ਰਹਿ ਰਿਹਾ। ਔਰ ਕੈਨੇਡਾ ਦੀਆਂ ਸਾਰੀਆਂ ਸੜਕਾਂ ਸਰੀ ਪੰਜਾਬੀਆਂ ਦੀ ਸਰੀ ਹੈ ਨਾ, ਸਾਰੇ ਉੱਥੇ ਪੰਜਾਬੀ ਬੈਠੇ ਆ। ਔਰ ਇਸੇ ਤਰ੍ਹਾਂ ਤੁਸੀਂ ਇੰਗਲੈਂਡ ਦੇ ਧਰਤੀ 'ਤੇ ਵੇਖ ਲਓ, ਜਿਹੜੇ ਵੀ ਕੰਟਰੀ ਦੇ ਬਾਕੀ ਨੇ ਸਾਰਿਆਂ 'ਚ, ਸਵਿਟਜ਼ਰਲੈਂਡ 'ਚ ਵੇਖ ਲਓ, ਹਰ ਕੰਟਰੀ 'ਚ ਬੈਠੇ ਆ। ਪਰ ਉਹ ਸਾਰੇ ਬੜੇ ਹੋਮ ਆ ਕੇ ਇੰਦੌਰ ਪਹੁੰਚੇ ਆ। ਇੰਦੌਰ ਆ ਕੇ ਪ੍ਰਧਾਨ ਮੰਤਰੀ ਵੀ ਖੁਦ ਗਏ ਉੱਥੇ, ਔਰ ਉੱਥੇ ਸਾਰਿਆਂ ਦੇ ਭਾਸ਼ਣ ਹੋਏ ਆ। ਉਹਨਾਂ ਨੇ ਆਪਣੀਆਂ ਸਮੱਸਿਆ ਨੂੰ ਸਾਂਝਾ ਕੀਤਾ। ਔਰ ਸਿਰਫ ਪੰਜਾਬ ਦੇ ਲੋਕ ਨਹੀਂ ਸੀ, ਕਿ ਸਾਰੇ ਇੰਡੀਆ ਦੇ ਕੋਨੇ-ਕੋਨੇ ਦੇ ਲੋਕ ਇਕੱਠੇ ਹੋਏ ਆ। ਕੇਰਲਾ, ਮਦਰਾਸ, ਕਰਨਾਟਕਾ ਵਾਲੇ ਵੀ ਮੁੰਡੇ ਆਏ ਉੱਥੇ, ਔਰ ਚੰਗੀਆਂ ਨੌਕਰੀਆਂ 'ਤੇ ਲੱਗੇ ਲੋਕ। ਔਰ ਉਹਦੇ ਵਿੱਚ ਵਿਚਾਰ ਵਟਾਂਦਰਾ ਇਹ ਹੋਇਆ ਉਹਨਾਂ ਦਾ, ਕਿ ਉਹਨਾਂ ਨੇ ਇਹ ਕੀਤਾ ਕਿ ਜਿਹਦੇ ਵਿੱਚ ਸਮੱਸਿਆਵਾਂ ਸਾਡੇ ਕੋਲ ਇੱਥੇ ਨੇ ਇੰਡੀਆ 'ਚ, ਇਹ ਸਾਨੂੰ ਰਲ ਕੇ ਸਾਰਿਆਂ ਦਾ ਹੱਲ ਕਰਨਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਸਮੱਸਿਆ ਕੀ? ਉਹਨਾਂ ਦੀ ਸਮੱਸਿਆ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਛੱਡ ਗਏ ਹਾਂ, ਉਹਨਾਂ ਦੇ ਕਈ ਲੋਕ ਬਾਹਰੋਂ ਹਾਵੀ ਹੋ ਗਏ ਆ, ਸਾਡੇ ਜਿਹੜੀਆਂ ਜਾਇਦਾਦਾਂ ਹੜੱਪ ਕਰ ਗਏ ਆ। ਉਹਨਾਂ ਦਾ ਮਸਲਾ ਜਿਹੜਾ ਕੇਵਲ ਪੰਜਾਬ ਦੇ ਵਿੱਚ ਨਹੀਂ ਹੈਗਾ, ਪੂਰੇ ਹਿੰਦੁਸਤਾਨ 'ਚ ਹੋਣਾ ਚਾਹੀਦਾ। ਜਿੱਦਾਂ ਪੰਜਾਬ ਦੇ ਵਿੱਚ ਜਿਹੜੀ NRI ਦੇ ਜਿਹੜੀ ਐਸੋਸੀਏਸ਼ਨ ਆ ਪੰਜਾਬ 'ਚ, ਉਹਦੇ ਪ੍ਰੈਜ਼ੀਡੈਂਟ ਆ ਜਲੰਧਰ, ਉਹਦਾ ਸੈਂਟਰ ਪਲੇਸ ਆ। ਔਰ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਬਣਾਉਣਗੇ, ਉਹਨਾਂ ਨੂੰ ਯੂਨਾਈਟ ਕਰਨਗੇ। ਔਰ ਸਾਰੇ ਕੰਟਰੀ 'ਚ ਬੈਠੇ ਜਿੱਥੇ NRI, ਉਹਨਾਂ ਨੂੰ ਕਹਿੰਦੇ ਵੀ ਸਾਡਾ ਮੂਲ ਨਿਵਾਸ ਇਹ ਹੈਗਾ, ਸਾਡਾ ਭਾਰਤ ਆ, ਸਾਡਾ ਸੂਬਾ ਹੈਗਾ ਪੰਜਾਬ, ਅਸੀਂ ਇਹਨੂੰ ਤਾਂ ਛੱਡਾਂਗੇ ਨਹੀਂ।
ਪਰ ਜਿੱਥੇ ਇਨਵੈਸਟਮੈਂਟ ਹੀਗਾ ਆਪਣੇ ਮੁੱਖ ਮੰਤਰੀ ਨੇ ਕਿਹਾ ਸੀ ਵੀ ਥੋੜ੍ਹੀ ਬਹੁਤ ਇਨਵੈਸਟਮੈਂਟ ਕਰੋ, ਇੱਥੇ ਇੰਡਸਟਰੀਆਂ ਨੇ ਜਾਂ ਐਗਰੋ ਇੰਡਸਟਰੀ ਆ ਉਹਦੇ 'ਚ ਤੁਸੀਂ ਥੋੜ੍ਹਾ ਬਹੁਤ ਪੈਸਾ ਦਿਓ ਅਤੇ ਜਿਹਦੇ ਵਿੱਚ ਵਿਕਾਸ ਥੋੜ੍ਹਾ ਜਿਹਾ ਅੱਗੇ ਹੁੰਦਾ, ਤੁਹਾਡੇ ਡਾਲਰ ਨਾਲ ਬੜਾ ਕੁਝ ਬਣੂਗਾ। ਇਹੀ ਗੱਲ ਬਾਕੀ ਸੂਬਿਆਂ ਦੇ ਵੀ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਕਹੀ ਸਾਰਿਆਂ ਨੂੰ, ਮੁੱਖ ਮੰਤਰੀ ਬਹੁਤ ਇਕੱਠੇ ਹੋਏ ਸੀ ਉੱਥੇ, ਔਰ ਉਹਨਾਂ ਨੂੰ ਇਹ ਕਿਹਾ ਕਿ ਪੈਸਾ ਤੁਹਾਡੇ ਕੋਲ ਹੈਗਾ, ਪੰਜਾਬ ਨੂੰ ਨਾ ਕੇਵਲ ਬਾਕੀ ਸੂਬਿਆਂ ਨੂੰ ਵੀ ਥੋੜ੍ਹਾ ਜਿਹਾ ਪ੍ਰਫੁੱਲਤ ਕਰਨ ਲਈ ਪੈਸਾ ਇਕੱਠਾ ਕਰੋ ਅਤੇ ਕਰਕੇ ਤੁਸੀਂ ਜੋ ਸਰਬੱਤ ਦਾ ਭਲਾ ਜਿਸ ਤਰ੍ਹਾਂ ਦਾ ਕਰਨਾ ਚਾਹੁੰਦੇ ਜੋ ਕਰੋ, ਜਿਸ 'ਚ ਲੋੜਵੰਦ ਨੇ, ਜਿਹੜੇ ਵਿਚਾਰੇ ਬੱਚੇ ਪੜ੍ਹ ਨਹੀਂ ਸਕਦੇ, ਜਿਹੜੇ ਸਕੂਲ ਤੱਕ ਜਾ ਨਹੀਂ ਸਕਦੇ, ਜਿਨ੍ਹਾਂ ਕੁਛ ਛੱਤਾਂ ਨਹੀਂ ਹੈਗੀਆਂ, ਜਿਹਦੀ ਗੌਰਮੈਂਟ ਨਹੀਂ ਕੁਝ ਕਰ ਸਕਦੀ, ਜਿੱਥੇ ਗੌਰਮੈਂਟ ਬਿਲਕੁਲ ਸਫਲ ਨਹੀਂ ਹੋਈ ਕੰਮ ਕਰਨ, ਜੇ ਤੁਸੀਂ ਕਰੋਗੇ। ਪਰ ਇਹਨਾਂ ਦੀਆਂ ਏਜੰਸੀਆਂ ਹੁਣ ਬਣ ਰਹੀਆਂ ਹੋਰ ਵੀ, ਉਹਦੇ 'ਚ ਸਿਰਫ ਇਹ ਹੈਗਾ ਕਿ ਜਿਹੜੇ ਲੋਕਾਂ ਨੂੰ ਡਾਊਨ ਟਰੋਡਨ ਲੋਕ ਜਿਹੜੇ ਗਰੀਬ ਨੇ, ਪੰਜਾਬ 'ਚ ਤਾਂ ਇੰਨੇ ਹੈ ਨਹੀਂ, ਪੰਜਾਬ 'ਚ ਜਿਹੜੇ ਤੁਹਾਡੇ ਕੋਲ ਗਰੀਬ ਲੋਕ ਨੇ ਉਹ ਘੱਟ ਮਿਲਣਗੇ, ਕਿਉਂਕਿ ਇੱਥੇ ਰੋਟੀ ਪਾਣੀ ਖਾਂਦੇ ਸਾਰੇ ਲੋਕ, ਬਾਹਰਲੇ ਸੂਬਿਆਂ 'ਚ ਬਹੁਤ ਹੈਗਾ। ਫਿਰ ਉਹ 'ਚ ਪੰਜਾਬੀ ਜਿਹੜੇ NRI ਉਹਨਾਂ ਨੇ ਕਿਹਾ ਕਿ ਅਸੀਂ ਉਹ 'ਚ ਪੈਸਾ ਦੇਵਾਂਗੇ, ਉਹ 'ਚ ਸ਼ੇਅਰ ਕਰਾਂਗੇ ਤੁਹਾਡੇ ਨਾਲ, ਜਿਹਦੇ 'ਚ UP 'ਚ ਬਹੁਤ ਗਰੀਬ ਲੋਕ ਹੈਗੇ ਆ, ਹੈ ਨਾ, ਉਹਦੇ 'ਚ ਨਾਲ ਲੱਗਦੇ ਹਿਮਾਚਲ 'ਚ ਵੀ ਹੈਗੇ ਆ, ਫਿਰ ਉਹ ਬਿਹਾਰ 'ਚ ਬਹੁਤ ਆ। ਫਿਰ ਇਹਨਾਂ ਨੇ ਉਹ ਇਕੱਠੇ ਹੋ ਕੇ ਕੀਤਾ ਕਿ ਗਰੀਬੀ ਦੂਰ ਕਰ ਲਈ ਅਸੀਂ ਥੋੜ੍ਹਾ ਬਹੁਤ ਕਰਾਂਗੇ। ਇਹ ਬਹੁਤ ਵੱਡੀ ਗੱਲ ਆ, ਪੂਰੇ ਵਰਲਡ 'ਚ ਗੱਲ ਫੇਮਸ ਹੋ ਗਈ ਆ ਕਿ ਲੋਕ, ਇੰਡੀਆ ਦੇ ਲੋਕ ਇਸ ਕਰਕੇ ਆ ਇਕੱਠੇ ਹੋ ਰਹੇ ਆ ਪ੍ਰਵਾਸੀ ਭਾਰਤੀ, ਕਿ ਅਸੀਂ ਇਹਨਾਂ ਨੂੰ ਥੋੜ੍ਹਾ ਬਹੁਤ ਪੈਸਾ ਦੇਵਾਂਗੇ ਤਾਂ ਕਿ ਬੱਚੇ ਪੜ੍ਹਨਗੇ, ਇਹਨਾਂ ਦੇ ਘਰ ਬਣਾ ਕੇ ਦੇਵਾਂਗੇ ਇਹਨਾਂ ਨੂੰ, ਔਰ ਸਾਰਾ ਕੁਝ ਕਰਾਂਗੇ। ਇਹ ਮੇਰੇ ਖਿਆਲ ਹੈ ਇਹ ਬੜਾ ਵੱਡਾ ਲੋਕਾਂ ਨਾਲ ਸਹੂਲਤ ਦਾ ਇਹਨਾਂ ਗੱਲ ਕੀਤੀ। ਬਿਲਕੁਲ ਜੀ, ਬਹੁਤ ਵਧੀਆ ਹੈ, ਔਰ ਜਿੰਨਾ ਵੀ ਫੈਸਿਲਿਟੀਆਂ ਮਿਲਣ ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਉਹ ਵਧੀਆ ਹੈ, ਪੰਜਾਬ ਦੇ ਔਰ ਭਾਰਤ ਦੇ ਹਿੱਤ ਵਿੱਚ ਹੈ, ਕਿਉਂਕਿ ਵੱਧ ਤੋਂ ਵੱਧ ਫੈਸਿਲਿਟੀਆਂ ਨਾਲ ਉਹ ਵੱਧ ਤੋਂ ਵੱਧ ਇੱਥੇ ਇਨਵੈਸਟ ਕਰਨਗੇ। ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਅਸੀਂ ਅਕਸਰ ਗੱਲ ਕਰਦੇ ਹਾਂ, FDI ਦੀ, ਉਹ ਨਾਲ ਸਾਡੀ ਇਕੋਨਮੀ ਵੀ ਵਧੀਆ ਬਣੇਗੀ, ਔਰ ਸਾਡਾ ਸੁਪਨਾ ਜਿਹੜਾ ਹੈ $5 ਟ੍ਰਿਲੀਅਨ ਦੀ ਇਕੋਨਮੀ ਬਣਾਉਣ ਦਾ, ਹੋ ਸਕਦਾ ਉਹ ਸੱਚ ਹੋ ਜਾਏ, ਪਰ ਉਹਦੇ ਵਿੱਚ ਕਹਿੰਦੇ ਨੇ ਕਿ ਹਜੇ 8-10 ਸਾਲ ਲੱਗਣਗੇ, 7-8 ਸਾਲ ਤੇ ਕਿਤੇ ਨਹੀਂ ਗਏ। ਦੇਖੋ 2030 ਤੱਕ ਕਹਿੰਦੇ ਨੇ, ਹੁਣ ਨੈਕਸਟ ਗਵਰਨਮੈਂਟ ਕਿਹੜੀ ਆਏਗੀ 2024 ਦੇ ਵਿੱਚ, ਉਹਦਾ ਕੀ ਸੁਪਨਾ ਹੈ, ਨੋਬਡੀ ਨੋਜ਼। ਔਰ 2024 ਦੇ ਵਿੱਚ ਕੀ ਹੋਣ ਜਾ ਰਿਹਾ ਭਾਰਤ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੇ ਵਿੱਚ, ਉਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਇਸ ਵਕਤ, ਕਿਉਂਕਿ ਸਿਚੁਏਸ਼ਨਸ ਜਿਹੜੀਆਂ ਨੇ ਉਹਦੇ ਬਾਰੇ ਪ੍ਰੈਡਿਕਟ ਕਰਨਾ, ਆਲਰੇਡੀ ਦੱਸਣਾ, ਉਹ ਥੋੜਾ ਮੁਸ਼ਕਿਲ ਹੈ ਇਸ ਵਕਤ। ਪੰਜਾਬ 'ਚ ਆਪਾਂ ਪ੍ਰੈਡਿਕਟ ਕਰ ਹੀ ਨਹੀਂ ਸਕੇ ਕੀ ਹੋਇਆ, ਕਿਸੇ ਨੂੰ ਨਹੀਂ ਪਤਾ, ਕੋਈ ਸੂਝਵਾਨ ਨੂੰ, ਕਿਸੇ ਐਗਜ਼ੈਕਟ ਪੋਲ ਵਾਲੇ ਨੂੰ ਨਹੀਂ ਪਤਾ, ਕਿਸੇ ਪੰਡਤ ਨੂੰ ਨਹੀਂ ਪਤਾ, ਕਿਸੇ ਮੁੱਲਾਂ ਨੂੰ, ਕਿਸੇ ਮੁਲਾਜ਼ਮ ਨੂੰ ਨਹੀਂ ਪਤਾ ਕੀ ਹੋ ਗਿਆ, ਹੈ ਨਾ। ਬਿਲਕੁਲ ਕੀ ਹੋ ਗਿਆ। ਪੋਲਿਟਿਕਸ ਦਾ ਮਤਲਬ ਹੁੰਦਾ ਕਈ ਚੀਜ਼ਾਂ ਜਿਹੜੀਆਂ ਸੀਕ੍ਰੇਟ ਹੁੰਦੀਆਂ, ਲੋਕ ਮਨਾਂ ਵਿੱਚ ਵਸੀਆਂ ਹੁੰਦੀਆਂ, ਜੋ ਲੋਕਾਂ ਨੇ ਕਹਿਤਾ ਉਹਨਾਂ ਦਾ ਫੜ ਲਓ, ਕਰ ਲਓ, ਕਰ ਗਏ ਬਸ ਸਾਰਾ। ਸਹੀ ਗੱਲ ਹੈ। ਚਲੋ ਹੁਣ ਥੋੜਾ ਰਿਲੈਕਸ ਕਰ ਰਹੇ ਹਾਂ ਆਪਾਂ। ਆਸਕਰ ਅਵਾਰਡ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਪਪੂਲਰ ਹੈ, ਅਕੈਡਮੀ ਅਵਾਰਡਸ ਹੁੰਦੇ ਨੇ, ਸੋ 10 ਭਾਰਤੀ ਫਿਲਮਾਂ ਨੂੰ ਉਸ ਲਿਸਟ ਵਿੱਚ ਚੁਣਿਆ ਗਿਆ, ਸ਼ਾਮਿਲ ਕੀਤਾ ਗਿਆ। ਵੈਸੇ ਚੁਣੇ ਜਾਣਾ ਆਪਣੇ ਆਪ ਦੇ ਵਿੱਚ ਕੁਆਲੀਫਾਈ ਕਰਦਾ ਕਿ ਅਸੀਂ, ਚੁਣੇ ਜਾਣ ਦਾ ਮਤਲਬ ਹੈਗਾ ਕਿ ਐਲੀਜੀਬਿਲਟੀ ਹੈ ਉਹਨਾਂ 'ਚ ਕੁਆਲੀਫਾਈ ਕੀਤਾ ਅਸੀਂ, ਉਹਨਾਂ 'ਚ ਚਿਹਰਾ ਮੋਰਾ ਹੈਗਾ ਉਸ ਫਿਲਮ ਵਾਲਾ, ਜੋ ਕੁਝ ਉਹ 'ਚ ਮਿਹਨਤ ਕਰਕੇ ਬਣਾਉਂਦੇ ਆ। ਔਰ ਅਮਰੀਕਾ ਦੀ ਜਿਹੜੀ ਇਹ ਬਹੁਤ ਵੱਡਾ ਅਵਾਰਡ ਹੁੰਦਾ, ਔਰ ਇਹਦੇ ਵਿੱਚ ਜੇ ਇੰਡੀਆ ਦਾ 10 ਫਿਲਮਾਂ ਆ ਗਈਆਂ ਤਾਂ ਮੇਰਾ ਖਿਆਲ ਬੜੀ ਮਾਣ ਵਾਲੀ ਗੱਲ ਹੈ। ਜਿਹਦੇ 'ਚ ਦਾ ਕਸ਼ਮੀਰ ਫਾਈਲ, ਇੱਦਾਂ ਦੀਆਂ ਫਿਲਮਾਂ, ਕੰਨੜ ਫਿਲਮਾਂ ਆ ਗਈਆਂ ਉਹਦੇ 'ਚ ਮਲਿਆਲਮ ਦੀਆਂ ਕੁਝ ਫਿਲਮਾਂ ਆਈਆਂ, ਬੰਗਾਲੀ ਫਿਲਮਾਂ ਉਹਦੇ 'ਚ ਆਈਆਂ, ਮਰਾਠੀ ਵਾਲੀਆਂ ਫਿਲਮਾਂ ਬਹੁਤ ਆਈਆਂ। ਮਹਾਰਾਸ਼ਟਰ 'ਚ ਤੁਹਾਨੂੰ ਪਤਾ ਥੀਏਟਰ ਵੀ ਬਹੁਤ ਅੱਗੇ ਆ, ਬਹੁਤ ਜ਼ਿਆਦਾ ਡਰਾਮਾ, ਔਰ ਬੰਗਾਲ 'ਚ ਵੀ ਬਹੁਤ ਥੀਏਟਰ ਅੱਗੇ ਆ। ਉੱਦਾਂ ਦੇ ਡਾਂਸ ਜਿਹੜੇ ਫੋਕ ਨਾਚ ਨੇ, ਕਲਾਸੀਕਲ ਡਾਂਸ ਨੇ, ਉਹ ਬੜੇ ਅੱਛੇ ਆ, ਬਹੁਤ ਦੂਰ ਤੱਕ ਜਾਣ ਵਾਲੀ ਗੱਲ ਹੈ, ਜਿਹਦੇ 'ਚ ਸਾਰਾ ਚਿਹਰਾ ਮੋਰਾ ਆਦਮੀ ਦੀ ਜਿਹੜੀ ਮੂਵਮੈਂਟ ਆ, ਉਹ ਦੇਖੋ ਬੜੀ ਬਾਡੀ ਲੈਂਗੁਏਜ ਆ, ਉਹ ਕਿੰਨਾ ਕੁਝ ਕੰਮ ਕਰਦੀ, ਦੇਖੋ ਕਿੰਨਾ ਕੁਝ ਹੈ। ਹੁਣ ਸੰਗੀਤ ਹੈ, ਇੱਕ ਸਾਡਾ ਹਿੰਦੁਸਤਾਨੀ ਸੰਗੀਤ ਜਿਹੜਾ ਨਾਰਥ 'ਚ ਹੈ, ਤੇ ਕਰਨਾਟਕ ਸੰਗੀਤ ਉਧਰ ਹੈ। ਹਿੰਦੁਸਤਾਨੀ ਸੰਗੀਤ ਵਿੱਚ ਹਰ ਰਾਗ ਦਾ ਇੱਕ ਸਮਾਂ ਹੈ ਕਿ ਇਹ ਰਾਗ ਇਸ ਸਮੇਂ, ਇਹ ਰਾਗ ਇਸ ਸਮੇਂ। ਕਰਨਾਟਕ ਮਿਊਜ਼ਿਕ ਦੇ ਵਿੱਚ ਇਦਾਂ ਦੀ ਕੋਈ ਬੰਦਿਸ਼ ਨਹੀਂ, ਉਹ ਕੋਈ ਵੀ ਰਾਗ ਕਿਸੇ ਵੀ ਸਮੇਂ ਤੁਸੀਂ ਗਾ ਸਕਦੇ ਹੋ। ਉਧਰ ਵੱਖਰੇ ਐਕਸਪੈਰੀਮੈਂਟਸ ਨੇ, ਇੱਧਰ ਵੱਖਰੇ ਪ੍ਰਯੋਗ ਨੇ। ਸੋ ਦੇਖੋ ਸਾਡੇ ਭਾਰਤ ਵਿੱਚ ਕਿੰਨੀ ਵੰਨ-ਸੁਵੰਨਤ ਹੈ, ਡਾਂਸ ਵੱਖਰੇ, ਖਾਣੇ ਵੱਖਰੇ, ਪਹਿਰਾਵਾ ਵੱਖਰਾ, ਬੋਲੀ ਵੱਖਰੀ, ਸੱਭਿਆਚਾਰ ਵੱਖਰੇ, ਜਿਹੜੇ ਸਾਡੇ ਰਿਚੁਅਲਸ ਨੇ, ਅਸੀਂ ਹਮੇਸ਼ਾ ਜਨਮ ਦੇ ਉੱਤੇ, ਵਿਆਹਾਂ ਦੇ ਉੱਤੇ ਜਿਹੜੇ ਅਸੀਂ ਸਾਰੇ ਸ਼ਗਨ ਕਰਦੇ ਹਾਂ, ਉਹ ਵੱਖਰੇ। ਸੋ ਇਹ ਦੇਖੋ ਵੱਖਰਾ ਸ਼ਗਨ ਤੋਂ ਮੈਨੂੰ ਯਾਦ ਆਇਆ, ਸਾਡੇ ਪੰਜਾਬੀ ਲੋਕ ਤੇ ਹਰ ਗੱਲ ਦੇ ਉੱਤੇ ਸ਼ਗਨ, ਬੱਚਾ ਪੈਦਾ ਹੋਇਆ ਸ਼ਗਨ, ਬੱਚੇ ਨੇ ਪਹਿਲੀ ਛਿੱਕ ਮਾਰੀ ਸ਼ਗਨ, ਹਰ ਥਾਂ ਦੇ ਉੱਤੇ ਪੰਜਾਬੀ ਦੇ ਸ਼ਗਨ ਦੇ ਵਿੱਚ ਮਸ਼ਹੂਰ। ਸ਼ਗਨਾਂ ਤੇ ਜਸ਼ਨਾਂ ਦੀ ਧਰਤੀ ਹੈ, ਜਸ਼ਨ ਵੀ ਬਹੁਤ ਮਨਾਉਂਦੇ ਆ, ਔਰ ਉਹਦੇ ਵਿੱਚ ਸਾਰੇ ਲਗਨ ਵਹਿੰਦੇ ਆ, ਔਰ ਹੱਸਦੇ ਖੇਡਦੇ ਰਹਿੰਦੇ ਹਰ ਜਸ਼ਨ ਦੇ ਵਿੱਚ। ਹਰ ਜਦੋਂ ਕੋਈ ਜਸ਼ਨ ਤਿਉਹਾਰ ਤਾਂ ਬਹੁਤ ਆ ਨਾ ਇੰਡੀਆ 'ਚ। ਅਸਲ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ, ਜੇ ਆਪਾਂ ਗੱਲ ਕਰੀਏ ਕਿ ਜਿਹੜਾ ਇੰਡੀਆ ਨਾ, ਇਹ ਸਾਰੀਆਂ ਧਰਮਾਂ, ਨਸਲਾਂ, ਖਾਣਿਆਂ, ਪੁਸ਼ਾਕਾਂ ਦਾ ਅਜਾਇਬ ਘਰ ਹੀ ਆ, ਜਿਹਦੇ ਵਿੱਚ ਵੰਨ ਸੁਵੰਨੇ ਲੋਕ ਆ, ਪਰ ਫਿਰ ਵੀ ਇੱਕ
ਸਾਰੇ ਲੋਕ ਫਿਰ ਕਹਿੰਦੇ ਵੀ ਆਰ ਇੰਡੀਅਨ, ਸਾਰੇ ਇਕੱਠੇ ਹੁੰਦੇ ਆ, ਅਸੀਂ ਭਾਰਤੀ ਲੋਕ ਹਾਂ। ਬਾਹਰ ਲੋਕਾਂ ਨੂੰ ਮਿਲਦੇ ਵੀ ਉਸੇ ਪਿਆਰ ਮੁਹੱਬਤ ਨਾਲ ਹੀ ਹੈ ਸਾਰੇ ਤਰ੍ਹਾਂ ਹੀ। ਪਰ ਹੁਣ ਫਿਲਮਾਂ ਦੇ ਜਿਹੜੇ ਇਸ ਵੇਲੇ ਆਸਕਰ ਅਵਾਰਡ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਜੇ ਅਸੀਂ ਕਹੀਏ ਤਾਂ ਬੰਬੇ 'ਚ ਜਿਹੜੀਆਂ ਫਿਲਮਾਂ ਬਣਦੀਆਂ ਬਹੁਤ ਮਕਬੂਲ ਫਿਲਮਾਂ ਬਣੀਆਂ, ਬੜਾ ਕੁਝ ਹੋਇਆ। ਅੱਜ ਤੱਕ ਵੀ ਜਿਹੜੇ ਸਾਡੇ ਅੱਛੇ ਐਕਟਰ ਨੇ, ਡਾਇਰੈਕਟਰ ਨੇ, ਵੈਸੇ ਸਾਰੇ ਜਿਹੜੇ ਬੰਗਾਲ ਤੋਂ ਬਹੁਤ ਰਹੇ ਆ, ਮਦਰਾਸ ਤੋਂ ਬਹੁਤ ਆਏ ਆ, ਕਿਉਂਕਿ ਉੱਥੇ ਇੰਸਟੀਟਿਊਸ਼ਨ ਹੈਗੀਆਂ ਇਹਦੇ ਨਾਲ ਪੜ੍ਹਾਈ ਦੀਆਂ, ਅਤੇ ਥੀਏਟਰ ਵੀ ਬਹੁਤ ਰਿਹਾ। ਔਰ ਮਹਾਰਾਸ਼ਟਰ 'ਚ ਤੁਹਾਨੂੰ ਪਤਾ ਹੀ ਹੈ, ਜਦੋਂ ਮਹਾਰਾਸ਼ਟਰ ਦੇ ਬੰਬੇ ਦੀ ਧਰਤੀ 'ਚ ਫਿਲਮ ਸਿਟੀ ਹੈ, ਤੁਸੀਂ ਉੱਥੇ ਜਾਓਗੇ ਵੰਨ ਸੁਵੰਨੀਆਂ ਫਿਲਮਾਂ ਬਣੀਆਂ, ਜਿੱਥੇ ਕੋਈ ਵੀ ਫਿਲਮ ਫਲੋਪ ਨਹੀਂ ਗਈ। ਸਾਰੀਆਂ ਫਿਲਮਾਂ ਜਿਹੜੀਆਂ ਲੋਕਾਂ ਦੇ ਜਿਹੜੇ ਮਨੋਂ ਪਰਚਾਵੇ ਲਈ ਨਹੀਂ ਹੈਗੇ, ਲੋਕਾਂ ਦੀ ਸਿੱਖਿਆ ਤੱਕ ਵੀ ਫਿਲਮਾਂ ਬਹੁਤ ਸੀਗੀਆਂ। ਪਰ ਹੁਣ ਜਿਹੜੀਆਂ ਇਹਨਾਂ ਨੇ ਆਸਕਰ 'ਚ ਲਈਆਂ ਫਿਲਮਾਂ, ਜਿਹਦੇ ਵਿੱਚ ਲਈਆਂ ਨੇ, ਉਹਦੇ ਵਿੱਚ ਸਾਰੀਆਂ ਲੈਂਗੁਏਜ ਦੀਆਂ ਫਿਲਮਾਂ ਆ ਗਈਆਂ, ਉਹ 'ਚ ਇੱਕ ਦੋ ਪੰਜਾਬੀ ਦੀਆਂ ਫਿਲਮਾਂ ਵੀ ਗਈਆਂ। ਔਰ ਵੀ ਦੇਖੋ ਸਟੈਂਡਰਡ ਦੇਖੋ ਫਿਲਮਾਂ ਦਾ, ਕਿ ਉਸ ਆਸਕਰ ਅਵਾਰਡ ਦੀ ਜਿਹੜੀ ਲਿਸਟ ਆ ਉਹਦੇ ਵਿੱਚ ਆ ਗਿਆ। ਹੁਣ ਇਹ ਇਹਨਾਂ ਨੇ ਇਹ 17 ਮਾਰਚ ਤੱਕ ਇਹਨਾਂ ਨੇ ਡਿਕਲੇਅਰ ਕਰ ਦੇਣਾ, ਕਿਉਂਕਿ ਇਹਦੇ ਵਿੱਚ 2000 ਦੇ ਕਰੀਬ ਜਿਹੜੇ ਇਹਦੇ ਵਿੱਚ ਮੈਂਬਰਸ ਨੇ, ਉਹਦੇ ਜਿਹੜੇ ਚੇਅਰਮੈਨ ਆ ਇਕੱਠੇ ਹੋ ਕੇ ਫਿਰ ਉਹ 'ਚ ਵੋਟਿੰਗ ਕਰਦੇ ਆ ਜਿਹੜੀ ਫਿਲਮ ਦੇ ਲਈ। ਜਦੋਂ ਉਹਨੂੰ ਫਿਲਮ ਦੀ ਵੇਖਦੇ ਆ, ਫਿਰ ਥਿਊਰੀ ਉਹਦੀ ਫਿਲਮ ਦੀ, ਡਾਇਰੈਕਟਰ ਉਹਦਾ ਫਿਲਮ ਦਾ, ਉਹਦਾ ਕੀ ਕੁਛ ਉਹਦੇ ਫਿਲਮ ਦੇ ਵਿੱਚ ਫਿਲਮਾਇਆ ਗਿਆ, ਇਹ ਸਾਰਾ ਕੁਝ ਹੁੰਦਾ। ਫਿਰ ਉਹਦੇ ਵਿੱਚ ਉਹ ਅਨਾਉਂਸ ਕਰਦੇ ਆ ਕਿ ਕਿਹੜੀ ਫਿਲਮ ਨੂੰ ਆਸਕਰ ਅਵਾਰਡ ਮਿਲਣਾ। ਇਹਦੇ ਵਿੱਚ ਸਾਰਾ ਕੁਝ ਜਿਹੜਾ ਉਹ ਕਰਦੇ ਆ ਚੇਅਰਮੈਨ, ਔਰ ਉਹਦੇ ਨਾਲ ਜਿਹੜੇ ਵੋਟ ਦੇ ਰਹੇ ਆ ਉਹਨਾਂ ਨੇ ਵੋਟ ਪਾਉਣੀ ਉਹਦੇ 'ਚ। ਫਿਰ ਫਾਈਨਲ ਮਾਰਚ ਦੇ ਵਿੱਚ ਹੋ ਜਾਣਾ, ਮਾਰਚ ਪਤਾ ਲੱਗ ਜੂ ਕਿਹੜੀ ਆਸਕਰ ਅਵਾਰਡ ਆ ਰਹੀ ਹੈ। ਪਰ ਮੇਰਾ ਖਿਆਲ ਹੈ ਕਿ ਸਾਡੀ ਇੰਡੀਅਨ ਜਿਹੜੀ ਇਸ ਵੇਲੇ ਸਿਟੀਜ਼ਨ ਜਿਹੜੇ ਪੁਰਾਣੇ ਨੇ ਲੋਕ ਇੰਡੀਆ ਦੇ, ਉਹ ਵੀ ਲੋਕ ਜਿਹੜੇ ਹੈਗੇ ਬਜ਼ੁਰਗ ਹੋ ਗਏ ਆ, ਜਿਨ੍ਹਾਂ ਨੇ ਫਿਲਮਾਂ ਬਹੁਤ ਬਣਾਈਆਂ ਇੱਥੇ, ਉਹਨਾਂ ਦੇ ਵੀ ਮਾਣ ਦੀ ਗੱਲ ਹੈ। ਕਈ ਚੀਜ਼ਾਂ ਉਸ ਟਾਈਮ ਤੇ ਵੀ ਜਿਹੜੀਆਂ ਫਿਲਮਾਂ ਆਸਕਰ ਅਵਾਰਡ ਲਈ ਗਈਆਂ, ਮਦਰ ਇੰਡੀਆ ਗਈ ਸੀ ਆਸਕਰ, ਉਹ ਗਈ ਸੀਗੀ। ਔਰ ਸੱਤਿਆਜੀਤ ਰੇ, ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਮਿਲਿਆ ਸੀ। ਸੱਤਿਆਜੀਤ ਰੇ ਨੇ ਤਾਂ ਬਹੁਤ ਕੰਮ ਕੀਤਾ, ਉਹਨਾਂ ਨੂੰ ਮਿਲਿਆ ਸੀ ਆਸਕਰ ਅਵਾਰਡ। ਉਸ ਤੋਂ ਬਾਅਦ ਗਾਂਧੀ ਫਿਲਮ ਜਿਹੜੀ ਬਣੀ ਹੈ, ਰਿਚਰਡ ਐਟਨਬਰਗ ਨੇ ਬਣਾਈ ਹੈ, ਉਹਨਾਂ ਦੀ ਜਿਹੜੀ ਕਾਸਟਿਊਮ ਡਿਜ਼ਾਈਨਰ ਹੈਗੀ ਆ, ਉਹਨਾਂ ਨੂੰ ਆਸਕਰ ਮਿਲਿਆ ਸੀ, ਉਹ ਇੰਡੀਅਨ ਹੈਗੀ ਹੈ। ਸੋ ਇਦਾਂ ਸਾਨੂੰ ਵੀ ਮਿਲਦੇ ਰਹੇ ਨੇ, ਮਿਲਦੇ ਰਹੇ ਆ, ਕੰਮ ਕਰਦੇ। ਔਰ AR ਰਹਿਮਾਨ ਦਾ ਜਿਹੜਾ ਗਾਣਾ ਜੈ ਹੋ, ਉਹਨੂੰ ਅਕੈਡਮੀ ਮਿਲਿਆ ਸੀ, ਅਕੈਡਮੀ ਮਿਲੀ ਹੈ ਉਹਨੂੰ ਵੀ। ਸੋ ਇਦਾਂ ਅਸੀਂ ਵੀ ਵਰਲਡ ਲੈਵਲ ਦੇ ਉੱਤੇ ਪਪੂਲਰ ਹੈਗੇ ਹਾਂ। ਬਿਲਕੁਲ, ਕੰਮ ਤਾਂ ਹੁੰਦਾ ਫਿਲਮ ਦੇ ਵੱਡੇ ਵੱਡੇ ਫੈਸਟੀਵਲਸ, ਕੇਨਸ ਫੈਸਟੀਵਲ ਹੈ, ਉੱਥੇ ਵੀ ਸਾਡੀਆਂ ਫਿਲਮਾਂ ਗਈਆਂ ਨੇ ਜੀ। ਉਹਨਾਂ ਦੀ ਹਾਲੀਵੁੱਡ ਉਹ ਹੈਗੀ ਆ, ਅਮਰੀਕਾ 'ਚ ਹੈਗੀ ਆ, ਤੇ ਸਾਡਾ ਵੀ ਬੰਬੇ ਜਿਹੜੀ ਆ ਫਿਲਮ ਸਿਟੀ ਹੈ, ਹਾਲੀਵੁੱਡ ਹੀ ਹੈ ਆਪਣੀ, ਬਾਲੀਵੁੱਡ ਹੈ ਇਹਨੂੰ। ਦੇਖੋ ਬੰਬੇ ਦੇ ਵਿੱਚ ਜਿੰਨੀਆਂ ਫਿਲਮਾਂ ਬਣਦੀਆਂ ਨੇ, ਆਪਾਂ ਆਨੇ ਆ ਨਾ, ਪਰ ਸਾਡੇ ਲਈ ਤਾਂ ਮੈਂ ਕਿਹਾ ਹਾਲੀਵੁੱਡ ਹੀ ਹੈ। ਬਿਲਕੁਲ ਹੈ, ਉੱਦਾਂ ਤੇ ਪੰਜਾਬ ਨੂੰ ਬਾਲੀਵੁੱਡ ਕਹਿੰਦੇ ਨੇ। ਬਾਲੀਵੁੱਡ ਸੋ ਸਭ ਤੋਂ ਜ਼ਿਆਦਾ ਫਿਲਮਾਂ ਦੀ ਪ੍ਰੋਡਕਸ਼ਨ ਭਾਰਤ ਵਿੱਚ ਹੁੰਦੀ ਪੂਰੀ ਦੁਨੀਆ 'ਚ। ਇੰਨੀਆਂ ਫਿਲਮਾਂ ਕਿਤੇ ਨਹੀਂ ਬਣਦੀਆਂ। ਪਾਕਿਸਤਾਨ 'ਚ ਨਹੀਂ ਬਣਦੀਆਂ ਫਿਲਮਾਂ, ਪਾਕਿਸਤਾਨ 'ਚ ਥੀਏਟਰ ਹੈ ਜ਼ਿਆਦਾ, ਥੀਏਟਰ ਹੈਗਾ, ਉਹਨਾਂ ਪ੍ਰੋਡਿਊਸਰਸ ਨਹੀਂ ਹੈਗੇ ਨਾ, ਪੈਸਾ ਨਹੀਂ ਹੈਗਾ, ਪੈਸਾ ਹੈ ਨਹੀਂ ਇਹ 'ਚ, ਪੈਸਾ ਵੀ ਬਹੁਤ ਲੱਗਦਾ। ਜਿੰਨਾ ਪੈਸਾ ਤੁਹਾਨੂੰ ਫਿਲਮ ਦੇ ਬਣਾਉਣ ਦਾ ਬਜਟ ਹੋਊਗਾ, ਉਹਨਾਂ ਪੈਸਾ ਤੁਹਾਨੂੰ ਉਹਦੀ ਐਡ ਤੇ ਉਹਨੂੰ ਬਾਕੀ ਜਦੋਂ ਥੀਏਟਰ ਚਲਾਉਣ ਲਈ ਉਹਨਾਂ ਪੈਸਾ ਦੁਬਾਰਾ ਲੱਗਣਾ ਪਊਗਾ। ਉਹ ਕਈ ਵਾਰੀ ਚੀਜ਼ਾਂ ਰਹਿ ਜਾਂਦੀਆਂ। ਬਹੁਤ ਵੱਡੀ ਕੈਮਿਸਟਰੀ ਹੈ ਤੇ ਬਹੁਤ ਵੱਡੀ ਇਕਨੋਮਿਕਸ ਆ ਕਿ ਫਿਲਮ ਕਿੱਦਾਂ ਰਿਲੀਜ਼ ਕਰਨੀ। ਇਹ ਉਲਟਾ ਹੈ, ਰਿਵਰਸ ਇੰਜੀਨੀਅਰਿੰਗ ਆ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਰਿਲੀਜ਼ ਕਿੱਥੋਂ ਹੋਣੀ ਹੈ, ਪ੍ਰੋਡਿਊਸਰਸ ਕੌਣ ਇਹਨੂੰ ਬਾਏ ਕਰਨਗੇ, ਕਿੱਥੇ ਕਿੱਥੇ ਰਿਲੀਜ਼ ਹੋਏਗੀ। ਉਸ ਤੋਂ ਬਾਅਦ ਤੁਸੀਂ ਆਓ ਕਿ ਕਿੱਦਾਂ ਦੀ ਫਿਲਮ ਬਣੇਗੀ, ਟਾਰਗੇਟ ਆਡੀਅנס, ਔਰ ਫਿਰ ਆਏਗਾ। ਮਤਲਬ ਰਿਵਰਸ ਇੰਜੀਨੀਅਰਿੰਗ ਹੈ। ਪਹਿਲਾਂ ਉਹਦਾ ਟ੍ਰੇਡਿੰਗ ਪਾਰਟ ਤੁਹਾਨੂੰ ਕੰਸੀਡਰ ਕਰਨਾ ਪਏਗਾ। ਡਾਂਸ ਡਾਇਰੈਕਟਰ, ਪਹਿਲਾਂ ਤੁਹਾਨੂੰ ਹੈ ਨਾ, ਇੱਕ ਫਿਲਮ ਨੂੰ ਚਲਾਉਣ ਵਾਲਾ ਡਾਇਰੈਕਟਰ, ਇਹ ਹੈ ਮਲਟੀ ਡਾਇਰੈਕਟਰ। ਇਹਦੇ 'ਚ ਇਹ ਹੈ ਕਿ ਪਹਿਲਾਂ ਤੁਹਾਨੂੰ ਟ੍ਰੇਡਿੰਗ ਸੋਚਣੀ ਪਏਗੀ, ਇਹਨੂੰ ਵੇਚਣਾ ਕਿਵੇਂ ਹੈ, ਕਿਉਂਕਿ ਬਣਾ ਕੇ ਘਰ ਥੋੜਾ ਰੱਖਣੀ ਹੈ, ਆਪਣੇ ਵਾਸਤੇ ਥੋੜਾ ਰੱਖਣੀ ਹੈ। ਪਹਿਲਾਂ ਮਾਰਕੀਟ ਸੋਚ ਕੇ ਫਿਰ ਬਣਾਉਣੀ ਪੈਂਦੀ ਹੈ। ਇਹ ਰਿਵਰਸ ਇੰਜੀਨੀਅਰਿੰਗ ਆ। ਸੋ ਇਹ ਕਾਫੀ ਔਖਾ ਕੰਮ ਹੈ। ਸੋ ਬਲਕਾਰ ਜੀ, ਹੁਣ ਆਸਕਰ ਦਾ ਤਾਂ ਹੋ ਗਿਆ, ਸਾਰਾ ਕੁਝ ਹੋ ਗਿਆ, ਹੁਣ ਠੰਡ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ, ਇਹ ਦੱਸੋ ਤੇ ਫਿਰ ਆਪਾਂ ਚਾਲੇ ਪਾਈਏ। ਠੰਡ 'ਚ ਵੈਸੇ ਪੰਜਾਬ 'ਚ ਬੜੀ ਅੰਤਾਂ ਦੀ ਠੰਡ ਹੈ, ਔਰ ਸੰਘਣੀ ਧੁੰਦ ਵੀ ਹੈਗੀ 4 ਚੁਫੇਰੇ, ਔਰ ਤੁਹਾਨੂੰ ਪਤਾ ਪਾਰਾ ਡਿੱਗਿਆ ਉਹਦੇ ਵਿੱਚ, ਤੇ ਬੱਦਲ ਉੱਤੇ ਆ, ਔਰ ਬੱਦਲ ਨੂੰ ਲੱਭ ਰਹੇ ਨੇ ਲੋਕ, ਬੱਦਲਾਂ ਦੇ ਵਿੱਚ ਸੂਰਜ ਨੂੰ, ਕਿ ਸੂਰਜ ਇਸ ਵੇਲੇ ਕਿੱਥੇ ਲੁਕ ਗਿਆ। ਇਸ ਕਰਕੇ ਵੀ ਲੋਕਾਂ ਦੀ ਇਹ ਛੂਣ ਛਪਾਈ ਹੈ ਉਹਦੇ ਨਾਲ। ਪਰ ਮੇਰਾ ਖਿਆਲ ਹੁਣ ਲੋਹੜੀ ਦੀ ਆਮਦ ਵੀ ਹੈ। ਲੋਹੜੀ ਦੀ ਇੱਕ ਤਾਂ ਅਸੀਂ ਆਮਦ ਤੇ ਸਾਰੇ ਦਰਸ਼ਕਾਂ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਸਾਰੇ ਘਰਾਂ 'ਚ ਜਿਹੜੇ ਆ ਦੀਪ ਜਗਣਗੇ, ਘਰਾਂ 'ਚ ਭੁੱਗੇ ਜਗਣਗੇ, ਔਰ ਲੋਕਾਂ 'ਚ ਤਿਲ ਫੁੱਲ ਖਾਣਗੇ ਲੋਕ, ਸਾਰੇ ਗੁੜ ਵੀ ਲੋਕ ਖਾਂਦੇ ਨੇ ਉਹਦੇ ਵਿੱਚ। ਔਰ ਇਹ ਸਰਦੀ ਦਾ ਬਹੁਤ ਵਧੀਆ ਤਿਉਹਾਰ ਹੈ। ਇਸੇ ਤਰ੍ਹਾਂ ਕਿ ਕਹਿੰਦੇ ਜਿਹੜੀ ਲੋਹੜੀ ਤੋਂ ਬਾਅਦ ਜਿਹੜਾ ਨਾ, ਇਹਦੇ ਤੋਂ ਬਾਅਦ ਫਿਰ ਮੁਕਤਸਰ ਸਾਹਿਬ ਵਿੱਚ ਵੀ ਇੱਕ ਬਹੁਤ ਵੱਡਾ ਮੇਲਾ ਲੱਗਦਾ, ਅਤੇ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਦੇ ਨਾਲ ਜਿੰਨੇ ਵੀ ਮੁਕਤਸਰ ਦੇ ਤੋਂ ਉਹ ਆਏ ਸੀਗੇ ਲੋਕ, ਅਤੇ ਮਾਝੇ ਦੇ ਜਿਹੜੇ ਸੀਗੇ, ਉਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਯੁੱਧ ਹੋਇਆ ਸੀਗਾ, ਉਦੋਂ ਇਹਨਾਂ ਬਦਾਵਾ ਲਿਖ ਕੇ ਦਿੱਤਾ ਸੀ ਵੀ ਅਸੀਂ ਨਹੀਂ ਲੜਾਂਗੇ। ਉਦੋਂ ਆ ਗਏ ਸੀ ਉੱਥੇ ਗੁਰੂ ਸਾਹਿਬ ਦੇ ਕੋਲੋਂ। ਫਿਰ ਜਦੋਂ ਮੁਕਤਸਰ ਗੁਰੂ ਸਾਹਿਬ ਗਏ ਨੇ 10ਵੇਂ ਪਾਤਸ਼ਾਹ, ਫਿਰ ਉੱਥੇ ਉਹਨਾਂ ਨੂੰ ਮਿਲੇ ਆ।
ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਵਧਾਵਾ ਪਾੜ ਦਿਓ, ਅਸੀਂ ਤੁਹਾਡੇ ਸਿੱਖ ਹਾਂ, ਤੁਹਾਨੂੰ ਮਾਫ ਕਰ ਦਿਓ। ਫਿਰ ਆਏ ਉੱਥੇ, ਔਰ ਜੰਗ ਯੁੱਧ ਵੀ ਉੱਥੇ ਸਰਹੰਦ ਦੇ ਬਾਦਸ਼ਾਹ ਨਾਲ ਹੋਈ ਆ। ਉਹੀ ਜਿਹੜੇ ਵਧਾਵਾ ਪਾੜ ਕੇ ਆਏ ਸੀਗੇ ਉਹਨਾਂ ਨੇ ਮੁਕਤੀ ਦਿੱਤੀ ਉੱਥੇ, ਉਹ ਲੜੇ ਵੀ, ਉਹ ਸਾਰਾ ਕੁਛ ਹੈ। ਤਾਂ ਵੀ ਕਹਿੰਦੇ ਪੋਹ ਰਿੱਧੀ ਤੇ ਮਾਘ ਖਾਧੀ। ਅਗਲਾ ਮਹੀਨਾ ਫਿਰ ਮਾਘ ਦਾ ਮਹੀਨਾ ਹੈ, ਜਿਹਦੇ ਵਿੱਚ ਮੇਲਾ ਲਾਇਆ ਜਾਂਦਾ, ਮੁਕਤਸਰ ਮੇਲਾ ਲੱਗਦਾ, ਬੜਾ ਵੱਡਾ ਇਤਿਹਾਸਕ। ਉਹ 'ਚ ਵੀ ਸਾਡੇ ਦਰਸ਼ਕ ਉਸ ਤੋਂ ਵੈਸੇ ਜਾਣੂ ਹੋਣਗੇ। ਔਰ ਵੈਸੇ ਇਹ ਠੰਡ ਦੇ ਮੌਸਮ ਦੇ ਵਿੱਚ ਇਸ ਵੇਲੇ ਜਿਹੜੀ ਇਹ ਸੂਰਜ ਦੀ ਛੂਹਣ ਛਪਾਈ ਤਾਂ ਹੈ ਹੀ ਆ, ਪਰ ਠੰਡ ਮੇਰੇ ਖਿਆਲ ਥੋੜ੍ਹੀ ਦੇਰ ਰਹੂਗੀ। ਕਹਿੰਦੇ ਨੇ ਲੋਹੜੀ ਤੋਂ ਬਾਅਦ ਦਿਨ ਵੀ ਵੱਡੇ ਹੋ ਜਾਂਦੇ ਆ ਅਤੇ ਮੌਸਮ ਵੀ ਸਾਫ਼ ਸੁਥਰਾ ਹੋ ਜਾਂਦਾ। ਪਰ ਇੱਕ ਇਹੀ ਹੈਗੀ ਹੈ ਕਿ ਇੱਕ ਉਮੀਦ ਹੈ ਕਿ ਮੀਂਹ ਬੜਾ ਪਊਗਾ ਹੁਣ ਛੇਤੀ, ਕਿਉਂਕਿ ਬੱਦਲ 'ਤੇ ਛਾਇਆ ਪਿਆ। ਔਰ ਉਹਦੇ ਨਾਲ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੌਸਮ ਬੜੇ ਵੰਨ ਸੁਵੰਨੇ ਆ, ਲੋਕ ਵੀ ਵੰਨ ਸੁਵੰਨੇ ਆ, ਲੋਕਾਂ ਦੇ ਸੁਭਾਅ ਵੀ ਬੜੇ ਪਿਆਰੇ ਆ, ਸਤਿਕਾਰ ਵਾਲੇ ਸਾਰੇ। ਪੋਹ ਦੀ ਗੱਲ ਆਈ, ਪੋਹ ਦੇ ਉੱਤੇ ਨਾ ਮੈਨੂੰ ਇੱਕ ਚੇਤਾ ਆਇਆ ਜੀ, ਜਿਵੇਂ ਜਾਪਾਨ ਦੀ ਕਵਿਤਾ ਸ਼ੈਲੀ ਹੈ ਨਾ ਹਾਈਕੂ, ਹਾਂ 3 ਲਾਈਨਾਂ ਦੀ ਕਵਿਤਾ, ਉਹ ਹਾਈਕੂ ਹੀ ਲਿਖੀ ਉਹਨੇ ਪੰਜਾਬੀ ਦੇ ਵਿੱਚ, ਪੰਜਾਬ ਦੇ ਕਵੀ ਨੇ ਲਿਖੀ ਹਾਈਕੂ ਦੀ ਸ਼ੈਲੀ ਦੇ ਵਿੱਚ 3 ਲਾਈਨਾਂ ਦੀ ਕਵਿਤਾ ਪੋਹ ਦੀ। ਕਹਿੰਦਾ ਪੋਹ ਦਾ ਮਹੀਨਾ, ਪੋਹ ਮਤਲਬ ਸਰਦੀਆਂ ਦਾ ਮਹੀਨਾ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ, ਸਰਦੀ ਜਦੋਂ ਬਹੁਤ ਪੈਂਦੀ ਹੈ ਪੋਹ ਕਹਿੰਦੇ ਨੇ ਉਹਨੂੰ ਪੰਜਾਬ ਦੇ ਵਿੱਚ। ਪੋਹ ਦਾ ਮਹੀਨਾ, ਫੁੱਫੜ ਮਹਿਮਾਨ, ਕੁੱਕੜ ਨੂੰ ਪਸੀਨਾ। ਆਹ ਵਾਹ ਵਾਹ, ਕੁੱਕੜ ਪਸੀਨਾ ਆ ਗਿਆ, ਫੁੱਫੜ ਜੋ ਮਹਿਮਾਨ ਆ, ਹੈ ਨਾ, ਫੁੱਫੜ ਜੋ ਮਹਿਮਾਨ ਹੈ, ਕੁੱਕੜ ਨੂੰ ਪਸੀਨਾ ਆ ਗਿਆ ਪੋਹ ਦੇ ਮਹੀਨੇ 'ਚ। ਤੇ ਹੁਣ ਕਿਸੇ ਵਕਤ ਵੀ ਝਟਕਾ ਪੈ ਸਕਦਾ ਤੇ ਕੁੱਕੜ ਨੂੰ ਰਿੰਨ ਕੇ ਫੁੱਫੜ ਨੂੰ ਖਵਾ ਦੇਣਗੇ। ਇੱਕ ਹੋਰ ਵੀ ਹੈ ਅਖਾਣ, ਉਹ ਕਹਿੰਦੇ ਆ ਮਾਂ ਮਰ ਗਈ ਪੋਹ ਦੇ ਮਹੀਨੇ, ਮਾਂ ਮਰ ਗਈ ਪੋਹ ਦੇ ਮਹੀਨੇ ਤੇ ਧੀ ਦਾ ਨਾਂ ਰਜਾਈ। ਧੀ ਨੇ ਆਪਣਾ ਨਾਂ ਰਜਾਈ ਰੱਖ ਲਿਆ, ਮਾਂ ਤਾਂ ਵਿਚਾਰੀ ਉੱਥੇ ਪਾਲੇ ਨਾ ਮਰ ਗਈ। ਇਸ ਕਰਕੇ ਇੱਦਾਂ ਦੀ ਅਖਾਣ ਵੀ ਹੈਗੇ ਪੋਹ ਦੇ ਮਹੀਨੇ ਨਾਲ। ਪਰ ਇਹ ਮਹੀਨਾ ਬੜਾ ਸੁਹਾਵਣਾ ਮਹੀਨਾ ਹੁੰਦਾ। ਔਰ ਫੁੱਲ ਬੂਟੇ ਵੀ ਹੁਣ ਪੁੰਗਰਦੇ ਆ, ਇਸ ਤੋਂ ਬਾਅਦ ਧੁੱਪਾਂ ਲੱਗਣਗੀਆਂ, ਬੜਾ ਕੁਛ ਹੁੰਦਾ। ਉਹ ਤਾਂ ਮਾਘ ਦਾ ਮਹੀਨਾ ਜਦੋਂ ਆਉਣਾ, ਉਹ ਤਾਂ ਤੁਹਾਨੂੰ ਪਤਾ ਹੈਗਾ ਕਿ ਮੁਕਤਸਰ ਸਾਹਿਬ ਵਿੱਚ ਬਹੁਤ ਵੱਡਾ ਮੇਲਾ ਲੱਗਣਾ। ਮੇਲੇ 'ਤੇ ਲੋਕ ਆਉਂਦੇ, ਜਿਹੜੇ ਸ਼ਹੀਦੀ ਪ੍ਰਾਪਤ ਕਰ ਗਏ, ਜਿਨ੍ਹਾਂ ਨੂੰ ਮੁਕਤੀ ਮਿਲੀ ਆ, ਉਹਨਾਂ ਦੇ ਨਾਂ 'ਤੇ ਮੁਕਤਸਰ ਰੱਖਿਆ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ। 40 ਮੁਕਤਿਆਂ ਤੋਂ। ਔਰ ਉਹ ਬਹੁਤ ਵੱਡਾ ਮੇਲਾ ਹੁੰਦਾ, ਔਰ ਉਹਦੇ 'ਚ ਬੜੇ ਦੂਰ ਦੂਰ ਤੋਂ ਲੋਕ ਆਉਂਦੇ ਆ। ਔਰ ਮੇਰਾ ਖਿਆਲ ਸਾਡੇ ਦਰਸ਼ਕ ਵੀ ਜਾਣਗੇ, ਦਿਨ ਤਾਂ ਹੁਣ 2-4 ਹੀ ਰਹਿ ਗਏ, ਉਹਨਾਂ ਦੇ ਵਿੱਚ ਅਸੀਂ ਇਹਨਾਂ ਸਾਰੇ ਵੱਡੇ ਮੇਲਿਆਂ ਦੀ ਜਿਹੜੀ ਦੇਖਿਆ ਉਹਨਾਂ ਨੂੰ ਅਸੀਂ ਮਾਨਣਾ ਚਾਹੁੰਦੇ ਹਾਂ। ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਹੈ, ਬਿਲਕੁਲ। ਔਰ ਇਹ ਮੇਲੇ ਹਮੇਸ਼ਾ ਲੱਗਦੇ ਰਹਿਣ ਜ਼ਰੂਰ, ਔਰ ਸਾਰੀ ਦੁਨੀਆ 'ਚ ਲੱਗਦੇ ਰਹਿਣ। ਸਾਰਾ ਹੀ ਦੁਨੀਆ ਦੇ ਜਿਵੇਂ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਪੂਰੀ ਦੁਨੀਆ ਰੰਗਲੀ ਦੁਨੀਆ ਬਣੇ। ਸੋ ਚੱਲੀਏ ਜੀ, ਜ਼ਰੂਰ ਜ਼ਰੂਰ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।